ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:41 ਹੋ ਚੁੱਕੇ ਨੇ। ਅੱਜ ਵੀਰਵਾਰ ਦੀ ਸ਼ਾਮ 21 ਜੁਲਾਈ ਸਨ 2022 6 ਸੌਣ ਨਾਨਕਸ਼ਾਹੀ ਸੰਮਤ 554 ਨੂੰ ਸ਼ਾਮ ਦੀ ਸਭਾ ਦੇ ਟਿਵਾਣਾ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਸਿੰਘ ਵੱਲੋਂ ਸਵਾਗਤ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਦੇ ਜ਼ਰੀਏ ਲਾਈਵ ਸੁਣਦੇ ਹੋ। ਆਪਣੀ ਵੈਬਸਾਈਟ tivanaradio.com ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਅੱਗੇ ਲਿੰਕ ਵੀ ਸ਼ੇਅਰ ਕਰੋ ਜੇ ਵਧੀਆ ਲੱਗਦਾ ਤਾਂ, ਅਦਰਵਾਈਜ਼ ਥੈਂਕ ਯੂ। ਤੇ ਇਸ ਪ੍ਰੋਗਰਾਮ ਦਾ YouTube ਦਾ ਲਿੰਕ ਅਗਰ ਤੁਸੀਂ ਆਪਣੇ WhatsApp ਨੰਬਰ ਤੇ ਮੰਗਵਾਉਣਾ ਤਾਂ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਉਹ WhatsApp ਗਰੁੱਪ ਨੰਬਰ ਹੈ 9876309655 ਤੇ 9876309655 9876309655 ਆਪਣਾ WhatsApp ਗਰੁੱਪ ਨੰਬਰ ਹੈ। ਇਸੇ ਨੰਬਰ ਤੇ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ, ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਆਪਣੇ WhatsApp ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ। ਪਹਿਲਾਂ ਲਾਈਵ ਪ੍ਰੋਗਰਾਮ ਦਾ ਲਿੰਕ ਭੇਜਿਆ ਜਾਂਦਾ, ਉਸ ਤੋਂ ਬਾਅਦ ਪ੍ਰੋਗਰਾਮ ਨੂੰ ਐਡਿਟ ਕਰਕੇ ਉਹਦਾ ਟਾਈਟਲ ਦੇ ਕੇ ਜਿਹੜੀ ਆਵਾਜ਼ ਵੱਧ ਘੱਟ ਹੁੰਦੀ ਹੈ ਉਹ ਸੈੱਟ ਕਰਕੇ ਉਹ ਕੁਆਲਿਟੀ ਥੋੜੀ ਜਿਹੀ ਬਿਹਤਰ ਹੈ, ਕਿਉਂਕਿ ਲਾਈਵ ਦੇ ਵਿੱਚ ਕਈ ਦਿੱਕਤਾਂ ਅਕਸਰ ਆਉਂਦੀਆਂ ਨੇ ਤੇ ਉਹ ਜਿਹੜਾ ਐਡਿਟ ਕੀਤਾ ਲਿੰਕ ਹੁੰਦਾ ਉਹ ਬਾਅਦ ਦੇ ਵਿੱਚ ਆਪਾਂ ਸ਼ੇਅਰ ਕਰੀਦਾ। ਤੇ ਆਪਣੇ ਆਈਫੋਨ ਤੇ ਐਂਡਰਾਇਡ ਐਪਸ ਨੇ, ਉਹਨਾਂ ਤੇ ਵੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਇਸ ਹੀ ਪ੍ਰੋਗਰਾਮਾਂ ਦੇ ਮੁਤਲਕ ਜ਼ਰੂਰੀ ਜਾਣਕਾਰੀਆਂ ਫੇਸਬੁੱਕ ਤੇ ਜਸਵੀਰ ਗੋਲਡੀ ਬਟਾਰੀ ਤੋਂ ਜੁੜੇ ਨੇ। ਇਹਨਾਂ ਨੇ ਕਿਸੇ ਦੋਸਤ ਨੂੰ ਵੀ ਸੁਜੈਸਟ ਕੀਤਾ ਸੀ, ਉਹਨਾਂ ਦਾ ਵੀ ਅੱਜ ਫੋਨ ਆਇਆ ਸੀ ਛੱਤੀਸਗੜ੍ਹ ਮੱਧ ਪ੍ਰਦੇਸ਼ ਤੋਂ। ਧੰਨਵਾਦ। ਐਸਪੀਓ ਜਗਦੀਸ਼ ਜੀ, ਸਾਰਗਵੀਰ ਸਿੰਘ ਸੰਧੂ, ਮਹਤਾਬ ਸਿੰਘ ਦੇ ਦਾਦਾ ਜੀ, ਬਲਵਿੰਦਰ ਸਿੰਘ ਉਮੈਦਪੁਰੀ, ਸਭ ਸੱਜਣ ਜੁੜੇ ਨੇ, ਸਭ ਦਾ ਧੰਨਵਾਦ। ਤੇ ਫੇਸਬੁੱਕ ਤੇ ਸਿਕੰਦਰ ਔਜਲਾ ਕਹਿੰਦੇ ਸੀ ਨੋਟੀਫਿਕੇਸ਼ਨ ਨਹੀਂ ਪਹੁੰਚ ਰਹੀ, ਇਹ ਸਮਝੋਂ ਬਾਹਰ ਆ ਬਾਈ ਜੀ ਮੇਰੇ ਵੀ ਸਿਸਟਮ। ਸਾਡੇ ਵੱਲੋਂ ਉਹੀ ਚੀਜ਼ਾਂ ਨੇ, ਅਸੀਂ ਵੀ ਕਿਉਂਕਿ ਬਹੁਤ ਸਾਰੀ ਤਕਨੀਕ ਹੈ ਨਹੀਂ ਪਤਾ ਲੱਗਦਾ ਤੇ ਇਸ ਕਰਕੇ ਇੱਕ ਬਾਈ ਜੀ ਪਰਮਿੰਦਰ ਸਿੰਘ ਹੋਰੀ ਨੇ, ਉਹਨਾਂ ਨੇ ਵੇਲ ਵੀ ਕਰਾਈ ਸੀ $13 ਦੀ, ਹੈ ਨਾ, ਕਿਉਂਕਿ ਜੇ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਕਈ ਫਿਰ ਉਹਦੇ 'ਚ ਮਾਈਕ ਮਦਦ ਕਰਦੇ ਨੇ, ਕੋਈ ਇਸ ਤਰ੍ਹਾਂ ਦਾ YouTube ਦਾ ਸਿਸਟਮ ਵੀ ਹੈ। $13 ਦੀ ਮੈਂ ਕੱਲ ਵੇਖਿਆ ਸੀਗਾ, ਸ਼ਾਇਦ ਉਹਨਾਂ ਦਾ ਵੀ ਧੰਨਵਾਦ ਹੈ ਪਰਮਿੰਦਰ ਬਾਈ ਜੀ ਹੋਰਾਂ ਦਾ। ਤੇ ਇਸ ਦੌਰਾਨ ਧੰਨਵਾਦ ਸਾਡੇ ਸਪਾਂਸਰ ਦਾ, ਸਬਸਕ੍ਰਾਈਬਰ ਦਾ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਨੇ। ਤੇ ਸਵੇਰ ਤੇ ਸ਼ਾਮ ਚਰਚਾ ਕਰਨ ਦੇ ਵਾਸਤੇ ਮੇਰੇ ਜੋੜੀਦਾਰ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ ਤੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਇਸਤਕਬਾਲ ਕਰਦੇ ਹਾਂ, ਸਵਾਗਤ ਉਹਨਾਂ ਦਾ ਵੀ ਕਰਦੇ ਹਾਂ। ਤੇ ਨਾਲ ਨਾਲ ਤੁਸੀਂ ਕੋਈ ਵਿਚਾਰ ਚਰਚਾ ਕਰਨੀ ਹੋਵੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਨਾਲ ਨਾਲ ਹਿੱਸਾ ਬਣ ਸਕਦੇ ਹੋ। ਸਿਆਸਤ ਵਿਰਾਸਤ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਫਿਲਹਾਲ ਬਹੁਤੀਆਂ ਸਿਆਸਤ ਦੀਆਂ ਚੱਲਦੀਆਂ ਨੇ, ਵਿਰਾਸਤ ਦੀਆਂ ਜਿਹੜੀ ਕੋਈ ਆ ਗਈ ਨਾਲ ਲਪੇਟ ਦਈਦੀ, ਅਦਰਵਾਈਜ਼ ਵਿਰਾਸਤ ਦਾ ਅੰਕ ਅਜੇ ਪੈਂਡਿੰਗ ਪਿਆ ਤੇ ਉਸ ਦੌਰਾਨ ਉਸ ਤੇ ਵੀ ਗੱਲਬਾਤ ਜਿਹੜੀ ਹੈ ਕਰਿਆ ਕਰਾਂਗੇ। ਤੇ ਖਬਰਾਂ ਤਾਂ ਪਹਿਲਾਂ ਇਹ ਕਿ ਮੌਸਮ ਬੜਾ ਸੋਹਣਾ ਸੁਹਾਵਣਾ, ਖਾਸ ਕਰਕੇ ਕਦੇ ਹੁਮਸ ਹੋ ਜਾਂਦਾ ਹੈ ਤੇ ਪਰ ਇਸ ਦੌਰਾਨ ਕਹਿੰਦੇ ਆਵੇ ਸਿਆਲ ਤੇ ਮਰੇ ਕੰਗਾਲ, ਆਵੇ ਹੁਨਾਲ ਤੇ ਮਰੇ ਕੰਗਾਲ। ਕੰਗਾਲ ਨੇ ਸਿਆਲ ਆਵੇ, ਹੁਨਾਲ ਆਵੇ, ਗਰਮੀ ਆਵੇ, ਸਰਦੀ ਆਵੇ, ਪਤਝੜ, ਬਸੰਤ, ਬਹਾਰ, ਸਭ ਰੁੱਤਾਂ 'ਚ ਕੰਗਾਲ ਤੇ ਕਰੋਪੀ ਆਉਣੀ ਹੈ। ਇਸ ਸਮਿਆਂ ਦੇ ਸੱਚ ਨੇ। ਸੋ ਬਾਰਿਸ਼ ਦੇ ਨਾਲ ਭਾਵੇਂ ਮੋਤੀ ਮਹਿਲ ਦੀ ਵੀ ਕੰਧ ਡਿੱਗੀ ਹੈ, ਕੋਈ ਫਰਕ ਨਹੀਂ ਪੈਂਦਾ, ਪਰ ਮਾਤੜਾਂ ਦਾ ਜੇ ਕੋਠਾ ਵੀ ਚਾਹੁੰਦਾ ਬੜਾ ਫਰਕ ਪੈਂਦਾ ਹੈ। ਪਾਤੜਾਂ ਦੇ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਮਿਹਨਤਕਸ਼ ਪਰਿਵਾਰ ਸੀ, ਧਾਨਕ ਮਹੱਲੇ 'ਚ ਰਹਿੰਦਾ ਸੀ, ਕਿਉਂਕਿ ਧਾਨਕ ਇਸ ਤਰ੍ਹਾਂ ਦੇ ਮਹੱਲੇ ਵੱਖ-ਵੱਖ ਇਲਾਕਿਆਂ 'ਚ ਨੇ, ਮਿਹਨਤਕਸ਼ ਲੋਕ ਹੁੰਦੇ ਨੇ। ਸਵੇਰੇ 6 ਵਜੇ ਮਕਾਨ ਦੀ ਛੱਤ ਡਿੱਗ ਪਈ ਤੇ ਜਿਸ ਕਾਰਨ ਘਰ ਦਾ ਮੁਖੀ ਰਾਜੂ, ਉਹਦੀ ਪਤਨੀ ਸੁਨੀਤਾ, ਬੇਟੀ ਊਸ਼ਾ ਤੇ ਬੇਟੇ ਅਮਨ ਦੀ ਮੌਤ ਹੋ ਗਈ ਹੈ, ਜਦੋਂ ਕਿ ਇਸ ਪਰਿਵਾਰ ਦਾ 15 ਵਰ੍ਹਿਆਂ ਦਾ ਬੇਟਾ ਵਿਸ਼ਾਲ ਸੱਟ ਲੱਗਣ ਕਾਰਨ ਜ਼ਖਮੀ ਹੈ, ਜੋ ਹਸਪਤਾਲ ਦੇ ਵਿੱਚ ਦਾਖਲ ਹੈ। SHO ਪ੍ਰਕਾਸ਼ ਮਸੀਹ ਹੋਰਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਉਸ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜਿਹੜਾ ਪਹੁੰਚਾਇਆ, ਜਿੱਥੇ ਉਹਨਾਂ ਦਾ ਕੋਈ ਪੋਸਟਮਾਰਟਮ ਜਾਂ ਸਾਰਾ ਕੁਝ ਹੁੰਦਾ ਹੈ। ਅਫਸੋਸ ਹੁੰਦਾ ਇਸ ਗੱਲ ਦਾ
कि एक पासे सरकारां दीयां पॉलिसीज़ बड़ा कुछ ते दूसरे पासे ये सिवड़ मीह कहंदे आ जिन्हों बाई जी ने दस्सिया सी डॉक्टर परमजीत होरां ने कि सिगड़ हुंदा शायद ते किणमिण कणियां इलाकाई भाषा असीं सिवड़ कहंदे आ सिगड़ भी हो सकदा है। वो रस्मां भी बड़ा खतरनाक भी हुंदा है ते लैंटर चोण लग पैंदे ने जे किते 10 घंटे लगातार पै जावे क्योंकि पानी चलदा नहीं है पर नालियां तक नहीं पहुंचदा जिथे डिगदा उत्थे ही रसी जांदा जिवें कंधां तर करदे हुंदे आ सेगा आ जांदा सलाव आ जांदी है। ते सुरेंद्र भाई जी स्वागत सत श्री अकाल। सत श्री अकाल मेहरबानी जी। इस दौरान नो न्यूज़ गुड न्यूज़ ही हुंदी है कि कोई खबर ना होवे अच्छी गल है पर जिहड़ियां खबरां ने वो बहुतियां मंदभागियां ही हुंदियां ने जिस तरह बारिश है कते टांडियां वाली किते भांडियां वाली पर देखो अफसोस हुंदा है कि गुरबत मारे लोग भी होण भावें असीं भी होईए कई वारी आपां महसूस करदे हां कि चलो यार संजम कर लो रिस्क लैण दी सानू आदत है क्योंकि मजबूरियां हुंदियां ने किहदा जी नहीं करदा पक्के महल मनारे होण पर जिस तरह ये मंदभागी खबर समाणे दे विच घटी है ये ना तो पहला मुखी राजू ते उहदी पत्नी सुनीता बेटी उषा जिन्हां दी मौत होई है ते बेटा अमन है ना ये पहली मौत है ना आखिरी मौत है। एक पासे एडे एडे महल मनारे एडियां सरकारां दीयां योजनावां ते दूसरे पासे जिहड़ा सरकारां दावे करदियां ने कोई ड्रेनां दी सफाई नहीं हो रही ते असीं भी उस स्वर्ग दी भाल दे विच पता नहीं किन्ने किन्ने घंटे चलीहे कट्टी जाने आ। और मैं अक्सर कहना हुंदा कि वेर करनी है भावें मंदिरां गुरुद्वारियां मस्जिदां दी है चंगी गल है कि गरीबां दीयां गलियां गरीबां दे घर सवार दिओ क्योंकि इन्हां गरीबां दे दिलां 'च ही रब वसदा है। जिहड़े लोकां दा तुसीं रौला पाउंदे हो कि हाय सिख डेरियां वल नूं चले गए डेरे वाले कहंदे सिख मसीहियां वल नूं चले गए मसीही कहंदे सिख हिंदू हो गए हिंदू कहंदे हिंदू मुसलमान हो गए ये जिहड़ा रौला रप्पा घट सकदा है जे असीं इंसान दी थोड़ी जी भी मदद करिए बंदा तुहाडे लई जान वार दिंदा है ना। जट ते सीरी कित्थे तक निभदे ने पर अफसोस कि असीं ਉਹ एक अणहोई चीज़ ਉਹ रब है ਜਾਂ नहीं है मैनूं नहीं पता ना किसी नूं पता लगना पर उस दे वास्ते असीं ਢਿੱਡਾਂ ਨੂੰ ਗੱਠਾਂ ਦੇ ਦੇ ਕੇ ਇੱਕ ਦੂਸਰੇ ਦੀਆਂ ਜੇਬਾਂ ਕੱਟ ਕੇ ਉਹਨਾਂ ਗੋਲਕਾਂ ਨੂੰ ਤਾਂ ਬਥੇਰਾ ਭਰੀ ਜਾਂਦੇ ਆ ਪਰ ਜੇ ਕਹਤੇ ਕਿਸੇ ਟਰੈਕਟਰ ਵਾਲੇ ਪਿੰਡ ਦੇ ਸਰਦਾਰ ਨੂੰ ਕਹਦੇ ਨਾ ਕਿ ਆ ਕਿਸੇ ਗਰੀਬ ਦਾ ਵਿਹੜਾ ਗਿੱਲਾ ਹੈ ਮਿੱਟੀ ਦੀ ਟਰਾਲੀ ਸਿੱਟਦੇ ਕਹਿੰਦਾ ਕਿਉਂ ਮੈਂ ਕਿਹੜਾ ਠੇਕਾ ਲਿਆ ਡੇਰੇ ਲੈ ਜਾਓ ਗੁਰਦੁਆਰੇ ਮੰਦਰ ਲੈ ਜਾਓ ਸਾਰਾ ਟੱਬਰ ਅੱਡੀਆਂ ਚੁੱਕ ਕੇ ਨਾ ਉੱਥੇ ਇੱਕ ਦੇਖਿਆ ਗੁਰੂ ਘਰਾਂ 'ਚ ਜਾਂਦੇ ਆ ਸਿੱਖਾਂ ਮਾੜਾ ਜਿਹਾ ਵੀ ਕੋਈ ਡੱਕਾ ਡਿੱਗਿਆ ਹੋਵੇ ਨਾ ਜੀਭ ਨਾਲ ਚੱਟਣ ਤੇ ਹੀ ਜਾਂਦੇ ਆ ਅਸੀਂ ਸਾਰੇ ਲੋਕ ਪਰ ਕਦੇ ਸੋਚਿਆ ਕਿ ਯਾਰ ਕਿਸੇ ਗਰੀਬ ਨੂੰ ਕਿਸੇ ਹਾਕਰ ਨੂੰ ਕਿਸੇ ਚੌਕੀਦਾਰ ਨੂੰ 20 ਰੁਪਏ ਦੀ ਜਗ੍ਹਾ 30 ਰੁਪਏ ਦੇ ਦਈਏ ਰਿਕਸ਼ੇ ਵਾਲੇ ਤੇ ਜਿਹਦੇ ਕੁਇੰਟਲ ਤੁਹਾਡਾ ਵਜਨ ਹੁੰਦਾ ਖਿੱਚ ਕੇ ਲਿਜਾਂਦੇ ਤੇ ਉਹਦੀ ਜੀਭ ਹੈਂਡਲ ਤੱਕ ਆ ਜਾਂਦੀ ਹੈ ਹੌਂਕਦੇ ਦੀ ਤੇ ਉਹਨੂੰ ਕਦੇ 5 ਰੁਪਏ ਐਕਸਟਰਾ ਨਹੀਂ ਦੇਣੇ ਬਲਕਿ ਉਹਨੇ ਜੇ 20 ਰੁਪਏ ਮੰਗਲੇ ਕਹਿਣਗੇ ਤੂੰ ਸਾਨੂੰ ਲੁੱਟਦਾ ਆ ਦੁੱਖ ਨਿਵਾਰਨ ਬਥੇਰੇ ਕੁਇੰਟਲ ਦੇ ਬੀਬੀਆਂ ਬੰਦੇ ਮੈਂ ਵੇਖਿਆ ਰਿਕਸ਼ੇ ਵਾਲਿਆਂ ਨਾਲ ਖੈਬੜਦੇ ਜੇ ਇਹੀ ਕਾਰ ਸੇਵਾ ਜੋ ਧਰਮਾਂ ਦੀ ਹੁੰਦੀ ਹੈ ਕਿਤੇ ਗਰੀਬ ਦੀ ਹੋ ਜੇ ਤੇ ਇਹ ਮੁਲਕ ਇੱਥੇ ਸਵਰਗ ਬਣ ਸਕਦਾ। ਇਹ ਜਿਹੜੀਆਂ NGO ਚੱਲਦੀਆਂ ਨੇ ਜਿਹੜੇ ਇਹ ਡਰਾਮੇ ਚੱਲਦੇ ਨੇ ਸਰਕਾਰਾਂ ਨੇ ਤਾਂ ਖਾਧੀ ਕੜੀ ਜੋ ਕੁਝ ਕੀਤਾ ਸਰਕਾਰਾਂ ਦੇ ਵੀ ਨਾਸੀ ਤੂੰ ਆ ਸਕਦਾ ਕਿ ਜੇ ਲੋਕ ਉਹ ਕਰਨ ਪਰ ਗੱਲ ਇਹ ਹੈ ਕਿ ਬੜੇ ਲੋਕ ਪੁਲ ਬਣਾਉਂਦੇ ਨੇ ਸੀਚੇਵਾਲ ਨੇ ਵੀ ਪੁਲ ਬਣਾਏ ਵੇਈ ਬਣਾਈ ਤੇ ਰਾਜ ਸੱਤਾ ਮਿਲ ਗਈ ਤੇ ਸਭ ਖਤਮ। ਇੱਕ ਮੰਤਵ ਦੇ ਵਾਸਤੇ ਇਹ NGO ਇਹ ਦੁਕਾਨਦਾਰੀਆਂ ਚੱਲਦੀਆਂ ਨੇ ਆ ਹੁਣ ਗਰੀਬ ਮਰਿਆ ਮੈਂ ਸਮਝਦਾ ਸਾਡੇ ਸਮੁੱਚੇ ਪੰਜਾਬ ਤੇ ਇਨਸਾਨੀਅਤ ਤੇ ਕਲੰਕ ਹੈ ਕਿ ਇੰਨੇ ਕੁ ਮੀਂਹ ਨਾਲ ਘਰ ਦੀ ਛੱਤ ਡੈਗੀ 2 ਮਾਸੂਮ ਬੱਚੇ ਤੇ ਜੋੜੇ ਦੀ ਮੌਤ ਹੋ ਗਈ ਤੇ ਕਿਹੜੇ ਸਾਡੇ ਐਡੇ ਟਰੈਕਟਰ ਟਰਾਲੀਆਂ ਐਡਾ ਤਾਮਝਾਮ ਸਭ ਜ਼ੀਰੋ ਹੈ ਇਨਸਾਨੀਅਤ ਮੂੰਹ ਚੜਾਉਂਦੀ ਹੋਏਗਾ ਕਿ ਬਹੁਤ ਮਾੜਾ ਹੋਇਆ ਬਈ ਬਹੁਤ ਮਾੜਾ ਹੋਇਆ ਜੀ ਸੁਰਿੰਦਰ। ਛੱਤ ਗਿਰਨੀ ਮਾੜੀ ਆ ਪਰ ਸਿਆਸੀ ਤੌਰ ਤੇ ਛੱਤ ਵਿਰੋਧੀ ਧਿਰਾਂ ਦੀ ਵੀ ਦਿੱਲੀ 'ਚ ਗਿਰ ਗਈ ਆ ਤੇ ਦ੍ਰੋਪਦੀ ਮੁਰਮੂ ਉਸ ਕੀ ਕਹਿੰਦੇ ਸਭ ਤੋਂ ਭਾਰਤ ਦੇ ਵੱਡੇ ਮਹਿਲ 'ਚ ਪਹੁੰਚਣ 'ਚ ਕਾਮਯਾਬ ਹੋ ਗਈ ਹੈ ਤੇ ਜਸਵੰਤ ਸਿੰਘਾਂ ਦੇ ਰੂਪ 'ਚ ਵਿਰੋਧੀ ਧਿਰਾਂ ਦੀ ਵੀ ਛੱਤ ਜਿਹੜੀ ਉਹ ਗਿਰ ਗਈ ਹੈ ਤੇ ਬੜੀ ਬੁਰੀ ਤਰ੍ਹਾਂ ਨਾਲ ਗਿਰੀ ਆ ਜੀ। ਸੋ ਉਧਰ ਬਾਅਦ 'ਚ ਆਉਣੇ ਆ ਪਹਿਲਾਂ ਇਹਨਾਂ ਛੱਤਾਂ ਵੱਲ ਆ ਜਾਈਏ। ਦੇਖੋ ਗੱਲ ਇਹ ਆ ਜਿਹੜਾ ਗਰੀਬਾਂ ਦੇ ਮਕਾਨ ਬਣਾ ਕੇ ਦੇਣ ਦਾ ਸਿਲਸਿਲਾ ਉਹ ਸਰਕਾਰਾਂ ਦਾ ਬਹੁਤਾ ਕਾਗਜ਼ੀ ਪੱਤਰੀ ਰਹਿ ਜਾਂਦਾ ਜਿਹਨੂੰ ਪੋਲੀਟੀਸ਼ੀਅਨ ਤੇ ਬਿਊਰੋਕਰੇਟਸ ਰਲ ਮਿਲ ਕੇ ਛਕ ਛਕਾ ਜਾਂਦੇ ਆ। ਟੈਕਸ ਦਾ ਪੈਸਾ ਹੁੰਦਾ ਉਹਨੂੰ ਨਿਗਲ ਜਾਂਦੇ ਆ ਤੇ ਲੋਕਾਂ ਤੱਕ ਨਹੀਂ ਪਹੁੰਚਦਾ ਤੇ ਗਰੀਬ ਵਿਚਾਰੇ ਦੀ
ਸਾਰ ਉਹਦੇ ਪਿੰਡ ਵਾਲੇ ਵੀ ਨਹੀਂ ਲੈਂਦੇ। ਜੇ ਪਿੰਡਾਂ ਵਾਲੇ ਵੀ ਸਿਆਣੇ ਹੋਣ ਤੇ ਪਿੰਡ ਸਾਰਾ ਰਲ ਕੇ ਤੇ ਉਹ ਗਰੀਬ ਗੁਰਬੇ ਦੀ ਛੱਤ ਜਿਹੜੀ ਆ ਉਹਦਾ ਸਿਰ ਢੱਕ ਦੇਣ ਤੇ ਸ਼ਾਇਦ ਏਦਾਂ ਦੀਆਂ ਘਟਨਾਵਾਂ ਨਾ ਵਾਪਰਨ। ਪਰ ਬਦਕਿਸਮਤੀ ਸੁਰਿੰਦਰ ਵੀਰ, ਸਾਰੇ ਇੰਨੇ ਕ ਬਾਲੇ, ਇੰਨੇ ਕ ਗਾਡਰ, ਇੰਨਾ ਕ ਲੱਕੜ ਤਿੰਬੜ ਹਰ ਵੱਡੇ ਬੰਦੇ ਦੇ ਘਰੇ ਪਿਆ। ਜੇ ਕੋਈ ਗਾਡਰ, ਕੋਈ ਬਾਲਾ, ਕੋਈ ਟੀਨ ਦੇ ਦੇਵੇ, ਜੇ ਨਹੀਂ ਦੇ ਸਕਦਾ 100-200 ਰੁਪਏ ਦੇ ਦੇ, ਇੱਕ ਗਰੀਬ ਦਾ ਵਧੀਆ ਘਰ ਬਣ ਸਕਦਾ ਹੈ। ਪਰ ਆ ਜਿਹੜੀਆਂ NGO ਚੱਲਦੀਆਂ ਨੇ, ਘਰ ਘਰ ਬਣਾ ਕੇ ਦਿੰਦੀਆਂ ਨੇ, ਉਹਦੇ ਚੱਕਰਾਂ 'ਚ ਆਪਣੇ ਮਹਿਲ ਬਣਾ ਜਾਂਦੀਆਂ ਨੇ। ਹੈਗੇ ਕਈ ਪੁਲਿਸ ਵਾਲੇ, ਤੁਸੀਂ ਵੀ ਵੀਡੀਓ ਪਾਉਂਦੇ ਹੁੰਦੇ ਆ, ਬੜਾ ਇਹਨਾਂ ਨੇ ਵੀ ਪੈਸਾ ਇਕੱਠਾ ਕੀਤਾ NRI ਦੇ ਨਾਂ ਤੇ, ਆਪਣੇ ਮਹਿਲ ਤੇ ਆਪਣੀਆਂ ਲਗਜ਼ਰੀ ਫਾਰਚੂਨਰ ਗੱਡੀਆਂ ਖਰੀਦ ਗਏ ਨੇ ਇਸੇ ਕਾਰ ਸੇਵਾ ਦੇ ਵਿੱਚ, ਇਸੇ ਸੇਵਾ ਦੇ ਰੂਪ ਦੇ ਵਿੱਚ। ਪਰ ਇਹ ਭਾਵੇਂ ਰਵੀ ਸਿੰਘ ਹੋਵੇ ਚਾਹੇ, ਇਹ ਸਵਾਲ ਉੱਠਦੇ ਨੇ। ਉਹ NGO ਜਿਹੜੀਆਂ ਨੇ ਉਹ ਬਲੈਕਮੇਲਿੰਗ ਦਾ ਇੱਕ ਵੱਡਾ ਸਾਧਨ ਨੇ, ਬਲੈਕ ਮਨੀ ਨੂੰ ਵਾਈਟ ਕਰਨ ਦਾ ਇੱਕ ਜੁਗਾੜਬਾਜ਼ੀਆਂ ਨੇ, ਪੋਲੀਟੀਕਲ ਤੰਤਰ ਦੀਆਂ ਇੱਕ ਜੁਗਾੜਬਾਜ਼ੀਆਂ ਨੇ। ਇਸ ਸਿਲਸਿਲੇ ਵਿੱਚ ਜੇ ਲੋਕ ਕੋਸ਼ਿਸ਼ ਕਰਨ, ਪਰ ਉਸ ਪਾਸੇ ਨੂੰ ਆਉਂਦਾ ਕੋਈ ਨਹੀਂ। ਕਿਸੇ ਗਰੀਬ ਦੇ ਘਰ ਮੂਹਰੇ ਚਿੱਕੜਾ ਤੇ ਕੋਈ ਜੱਟ ਲੈ ਲਾਹਨਤ ਆ ਜੇ ਕੋਈ ਟਰਾਲੀ ਪਾ ਦੇ, 1-2% ਹੋਣਗੇ ਜਿਹੜੇ ਬੀਬੀ ਕਿ ਚਲੋ ਭਾਈ ਆ ਗਰੀਬ ਦੇ ਵੀ ਟਰਾਲੀ ਸਿੱਟ ਦੀਏ। ਜੇ ਕੋਈ ਸਿੱਟਣ ਵੀ ਜਾਊਗਾ ਨਾ ਕਿਸੇ ਗਰੀਬ ਦੇ, ਲੋਕੀ ਸ਼ੱਕ ਕਰਨਗੇ, ਯਾਰ ਇਹ ਇਹਦੇ ਕਿਉਂ ਜਾਂਦਾ, ਇਹਦੇ ਚੁੱਲ੍ਹੇ ਤੱਕ ਜਾਂਦਾ, ਗੱਲਾਂ ਬਣ ਜਾਣਗੀਆਂ। ਜੀ ਸੁਰਿੰਦਰ, ਗੱਲ ਇਹ ਆ 1984 ਮੈਨੂੰ ਉਹ ਯਾਦ ਆ ਜਦੋਂ ਨਵੰਬਰ 84 ਵਾਪਰਿਆ ਤੇ ਦਿੱਲੀ ਤੋਂ ਗੁਰਬਤ ਮਾਰੇ ਲੋਕ ਪੰਜਾਬ ਵੱਲ ਨੂੰ ਭੱਜੇ। ਜਦੋਂ ਮਾੜੀ ਜੀ ਸ਼ਾਂਤੀ ਹੋਈ ਤਾਂ ਫਿਰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ ਇਹਨਾਂ ਦੀ ਮਦਦ ਕਰੀਏ। ਲੋਕਾਂ ਨੇ ਆਪਣੇ ਆਪ ਤੋਂ ਮਦਦ ਜਿਹੜੀ ਕੀਤੀ ਤੇ ਫਿਰ ਪੰਜ ਸਿੰਘ ਸਭਾਨ ਨੇ ਫੈਸਲਾ ਲਿਆ ਕਿ ਇਹਨਾਂ ਦਾ ਮੁੜ ਵਸੇਬਾ ਕਰੀਏ। ਤੇ ਮੁੜ ਵਸੇਬੇ 'ਚ ਮੇਰਾ ਝਗੜਾ ਹੋ ਗਿਆ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨਾਲ। ਇਸ ਕਰਕੇ ਹੋਇਆ, ਕਹਿੰਦੇ ਜੀ ਅਸੀਂ ਇਹਨਾਂ ਨੂੰ ਸਿਲਾਈ ਮਸ਼ੀਨ ਦੇਤੀ। ਮੈਂ ਸਿਲਾਈ ਮਸ਼ੀਨ ਰੋਟੀਆਂ ਦਊਗੀ ਇਹਨਾਂ ਨੂੰ? ਇਹਨਾਂ ਨੂੰ ਇੱਥੇ ਕੌਣ ਜਾਣਦਾ, ਕਿਹੜਾ ਇਹਨਾਂ ਕੋਲ ਸਿਲਾਈ ਕਰਾਉਣ ਜਾਊਗਾ? ਉਹ ਗੱਲ ਅੱਜ ਦੇ ਢਿੱਡ ਭਰਨ ਦੀ ਕਰੋ, ਕੱਲ ਤੇ ਪਰਸੋਂ ਵਾਲੇ ਦੇ ਲਈ ਸਿਲਾਈ ਮਸ਼ੀਨ ਦੇ ਦਿਆਂਗੇ। ਸਿਲਾਈ ਮਸ਼ੀਨ ਮਸਲੇ ਦਾ ਹੱਲ ਨਹੀਂ ਗੀ। ਗੱਲ ਇਹ ਹੈ ਕਿ ਸਾਰਾ ਕੁਝ ਗਵਾ ਕੇ ਸਾਰਾ ਕੁਝ ਰੋਲ ਕੇ ਆਏ ਆ। ਜਦੋਂ ਸਰਕਾਰਾਂ ਬਣ ਗਈਆਂ ਕੀ ਰਿਲੀਫ ਮਿਲਦੀ ਕੀ ਨਹੀਂ, ਉਹ ਬਾਅਦ ਦੀਆਂ ਗੱਲਾਂ। ਗੱਲ ਇਹ ਹੈ ਕਿ ਇਹ ਕੌਮ ਦੇ ਪਿੱਛੇ ਉਜੜੇ ਆ ਤੇ ਜਿਹੜੇ ਕੌਮ ਦੇ ਪਿੱਛੇ ਉਜੜੇ ਆ ਉਹਨਾਂ ਨੂੰ ਸਾਂਭਣਾ ਕੌਮ ਦੇ ਆਗੂਆਂ ਦਾ ਫਰਜ਼ ਹੁੰਦਾ। ਤੇ ਤੁਸੀਂ ਕਹਿ ਦਿਓ ਇੱਕ ਸਿਲਾਈ ਮਸ਼ੀਨ ਦੇ ਦਿੱਤੀ ਹੈ, ਇੱਕ ਸਿਲਾਈ ਮਸ਼ੀਨ ਦਾ ਘਰ ਦਾ ਗੁਜ਼ਾਰਾ ਚੱਲ ਜੂਗਾ। ਉਹ ਸੈਕੰਡਰੀ ਹੁੰਦੇ ਨੇ। ਹੁਣ ਗੱਲ ਤੇ ਆ ਜਿਹਦਾ ਘਰ ਦੀ ਛੱਤ ਢਹਿ ਗਈ, ਉਹ ਛੱਤ ਪਾਉਣੀ ਕਿਹਦੀ ਆ? ਉਹ ਸਮਾਜ ਦੀ ਜ਼ਿੰਮੇਵਾਰੀ ਆ, ਸਰਕਾਰਾਂ ਤੋਂ ਪਹਿਲਾਂ। ਤੁਸੀਂ ਸਰਕਾਰਾਂ ਦੀ ਸੁਣੋ ਨਾ, ਰਲ ਕੇ ਘਰ ਦੀ ਛੱਤ ਪਾਉਣ ਦਾ ਇੰਤਜ਼ਾਮ ਕਰ ਦੋ। ਬੰਦਾ ਸਾਰੀ ਉਮਰ ਤੇ ਐਡਾ ਆਸਾਨ ਨਹੀਂ ਭੁੱਲਦਾ। ਦੂਜੀ ਗੱਲ, ਸਾਡੀ ਪਰੰਪਰਾ ਕੀ ਆ? ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਫੇਰ ਭਾਵੇਂ ਸਾਡੇ ਕਿੰਨੇ ਵੈਰ ਵਿਰੋਧ ਹੋਣ, ਅਸੀਂ ਉਹਦੇ ਘਰ 'ਚ ਜਾ ਕੇ ਭਾਵੇਂ ਐਡੀ ਹੋਵੇ, ਭਾਵੇਂ ਸ਼ਰਾਬੀ ਹੋਵੇ, ਭਾਵੇਂ ਨਿੱਤ ਦਾ ਠੇਕੇ ਦੇ ਮੂਹਰੇ ਲਿਟਣ ਵਾਲਾ ਹੋਵੇ, ਅਸੀਂ ਕਹਿੰਦੇ ਬਹੁਤ ਹੀ ਵਧੀਆ ਹੁੰਦਾ ਸੀ, ਬੜਾ ਹੀ ਮਾੜਾ ਹੋਇਆ। ਬਸ ਆਹ ਦੋ ਸ਼ਬਦ ਸਾਡੇ ਮੂੰਹ 'ਚ ਚੜੇ ਹੋਏ, ਉਹ ਅਸੀਂ ਜਾ ਕੇ ਗੁਣਗੁਣਾ ਆਉਨੇ ਆ। ਫਿਰ ਅਸੀਂ ਕਹਿੰਦੇ ਹੁੰਦੇ ਆ ਕਿ ਇਹਦੇ ਜਿਹੜੇ ਕੀਤੇ ਹੋਏ ਕੁਕਰਮ ਆ ਉਹਨਾਂ ਤੇ ਪਰਦਾ ਪੈ ਗਿਆ। ਤੇ ਜੇ ਉਹ ਕੁਕਰਮ ਸੀ ਤੇ ਫਿਰ ਪਰਦਾ ਪਾਉਣ ਕਿਉਂ ਗਏ? ਇਸ ਕਰਕੇ ਗਏ ਆ ਕਿ ਕੱਲ ਨੂੰ ਹੋਰ ਵੀ ਕੋਈ ਉਸ ਰਾਹ ਤੁਰੇ। ਗੱਲ ਇਹ ਆ, ਸਾਂਭਣਾ ਕਿਹਦਾ? ਜ਼ਿੰਮੇਵਾਰੀ ਸਮਾਜ ਦੀ ਆ। ਸਰਕਾਰਾਂ ਨੂੰ ਦਫੇ ਕਰੋ, ਸਰਕਾਰਾਂ ਆਉਣ ਨਾ ਜਾਣ, ਉਹ ਲਾਹਨਤੀ ਨੇ, ਲਾਹਨਤੀਆਂ ਨੇ ਲਾਹਨਤੀ ਰਹਿਣਾ ਸਾਰੀ ਉਮਰ। ਜਿਹੜਾ ਮਰਜ਼ੀ ਲੈ ਆਓ, ਜਿਹੜਾ ਮਰਜ਼ੀ ਕੱਢ ਲਓ, ਜਿਹੜਾ ਮਰਜ਼ੀ ਪਾ ਲਓ। ਗੱਲ ਆ ਸਮਾਜ ਕਿੱਥੇ ਆ? ਸਦਾ ਕਿਸੇ ਦਾ ਤਾਜ ਨਹੀਂ ਸਿਰ ਤੇ ਰਹਿਣਾ ਤੇ ਸਦਾ ਕਿਸੇ ਨੇ ਕਰੋੜਪਤੀ ਤੇ ਅਰਬਪਤੀ ਨਹੀਂ ਰਹਿਣਾ। ਇੱਥੇ ਵੱਡੇ ਵੱਡੇ ਲੋਕਾਂ ਨੇ ਜਿਹੜੇ ਦਿਹਾੜੀਦਾਰ ਹੁੰਦੇ ਸੀ ਉਹ ਅਰਬਪਤੀ ਬਣੇ ਦੇਖਿਆ, ਤੇ ਜਿਹੜੇ ਅਰਬਪਤੀ ਸੀ ਉਹ ਦਿਹਾੜੀਆਂ ਕਰਦੇ ਵੀ ਲੋਕਾਂ ਨੇ ਦੇਖੀ ਆ। ਇੱਕ ਆਮ ਜੀ ਕਹਾਵਤ ਆ ਕਿ 3 ਪੀੜ੍ਹੀਆਂ ਜਿਹੜੀਆਂ ਉਹ ਕਮਾਉਂਦੀਆਂ ਨੇ ਤੇ ਚੌਥੀ ਪੀੜ੍ਹੀ ਅਜਿਹੀ ਨਲਾਇਕ ਪੈਦਾ ਹੁੰਦੀ ਆ, 3 ਪੀੜ੍ਹੀਆਂ ਦਾ ਕਮਾਇਆ ਸਾਰਾ ਕੁਝ ਜਿਹੜਾ ਖੂਹ ਖਾਤੇ ਪਾ ਕੇ ਸੜਕ ਤੇ ਆ ਕੇ ਬਹਿ ਜਾਂਦੀ। ਇਹ ਅੱਖਾਂ ਦੇ ਸਾਹਮਣੇ ਆਪਾਂ ਦੇਖਿਆ ਹੋਇਆ, ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਆਸ-ਪਾਸ 'ਚ ਆਪਾਂ ਦੇਖੀਆਂ ਹੋਈਆਂ ਨੇ। ਸੋ ਇਸ ਕਰਕੇ ਆ ਹੰਕਾਰ ਨੂੰ ਛੱਡ ਕੇ ਘੱਟੋ ਘੱਟ ਇਹ ਆ
ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਵਾਪਰਨ ਤੋਂ ਪਹਿਲਾਂ ਰੋਕਣੀਆਂ ਚਾਹੀਦੀਆਂ। ਜਦੋਂ ਤੁਸੀਂ ਸਮਾਜ 'ਚ ਵਿਚਰਦੇ ਤੁਹਾਨੂੰ ਸੱਜੇ ਖੱਬੇ ਪਤਾ ਹੋਣਾ ਚਾਹੀਦਾ ਕਿ ਕਿੱਥੇ ਕੀ ਕੁਝ ਵਾਪਰਿਆ ਤੇ ਕਿਹੜੇ ਤਰੀਕੇ ਨਾਲ ਵਾਪਰਿਆ, ਉਹਨੂੰ ਵਾਪਰਦੇ ਨੂੰ ਰੋਕਣਾ ਕਿੱਦਾਂ। ਚੰਗਾ ਹੋਵੇ ਉਸ ਵੇਲੇ ਸਮਾਜ ਰੋਕ ਲਵੇ। ਇਹ ਜਿਹੜੀਆਂ ਬਾਅਦ ਦੇ ਵਿੱਚ ਜਾ ਕੇ ਸੱਥ 'ਚ ਬੈਠ ਕੇ 70 ਵਿਸ਼ੇ ਹੋਏ 'ਚ ਬੈਠ ਕੇ ਜਾ ਕੇ ਜਿਹੜਾ ਫੇਰ ਕਹਿਣਾ ਕਿ ਬਹੁਤ ਮਾੜਾ ਹੋਇਆ, ਉਹ ਕਹਿਣ ਦੀ ਜ਼ਰੂਰਤ ਨਾ ਪਵੇ। ਦੇਖੋ ਥੋੜਾ ਜਿਹਾ ਮੀਂਹ ਪਿਆ, ਸੌਣ ਮਹੀਨੇ ਦੀ ਸ਼ੁਰੂਆਤ ਹੈ। 5 ਮੌਤਾਂ ਪਹਿਲਾਂ ਹੋਈਆਂ ਸੀ, ਮੇਰੇ ਖਿਆਲ 4 ਅੱਜ, ਦਰਜਨ ਭਰ ਦੇ ਕਰੀਬ ਇਹ ਮੌਤਾਂ ਹੋ ਗਈਆਂ ਨੇ। ਤੇ ਇਸ ਦੌਰਾਨ ਹੁਣ ਉਹ ਰਾਹਤ ਦੇਣਗੇ ਤੇ ਕਿੰਨੀ ਬਦਤਰ ਜ਼ਿੰਦਗੀ ਹੋਏਗੀ ਉਸ ਬੱਚੇ ਵਿਸ਼ਾਲ ਦੀ, ਜਿਹਦੇ ਛੋਟੇ ਭੈਣ ਭਰਾ ਮਾਂ ਪਿਓ ਇਸ ਦੁਨੀਆ ਤੋਂ ਚਲੇ ਗਏ। ਸਿਰ ਢੱਕਣ ਵਾਸਤੇ ਜਿਹੜੀ ਛੱਤ ਸੀ ਉਹੀ ਸਿਰਫ ਇਹ ਗਈ ਹੈ। ਤੇ ਗਰੀਬ ਲੋਕ ਪਤਾ ਨਹੀਂ ਕਿੰਨੇ ਇਦਾਂ ਦਾ ਜੁਗਾੜ ਕਰਦੇ ਨੇ ਕਿ ਛੱਤ ਹੋ ਜੇ। ਤੇ ਦੂਸਰਾ ਇਹਦਾ ਜਿਹੜਾ ਲੌਜਿਕ ਹੈ ਨਾ, ਦੇਖੋ ਮੁਲਕਾਂ ਦੀ ਮੌਸਮ ਦੇ ਮੁਤਾਬਕ ਸਾਨੂੰ ਜਿਉਣ ਦਾ ਚੱਜ ਨਹੀਂ ਆਉਂਦਾ। ਲੋਕੀ ਇੱਟ ਬਾਲਿਆਂ ਦੀਆਂ ਜਿਹੜੇ ਘਰ ਅਮੂਮਨ ਡਿੱਗਦੇ ਨੇ ਜਾਂ ਤਾਂ ਪੁਰਾਣੇ ਲੈਂਟਰ ਨੇ ਜਾਂ ਬਹੁਤੀਆਂ ਡਾਟਾਂ ਤੇ ਖਾਸ ਕਰਕੇ ਗਾਡਰ ਬਾਲੇ ਹੁੰਦੇ ਨੇ, ਉਹਦੇ ਉੱਤੇ ਇੱਟਾਂ ਦੇ ਉੱਤੇ ਸਰਕੰਡਾ ਪਾਇਆ ਹੋਊ, ਸਰਕੰਡੇ ਤੇ ਮਿੱਟੀ ਪਾਈ ਹੋਊ, ਬਹੁਤ ਭਾਰੀ ਹੋ ਜਾਂਦੀਆਂ ਨੇ ਛੱਤਾਂ। ਜਦੋਂ ਸਲਾਬ ਆਉਂਦੀ ਹੈ ਉਹ ਭਾਰੀ ਹੋ ਕੇ ਡਿੱਗਦੀਆਂ ਨੇ। ਅੱਗੇ ਖਾੜੇ ਲੱਗੇ ਹੁੰਦੇ ਸੀ, ਬੜੇ ਮਕਾਨ ਡਿੱਗ ਜਾਂਦੇ ਸੀ। ਪਰ ਜੇ ਇਹ ਲੱਕੜ ਤਿੰਬੜ ਸਾਰਾ ਵੇਚ ਕੇ, ਜੇ ਚ ਬਾਲੇ ਗਾਡਰ ਇੱਟਾਂ ਵੇਚ ਕੇ ਜੇ ਲੋਹੇ ਦੀਆਂ ਚਾਦਰਾਂ ਪਾ ਦਿਓ ਜਾਂ ਪਲਾਸਟਿਕ ਦੀਆਂ ਚਾਦਰਾਂ ਪਾ ਦਿਓ, ਜਾਨਲੇਵਾ ਸਾਬਤ ਨਹੀਂ ਹੁੰਦੀਆਂ। ਸਿਰਫ ਇੰਨਾ ਹੀ ਹੈ ਕਿ ਗਰਮੀ 'ਚ ਗਰਮੈਸ਼ ਤਪਸ਼ ਥੋੜੀ ਜ਼ਿਆਦਾ ਦਿੰਦੀਆਂ ਨੇ। ਉਹਦਾ ਹੱਲ ਇਹ ਹੈ ਕਿ ਕੁਛ ਨਾ ਕਰੋ। ਇੱਥੇ ਅਸੀਂ ਜਦੋਂ ਸ਼ੁਰੂ 'ਚ ਪਟਿਆਲੇ ਆਏ, ਕਿਉਂਕਿ ਫਿਤਰਤ ਹੈ ਕਿ ਪਿੰਡਾਂ 'ਚੋਂ ਜਿਹੜਾ ਵੀ ਬੰਦਾ ਆਉਂਦਾ ਨਾ ਸੁਰਿੰਦਰ ਵੀਰ, ਅੱਗੇ ਕਲਚਰ ਸੀ ਹੁਣ ਤਾਂ ਬਦਲ ਗਿਆ ਕਿ ਉਹ ਮੱਝ ਜਾਂ ਗਾਂ ਦੁੱਧ ਵਾਲੀ ਜ਼ਰੂਰ ਲਿਆਉਂਦਾ ਸੀ, ਕਿਉਂਕਿ ਘਰੇ ਰੱਖੀ ਹੁੰਦੀ ਸੀ। ਤੇ ਸਾਡੇ ਕੋਲ ਰਿਸ਼ਤੇਦਾਰ ਹੈ ਮਨਜੀਤ ਸੋਹੀ, ਮਾਸੀ ਦਾ ਪੁੱਤ ਚੰਡੀਗੜ੍ਹ ਰਹਿੰਦਾ, ਖੋਜੀ ਬਹੁਤ ਆ। ਉਹ ਕਿਤੇ ਘਰ ਲੱਭਦੇ ਆਏ, ਉਹ ਤੇ ਸਤਵੰਤ ਪੰਪ ਤੋਂ ਆਏ ਸੀ ਕੁਲਾਰਾਂ ਤੋਂ। ਕਹਿੰਦੇ ਬਈ ਘਰ ਲੱਭ ਗਿਆ, ਸਿੱਧੇ ਆ ਵੱਜੇ। ਅਸੀਂ ਕਿਹਾ ਤੁਹਾਨੂੰ ਕਿਵੇਂ ਪਛਾਣ ਆ ਗਈ? ਕਹਿੰਦੇ ਮੈਂ ਦੇਖਿਆ ਵੀ ਆਹ ਨਵੀਂ ਖੁਰਲੀ ਬਣਾਈ ਹੈ ਤੇ ਨਵਾਂ ਛੱਪਰ ਪਾਇਆ ਘਰ ਦੇ ਬਾਹਰ, ਤੇ ਬਈ ਆਹੀ ਨੇ ਸਾਡੇ ਮਾਸੀ ਮਾਸੜ ਦਾ ਘਰ। ਇੱਕ ਜੱਜਮੈਂਟ ਹੁੰਦੀ ਹੈ ਉਹ। ਅਸੀਂ ਮੈਨੂੰ ਯਾਦ ਆ ਟਾਟਾ ਮੋਬਾਈਲ ਗੱਡੀ ਸੀ ਸਾਡੇ, ਉਹਦੇ ਕੋਲ ਜਿਹੜਾ ਨਾ ਨਹਿਰ ਦੇ ਪੁਲ ਤੋਂ ਸਰਕੰਡਾ ਵੱਢ ਕੇ ਲਿਆਏ। ਸੀਰਾ ਡਰਾਈਵਰ ਸੀ ਸਾਡਾ, ਅਸੀਂ ਦੋਨੋਂ ਨਾ ਉਹਦੇ ਸਰਕੰਡੇ ਦੀ ਗੱਡੀ ਭਰ ਕੇ ਲਿਆਏ, ਕਿਉਂਕਿ ਉਹ ਛੱਪਰ ਵਧੀਆ ਬਣ ਜਾਂਦਾ ਉਹਦਾ ਸਰਕੰਡੇ ਦਾ। ਹੁਣ ਜੇ ਤੁਹਾਡੀ ਛੱਤ ਤਪਦੀ ਹੈ, ਚਾਦਰਾਂ ਦੀ ਛੱਤ ਹੈ, ਉੱਤੇ ਸਰਕੰਡਾ ਪਾ ਦਿਓ, ਏਸੀ ਵਰਗਾ ਉਹ ਬਣ ਜਾਂਦਾ ਹੈ। ਪਰ ਅਸੀਂ ਉਹ ਚਾਦਰਾਂ ਦੀ ਛੱਤ ਜਾਂ ਉਹ ਚੀਜ਼ਾਂ ਨਹੀਂ ਪਾਉਂਦੇ। ਉਹਦੇ 'ਚ ਅਸੀਂ ਗਰੀਬੀ ਸਮਝਦੇ ਹਾਂ। ਪੱਕੀ ਛੱਤ ਹੋਵੇ ਜੀ, ਗਾਡਰਾਂ ਦੀ, ਬਾਲਿਆਂ ਦੀ, ਲੈਂਟਰ ਦੀ। ਇੱਥੇ ਇੱਕ ਸਾਡੇ ਭਾਵਲਪੁਰੀ ਨੇ MC ਬਣੇ ਸੀ, ਉਹ ਗੇਰਾ ਵਾਲਿਆਂ ਦੇ ਕਜ਼ਨ, ਉਹਨੇ ਨਾ ਘਰ ਬਣਾਇਆ ਸੁਰਿੰਦਰ ਵੀਰ। ਘਰ ਉਹਦਾ ਸੀ ਕਮਰਸ਼ੀਅਲ, ਹਾਲਾਂਕਿ ਕੱਪੜੇ ਦਾ ਉਹਦਾ ਸ਼ੋਰੂਮ ਹੈ। ਉਹ ਗੇਰਾ ਹਾਰਡਵੇਅਰ ਵਾਲੇ ਕਹਿੰਦੇ ਦੇਖੋ ਜੀ ਸਾਡੇ ਬ੍ਰਦਰ ਨੇ ਘਰ ਬਣਾਇਆ। ਵਾਈਫ ਉਹਦੀ MC ਵੀ ਸੀ, ਪਤਾ ਨਹੀਂ ਕੀ ਨਾਂ ਗੇਰਾ ਸੀ ਉਹਦਾ। ਉਹਨੇ ਨਾ ਘਰ ਬਣਾਇਆ, ਚਣਾਈ ਕੀਤੀ ਸਿੰਪਲ 5 ਇੰਚੀ, ਅੰਦਰ ਪੇਂਟ ਕਰ ਲਿਆ, ਉੱਪਰ ਨਾ ਸਾਰਾ ਉਹਨੇ ਚਾਦਰਾਂ ਪਾਈਆਂ, ਥੱਲੇ ਪਲਾਈ ਲਾਤੀ। ਥੱਲੇ ਪਲਾਈ ਸਾਫ਼ ਸੋਹਣੀ ਲੱਗਦੀ ਹੈ, ਉੱਤਰ ਲੋਹੇ ਦੀਆਂ ਚਾਦਰਾਂ। ਕਹਿੰਦੇ ਜੀ ਦੇਖੋ ਜੀ ਚਾਦਰਾਂ ਵਾਲੇ ਘਰ 'ਚ ਰਹਿੰਦਾ ਸਾਡਾ ਭਰਾ। ਮੈਂ ਕਿਹਾ ਵੀ ਉਹ ਗਰੀਬੀ ਨਹੀਂ, ਉਹਦੀ ਸਿਆਣਪ ਹੈ। ਉਹਨੂੰ ਪਤਾ ਕਿ ਕਮਰਸ਼ੀਅਲ ਪ੍ਰਾਪਰਟੀ ਹੈ, ਬਾਜ਼ਾਰ ਦੇ ਵਿੱਚ ਹੈ, ਦੁਕਾਨਾਂ ਬਣ ਸਕਦੀਆਂ ਨੇ। ਕੱਲ੍ਹ ਨੂੰ ਅੱਜ ਲੈਂਟਰ ਲਾਓਗੇ, ਕੱਲ੍ਹ ਨੂੰ ਲੱਖਾਂ ਰੁਪਏ ਲਾ ਕੇ ਲੈਂਟਰ ਤੜਾਓਗੇ, ਫਾਇਦਾ ਕੀ ਉਹਦਾ? ਉਹਦੀ ਬਜਾਏ ਜੇ ਇਦਾਂ ਦੀਆਂ ਲਾਈਟ ਵੇਟ ਛੱਤਾਂ, ਹੁਣ ਅਸਾਮ ਬੰਗਾਲ ਹੈ ਜਿੱਥੇ ਮੀਂਹ ਜ਼ਿਆਦਾ ਪੈਂਦੇ ਨੇ, ਉਹ ਲੈਂਟਰ ਵਾਲੀ ਛੱਤ ਪਾਉਂਦੇ ਹੀ ਨਹੀਂ, ਸਿਰਫ ਲੋਹੇ ਦੀਆਂ ਜਾਂ ਪਲਾਸਟਿਕ ਦੀਆਂ ਟੀਨਾਂ ਪਾਉਂਦੇ ਨੇ। ਪਰ ਸਾਡੇ ਪੰਜਾਬ 'ਚ ਇਹ ਟ੍ਰੈਂਡ ਨਹੀਂ। ਸਾਡੇ ਜੇ ਕੋਈ ਘਰ ਵੀ ਪਾਊਗਾ, ਜਿਹੜੇ NGO ਜਾਂ ਲੋਕ ਪਾਉਂਦੇ ਨੇ, ਅਗਲਾ ਕਹਿੰਦਾ ਲੈਂਟਰ ਪਾ ਦਿਓ। ਮਤਲਬ ਚੰਗੇ ਤੋਂ ਚੰਗੇ ਲੈਂਟਰ ਆ ਸਾਡੇ, ਇੰਨਾ ਲੋਹਾ ਸਮਾਨ ਪਾਇਆ ਹੋਇਆ। ਤਾਂ ਪਿਛਲੇ ਕਵਰੇ ਮੀਂਹ ਪਿਆ ਬਾਈ ਜੀ, ਸਾਡੇ 1-2 ਰੂਮ 'ਚ ਆਉਣ ਲੱਗ ਪਏ। ਜਾਣੀ ਸਮੇਂ ਦੇ ਹਿਸਾਬ ਨਾਲ ਅਸੀਂ ਕਿਹੜੇ ਹਾਲਾਤਾਂ 'ਚ ਰਹਿੰਦੇ ਹਾਂ, ਉਹ ਨਾ ਤਾਂ ਸਾਨੂੰ ਕੋਈ ਸਾਇੰਸ ਸਿਖਾਉਂਦੀ ਹੈ, ਨਾ ਸਰਕਾਰ ਸਿਖਾਉਂਦੀ ਹੈ ਕਿ ਟੀਨਾਂ ਦੇ ਘਰ ਪੈਣ, ਉਹ ਗਰਮੀ ਸਰਦੀ ਬੈਸਟ ਨੇ, ਵਧੀਆ ਐਂਗਲ ਪੈਣ, ਤੇ ਉਹ ਕਿਧਰੇ ਨਹੀਂ ਜਾਂਦੇ। ਉਹ ਸਸਤੇ ਵੀ ਨੇ ਤੇ 50-60 ਸਾਲ ਟੀਨਾਂ ਦੀ ਮਿਆਦ ਹੈ, ਲੈਂਟਰ ਨਾਲੋਂ ਜ਼ਿਆਦਾ ਮਿਆਦ ਹੈ ਟੀਨਾਂ ਦੀ, ਜੇ ਉਹ ਚਾਦਰਾਂ ਲੋਹੇ ਦੀਆਂ ਪਾਈਆਂ ਜਾਣ। ਪਰ ਅਸੀਂ ਉਹ ਤਕਨੀਕ ਨਹੀਂ ਅਪਣਾਉਣੀ। ਜੀ ਸੁਰਿੰਦਰ, ਗੱਲ ਇਹ ਹੈ ਕਿ ਤਕਨੀਕ ਅਪਣਾਊਗਾ ਕੌਣ? ਪਹਿਲਾਂ
ਜਿਹੜੇ ਤੁਸੀਂ ਆਪਣੇ ਕੀ ਸੀਗੇ, ਉਦੋਂ ਉਹਨੂੰ ਸ਼ਤੀਰ ਕਹਿ ਦਿੰਦੇ ਸੀ। ਉਹਦੇ ਤੇ ਬਾਲੇ ਪੈਂਦੇ ਸੀ, ਬਾਲਿਆਂ ਦੇ ਉੱਤੇ ਕਾਨੇ ਹੁੰਦੇ ਸੀ, ਕਾਨੇ ਦੇ ਉੱਪਰ ਮਿੱਟੀ ਹੁੰਦੀ ਸੀ। ਉਦੋਂ ਕੋਈ ਤਰਪੈਲ ਨਹੀਂ ਸੀ ਪੈਂਦੀ। ਲੇਕਿਨ ਉਹਨਾਂ ਮਕਾਨਾਂ ਨੂੰ ਕੀ ਹੁੰਦਾ ਸੀ, 1 ਸਾਲ ਬਾਅਦ ਤੂੜੀ ਤੇ ਮਿੱਟੀ ਨੂੰ ਮਿਕਸ ਕਰਕੇ ਉਹਦੀ ਕਹਾਣੀ ਬਣਾ ਕੇ ਉਹਦੇ ਨਾਲ ਲਿਪ ਦਿੱਤੇ ਜਾਂਦੇ ਸੀ। ਪਾਣੀ ਅੰਦਰ ਨਹੀਂ ਸੀ ਜਾਂਦਾ, ਪਾਣੀ ਉਹਦੇ ਤੋਂ ਰਿੜ ਕੇ ਨਿਕਲ ਜਾਂਦਾ ਸੀ, ਬਨੇਰੇ ਦੇ ਵਿੱਚ ਦੀ, ਪਰਨਾਲੇ ਵਿੱਚ ਦੀ ਨਿਕਲ ਜਾਂਦਾ ਸੀ। ਹੁਣ ਜੇ ਤੁਸੀਂ ਬਾਲੇ ਅੱਜ ਵੀ ਰੱਖੇ ਆ ਤੇ ਉਹਨੂੰ ਲਿਪਣ ਦੀ ਪਰੰਪਰਾ ਖਤਮ ਹੋ ਗਈ। ਹਰ ਘਰ 'ਚ ਇੱਕ ਹੁੰਦਾ ਸੀ, ਜਦੋਂ ਕਣਕ ਵੱਢੀ ਜਾਣੀ ਕਹਿਣਾ ਸਭ ਤੋਂ ਪਹਿਲਾਂ ਮਿੱਟੀ ਲਿਆ ਕੇ ਸੁੱਟ ਲਓ ਤੇ ਜਿਹੜੀ ਤੂੜੀ ਖਰਾਬ ਹੋਈ ਆ ਉਹ ਇਹਦੇ 'ਚ ਮਿਕਸ ਕਰ ਲਓ, ਕਿਉਂਕਿ ਕਿਤੇ ਨਾ ਕਿਤੇ ਕੁੱਪ ਦੇ ਵਿੱਚ ਜਾਂ ਕਿਸੇ ਮਕਾਨ ਦੇ ਵਿੱਚ ਕਿਤੇ ਚੋ ਜਾਣਾ ਤੇ ਤੂੜੀ ਜਿਹੜੀ ਪਈ ਸੀ ਉਹ ਗਲ ਜਾਂਦੀ ਸੀ। ਉਹ ਡੰਗਰਾਂ ਦੇ ਖਾਣ ਲਈ ਨਹੀਂ ਰਹਿੰਦੇ, ਕਹਿੰਦੇ ਉਹ ਇਹਦੇ 'ਚ ਮਿਕਸ ਕਰ ਦਿਓ, ਇਹਦੀ ਕਹਾਣੀ ਬਣਾ ਦਿਓ ਤੇ 2-3 ਦਿਨ ਦੇ ਵਿੱਚ ਚੰਗੀ ਤਰ੍ਹਾਂ ਗਲ ਜੇਗੀ ਤੇ ਫਿਰ ਜਿੰਨੇ ਮਕਾਨ ਨੇ ਉਹਨਾਂ ਨੂੰ ਉੱਪਰੋਂ ਲਿਪ ਦਿੱਤਾ ਜਾਵੇ। ਉਹ ਲਿਪ ਦਿੱਤੇ ਜਾਂਦੇ, 1 ਸਾਲ ਬੜਾ ਸੌਖਾ ਕੱਢ ਜਾਂਦੇ ਸੀ। ਹੁਣ ਕੀ ਹੋ ਗਿਆ, ਹੁਣ ਜੇ ਲੈਂਟਰ ਵੀ ਪੈਂਦਾ ਹੈ, ਲੈਂਟਰ ਤੋਂ ਬਾਅਦ ਲੁੱਕ ਵੀ ਪਾ ਦਿੰਦੇ ਆ, ਲੁੱਕ ਦੇ ਉੱਤੇ ਮਿੱਟੀ ਸਿੱਧੀ ਪਾ ਦਿੰਦੇ ਆ, ਉਹ ਤੇ ਤਰਪੈਲ ਵੀ ਪਾ ਲੈਂਦੇ ਆ, ਲੁੱਕ ਪਾ ਕੇ ਤਰਪੈਲ ਪਾ ਕੇ ਮਿੱਟੀ ਪਾ ਕੇ ਫਿਰ ਉਹਦੇ ਉੱਤੇ ਟਾਇਲ ਲਾਉਂਦੇ ਨੇ। ਜਦੋਂ ਕਿ ਚਾਹੀਦਾ ਇਹ ਆ, ਜਿਹੜੀ ਮਿੱਟੀ ਪਾਈ ਹੈ, ਜੇ ਮਿੱਟੀ ਵੀ ਪਾਉਣੀ ਉਹਨੂੰ ਤੂੜੀ ਮਿਕਸ ਕਰਕੇ ਬਕਾਇਦਾ ਕਹਾਣੀ ਬਣਾ ਕੇ ਉਹਦੀ ਉਹ ਪਾਉਣ, ਉਹ ਉਹਨੂੰ ਕਵਰ ਕਰ ਲੈ ਤੇ ਨੀਚੇ ਨਹੀਂ ਜਾਏਗਾ ਕੁਛ, ਤੇ ਲੈਂਟਰ ਵੀ ਨਹੀਂ ਚੁਵੇਗਾ। ਇਸ ਕਰਕੇ ਕਿਸੇ ਬੰਦੇ ਕੋਲ ਖੁਦ ਸਮਾਂ ਨਹੀਂ, ਜਿਹੜੀ ਲੇਬਰ ਲਾਈ ਜਾਂਦੀ ਹੈ ਲੇਬਰ ਨੂੰ ਉਹ ਟੈਕਨੀਕ ਨਹੀਂ, ਲੇਬਰ ਈਜੀ ਤਰੀਕੇ ਨਾਲ, ਕਿਉਂਕਿ ਤੁਸੀਂ ਮਕਾਨ ਬਣਾਉਣਾ ਉਹਦਾ ਤੁਸੀਂ ਠੇਕਾ ਕਰ ਲੈਣਾ ਤੇ ਫਿਰ ਠੇਕੇਦਾਰ ਤੇ ਠੇਕੇ ਵਾਲਾ ਹੀ ਕੰਮ ਕਰੇਗਾ ਨਾ, ਉਸ ਤੋਂ ਠੇਕੇ ਤੋਂ ਗਾਹ ਤਾਂ ਵਧੇਗਾ ਨਹੀਂ। ਇਸ ਕਰਕੇ ਮਕਾਨ ਚੋਣ ਦਾ ਵੀ ਸਭ ਤੋਂ ਵੱਡਾ ਕਾਰਨ ਹੀ ਆ। ਦੂਸਰੀ ਗੱਲ, ਜਿਹੜੇ ਪੁਰਾਣੇ ਨੇ ਮਕਾਨ, ਦੇਖੋ ਹਰ ਚੀਜ਼ ਦੀ ਇੱਕ ਮਿਆਦ ਆ, ਉਹਦੀ ਮਿਆਦ ਪੁੱਗਦੀ ਉਹਦੇ ਬਾਅਦ ਹੁੰਦਾ ਇਨਸਾਨ। ਜਿਸ ਤਰ੍ਹਾਂ ਬੁਢਾਪੇ ਵੱਲ ਨੂੰ ਜਾਂਦਾ ਉਹਦੀ ਵੀ ਤਾਂ ਮਿਆਦ ਪੁੱਗਦੀ ਹੈ ਨਾ, ਕਿਤੇ ਬਚਪਨਾ ਹੁੰਦਾ, ਕਿਤੇ ਜਵਾਨੀ ਹੁੰਦੀ, ਪੁੱਠੀਆਂ ਸਿੱਧੀਆਂ ਛਾਲਾਂ ਮਾਰਦਾ, ਜਿਹੜੇ ਮਰਜੀ ਦਰਖਤ ਤੇ ਚੜ ਗਿਆ, ਜਿਹੜੇ ਤੇ ਮਰਜੀ ਉਤਰ ਗਿਆ, ਤੇ ਜਦੋਂ ਸਮਾਂ ਆਉਂਦਾ ਤੇ ਫਿਰ ਉਹਦੇ ਬਾਅਦ ਬੰਦਾ ਤੁਰਨ ਤੋਂ ਵੀ ਰਹਿ ਜਾਂਦਾ ਤੇ ਖੁੰਡੀ ਦਾ ਸਹਾਰਾ ਵੀ ਆ, ਤੇ ਕਿਸੇ ਟਾਈਮ ਖੁੰਡੀ ਤੋਂ ਵੀ ਰਹਿ ਜਾਂਦਾ, ਘਰ ਦੇ ਜਿਹੜੇ ਚੱਕ ਕੇ ਲੈ ਜਾਂਦੇ ਨੇ। ਇਸ ਕਰਕੇ ਹਰ ਚੀਜ਼ ਦੀ ਮਿਆਦ ਆ। ਦਰਖਤ ਦੀ ਵੀ ਤੇ ਮਿਆਦ ਆ, ਕਿਸੇ ਟਾਈਮ ਆ ਕੇ ਤੇ ਉਹਨੇ ਸੁੱਕਣਾ ਹੀ ਆ, ਉਹਦੀ ਮਿਆਦ ਪੁੱਗਣੀ ਆ, ਜੜ੍ਹਾਂ ਖੋਖਲੀਆਂ ਹੋ ਜਾਣੀਆਂ, ਜੜ੍ਹਾਂ ਨੇ ਜਵਾਬ ਦੇ ਜਾਣਾ ਤੇ ਦਰਖਤ ਨੇ ਸੁੱਕ ਜਾਣਾ। ਹਰ ਚੀਜ਼ ਦੀ ਇੱਕ ਮਿਆਦ ਆ, ਉਹਦੇ ਬਾਅਦ ਉਹਨੇ ਖਤਮ ਹੋਣਾ। ਇੰਨਾ ਕੋਈ ਭਾਪ ਲੈਣਾ ਚਾਹੀਦਾ, ਜਿਹੜੀ ਚੀਜ਼ ਦੀ ਮਿਆਦ ਖਤਮ ਹੋ ਰਹੀ ਆ ਉਹਦੇ ਬਾਅਦ ਉਹਦੀ ਬਣਤਰ ਜਿਹੜੀ ਉਹ ਨਵੀਂ ਦਿਸ਼ਾ 'ਚ ਹੋਣੀ ਚਾਹੀਦੀ ਹੈ। ਜੇ ਨਹੀਂ ਹੋਏਗੀ ਤਾਂ ਫਿਰ ਜਿਹੜਾ ਕੁਝ ਵਾਪਰਦਾ ਰਹੂਗਾ ਤਾਂ ਫਿਰ 2-2 ਸ਼ਬਦ ਸਾਰੇ ਜਾ ਕੇ ਅਫਸੋਸ ਦੇ ਜਿਹੜੇ ਆ ਉਹ ਪ੍ਰਗਟ ਕਰ ਆਉਣਗੇ ਤੇ ਇਹਦੇ ਨਾਲ ਕੰਮ ਨਿਪਟ ਜੂਗਾ। ਇਸ ਤੋਂ ਬਾਅਦ ਜਾਣਾ ਹੀ ਨਹੀਂ ਕਦੀ ਅਸੀਂ, ਨਾ ਅਸੀਂ ਲੰਘੇ ਨਾ ਅਸੀਂ ਲੰਘਣਾ। ਹਰ ਰੁੱਤ 'ਚ ਸੁਰਿੰਦਰ ਵੀ ਰਹੀ ਹੈ ਕਿ ਉਹ ਹੀ ਹੈ ਨਾ ਕਿ ਆਵੇ ਸਿਆਲ ਮਰੇ ਕੰਗਾਲ, ਆਵੇ ਹਨਾਲ ਤੇ ਮਰੇ ਕੰਗਾਲ। ਤੇ ਗੱਲ ਇਹ ਹੈ ਨਾ ਕਿ ਇਹਦਾ ਕੋਈ ਬਿਹਤਰ ਹੱਲ ਨਹੀਂ ਸੋਚਿਆ ਜਾਂਦਾ। ਰਿਸਕ ਫੈਕਟਰ ਸਾਡੇ 'ਚ ਏਡਾ ਹੀ ਹੈ, ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ। ਇਹਨਾਂ ਮੌਤਾਂ ਨੂੰ ਅਸੀਂ, ਇਹਨਾਂ ਖੁਦਕੁਸ਼ੀਆਂ ਕਤਲਾਂ ਨੂੰ ਅਸੀਂ ਮੌਤ ਦੇ ਖਾਤੇ ਪਾ ਕੇ ਆਰਾਮ ਨਾਲ ਬਰੀ ਹੋ ਜਾਂਦੇ ਹਾਂ। ਤਾਂ ਹਰਵਿੰਦਰ ਜੌਹਰ ਨੇ ਵੀ ਲਿਖਿਆ, ਕਹਿੰਦੇ ਚਾਹੀਦਾ ਤਾਂ ਇਹ ਹੈ ਜੀ ਚਾਦਰਾਂ ਟੀਨ ਜਾਂ ਫਾਈਬਰ ਦੀਆਂ ਹੋਣ, ਉਹ ਬਨੇਰਿਆਂ ਤੋਂ ਚੰਗੀ ਤਰ੍ਹਾਂ ਦੱਬੀਆਂ ਹੋਣ, ਨਹੀਂ ਤਾਂ ਹਵਾ ਵੀ ਉਡਾ ਕੇ ਲੈ ਜਾਂਦੀ। ਹਾਂ ਭੈਣਾਂ ਨਹੀਂ ਉਹ ਹੁੰਦਾ ਹੈ, ਪਰ ਅੱਜ ਕੱਲ ਬੜੀ ਤਕਨੀਕ ਹੈ, ਉਸ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬੜਾ ਫਿਕਸ ਕੀਤੀਆਂ ਜਾਂਦੀਆਂ ਇਹ ਚੀਜ਼ਾਂ, ਕਿਉਂਕਿ ਜੇ ਹਵਾ ਪਊਗੀ ਉਹ ਤਾਂ ਉੱਡਣਗੀਆਂ। ਪਰ ਉਸ ਹਿਸਾਬ ਨਾਲ ਤੁਸੀਂ ਵੇਖੋ ਕਿ ਅਸਾਮ ਬੰਗਾਲ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ, ਤੂਫਾਨ ਉੱਧਰ ਵੀ ਆਉਂਦੇ ਆ ਤੇ ਵੈਸੇ ਗਰਮੀ ਦੇ ਕੁਛ ਮਹੀਨੇ ਆਉਂਦਾ। ਜੇ ਤੁਸੀਂ ਪੱਕੇ ਸ਼ੈੱਡ ਵਗੈਰਾ ਪਾਏ ਨੇ ਤੇ ਕਾਫੀ ਹੱਦ ਤੱਕ ਉਹ ਸੇਫ ਵੀ ਨੇ, ਪਰ ਉਹਦੇ 'ਚ ਇਹ ਹੈ ਕਿ ਥੋੜਾ ਸਸਤਾ ਸਰ ਜਾਂਦਾ ਗਰੀਬ ਲੋਕਾਂ ਦਾ, ਪੱਕੇ ਲੈਂਟਰ ਦੇ ਨਾਲੋਂ ਚਾਦਰਾਂ ਵਗੈਰਾ ਨਾਲ ਸਸਤਾ ਸਰ ਜਾਂਦਾ। ਤੇ ਸੁਰਿੰਦਰ ਜੀ, ਪਰ ਜੇ ਦੇਖਿਆ ਜਾਵੇ ਅੱਜ ਡੀਜੀਪੀ ਸਾਹਿਬ ਨਾਲ ਮੀਟਿੰਗ ਵੀ ਹੋਈ ਹੈ ਮੁੱਖ ਮੰਤਰੀ ਦੀ, ਚਲੋ ਠੀਕ ਹੈ, ਦਰੁਸਤ ਹੋ ਕੇ ਆ ਗਏ ਨੇ। ਕਿਉਂਕਿ ਚਰਚਾ ਕਾਫੀ ਸੀ ਕਿ ਰਾਤ ਨੂੰ ਕਿਉਂ 에ਅਰਲਿਫਟ ਕਰਨਾ ਪਿਆ, ਦਿੱਲੀ ਲਿਜਾਣਾ ਪਿਆ, ਪੰਜਾਬ ਦੇ ਵਿੱਚ PGI ਵਧੀਆ ਨੇੜੇ ਹੈ ਨਾ, ਫਿਰ ਉਹਨਾਂ ਨੂੰ ਅਪੋਲੋ ਲਿਜਾਣਾ ਪਿਆ, ਯਕਦਮ 에ਅਰਲਿਫਟ ਕੀਤਾ ਗਿਆ, ਕਾਰਨ ਕੀ ਵਾਪਰਿਆ। ਜਿਸ ਤਰ੍ਹਾਂ ਅੱਜ ATF ਵਾਲਿਆਂ ਨਾਲ, DGP ਨਾਲ ਤੇ ATF ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਕਿ ਗੈਂਗਸਟਰ ਕਲਚਰ ਨੂੰ ਕਿੱਦਾਂ ਖਤਮ ਕੀਤਾ ਜਾਵੇ, ਉਸ ਸੰਬੰਧੀ ਸਖਤ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਨੇ। ਕਿਉਂਕਿ ਕੱਲ ਜਿਹੜਾ ਮੁਕਾਬਲਾ ਹੋਇਆ, ਇਸ ਦੌਰਾਨ ਅੱਜ DGP ਗੌਰਵ ਯਾਦਵ, AGTF ਮੁਖੀ ਪ੍ਰਮੋਦ ਬਾਨ ਨਾਲ ਮੀਟਿੰਗ ਕੀਤੀ ਗਈ ਹੈ
ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਗੈਂਗਸਟਰ ਕਲਚਰ ਦੇ ਖਾਤਮੇ ਲਈ, ਕਿਉਂਕਿ ਕਾਫੀ ਭਲ ਬਣੀ ਹੈ। ਕਿਉਂਕਿ ਮੁਕਾਬਲਾ ਤਾਂ ਪਤਾ ਹੀ ਹੈ ਕੀ ਹੈ, ਪਰ ਮੁਕਾਬਲੇ ਤੇ ਕੋਈ ਗੱਲ ਕਰੋ, ਬਹੁਤ ਸਾਰੇ ਵਕੀਲ, ਬਹੁਤ ਸਾਰੇ ਪਾਰਟੀਆਂ ਦੇ ਪ੍ਰਸਤ ਲੋਕਾਂ ਨੂੰ ਬੜੀ ਤਕਲੀਫ ਹੈ। ਦੇਖੋ, ਪੁਲਿਸ ਦਾ ਸਟੈਪ ਹੈ, ਇਸ ਤੋਂ ਬਿਹਤਰ ਸਟੈਪ ਕੋਈ ਹੋ ਨਹੀਂ ਸਕਦਾ, ਕਿਉਂਕਿ ਇਹਨਾਂ ਨੇ ਬਰੀ ਹੋ ਜਾਣਾ ਸੀਗਾ। ਪਰ ਇਹਦੇ 'ਚ ਇਹ ਹੈ ਕਿ ਪੰਜਾਬ ਦੇ ਕੈਦੀ ਸੀ, ਸ਼ਾਇਦ ਇਹਨਾਂ ਤੋਂ ਕੁਝ ਉਗਲਵਾਇਆ ਜਾ ਸਕਦਾ ਸੀ ਕਿ ਪਿੱਛੇ ਕਾਰਨ ਕੀ ਨੇ, ਪਰ ਪਤਾ ਇਹਨਾਂ ਨੂੰ ਵੀ ਗੈਂਗਸਟਰ ਵੀ ਵਰਤੇ ਗਏ ਨੇ। ਪਰ ਇਹ ਚੀਜ਼ਾਂ ਕਿਹੜਾ ਹਾਲੇ ਰੋਕੀਆਂ ਨੇ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਫਿਰ ਧਮਕੀ ਸਿੱਧੀ ਆ ਗਈ ਹੈ। ਇਹ ਲੱਗਦਾ ਹੀ ਸੀਗਾ, ਇਹ ਪਹਿਲੀਆਂ ਪ੍ਰੋਗਰਾਮਾਂ ਦੇ ਵਿੱਚ ਮੈਂ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਔਖਾ ਹੈ। ਉਹਨਾਂ ਦਾ ਟਾਰਗੇਟ ਸਿੱਧੂ ਮੂਸੇਵਾਲੇ ਦਾ ਫਾਦਰ ਤੇ ਪਰਿਵਾਰ ਰਹੇਗਾ ਕਿ ਉਸ ਪਰਿਵਾਰ ਤੇ ਦਬਾਅ ਬਣਾਇਆ ਜਾਵੇ ਕਿ ਕਿਵੇਂ ਨਾ ਕਿਵੇਂ ਉਹ ਆਪਣੇ ਬਿਆਨਾਂ ਤੋਂ ਭੱਜਣ। ਸੋ ਇਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਜਿਹੜੀ ਧਮਕੀ ਆਈ ਹੈ, ਉਹਨਾਂ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੂੰ ਇੰਸਟਾ ਤੇ ਧਮਕੀਆਂ ਆਈਆਂ ਨੇ ਪਾਕਿਸਤਾਨ ਤੋਂ ਕਿ ਹੁਣ ਬਾਪੂ ਦੀ ਵਾਰੀ। ਤੇ ਇਹ ਪਤਾ ਹੀ ਸੀ ਕਿ ਇਹ ਲੋਕ ਧਮਕਾਉਣਗੇ, ਕਿਉਂਕਿ ਕਿਸੇ ਤਰੀਕੇ ਨਾਲ ਜਿਹੜਾ ਹਮਲਾ ਹੋਇਆ, ਐਡਵੋਕੇਟ ਜਨਰਲ ਤੇ ਹਮਲਾ ਹੋਇਆ, ਉਹ ਵੀ ਸਵਾਲ ਖੜੇ ਕਰਦਾ ਕਿ ਇਹ ਹਮਲਾ ਕਿਉਂ, ਕਾਰਨ ਵਾਪਰਨਗੇ। ਪਰ ਹੁਣ ਜਿਵੇਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਧਮਕੀ ਆ ਗਈ ਹੈ, ਇੱਕ ਪਾਸੇ ਵੱਡਾ ਐਨਕਾਊਂਟਰ, ਪੰਜਾਬ ਪੁਲਿਸ ਦੀ, ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ, ਤੇ ਨਾਲ ਦੀ ਨਾਲ ਫਿਰ ਧਮਕੀ ਆਉਣੀ, ਜਾਣੀ ਜਿੰਨਾ ਕੁ ਸਰਕਾਰ ਡੈਮੇਜ ਕੰਟਰੋਲ ਕਰਦੀ ਹੈ ਤੇ ਨਾਲ ਦੀ ਨਾਲ ਐਂਟੀ ਪੰਜਾਬ ਲੌਬੀ, ਐਂਟੀ ਸਿੱਖ ਲੌਬੀ ਤੇ ਐਂਟੀ ਆਮ ਆਦਮੀ ਪਾਰਟੀ ਲੌਬੀ, ਭਗਵੰਤ ਸਰਕਾਰ ਦੇ ਵੈਰੀ ਇਸ ਤਰ੍ਹਾਂ ਦਾ ਪ੍ਰੋਪੋਗੰਡਾ ਸ਼ਰੇਆਮ ਕਰ ਰਹੇ ਨੇ, ਜਿਹਦੇ ਤੋਂ ਭਗਵੰਤ ਨੂੰ ਖਾਸ ਤਰਕ ਰਹਿਣ ਦੀ ਜ਼ਰੂਰਤ ਹੈ ਕਿ ਕਿਵੇਂ ਉਹਨਾਂ ਦੀ ਸਰਕਾਰ ਨੂੰ ਡਿਫੇਮ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਰਾਹੀਂ। ਸਵਾਗਤ ਤੁਹਾਡਾ, ਵੈਲਕਮ। 24 ਨੰਬਰ ਗੱਲ ਕਰੋ ਜੀ, ਤੁਸੀਂ ਆਉਣੇ ਰਹੋ। ਹਾਂ ਸੌਰੀ, ਲਾਈਨ ਕੱਟ ਗਈ, ਮਾਫੀ ਚਾਹੁੰਦੇ ਜੀ। ਸੁਰਿੰਦਰ, ਕੀ ਮਹਿਸੂਸ ਕਰਦੇ ਹੋ ਕਿ ਇਹ ਜਿਹੜਾ ਧਮਕੀ ਦਾ ਸਿਲਸਿਲਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਲਕੌਰ ਸਿੰਘ ਨੂੰ ਆਇਆ, ਇਹਦੇ ਦੇ ਨਾਲ ਕਿਤੇ ਨਾ ਕਿਤੇ ਫਿਰ ਲੋਕਾਂ 'ਚ ਡਰ ਤੇ ਮਾਰੇ ਗਏ ਉਸ ਸਿੱਧੂ ਮੂਸੇਵਾਲੇ ਦੇ ਪਰਿਵਾਰ ਤੇ ਉਹਨਾਂ ਦੇ ਸੰਬੰਧੀਆਂ 'ਚ ਡਰ ਹੈ। ਬਾਈ ਜੋਗਿੰਦਰ ਸਿੰਘ ਮਾਨ ਨੇ, ਵਧੀਆ ਕਮਾਲ ਦੇ ਰਿਪੋਰਟਰ ਨੇ ਮਾਨਸਾ ਤੋਂ, ਉਹਨਾਂ ਦੀ ਇਹ ਰਿਪੋਰਟ ਹੈ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਇਹ ਜਿਹੜੀ ਧਮਕੀ ਆਈ ਹੈ ਮੁੜ ਕੇ ਸੋਧਣ ਸੁਧਾਉਣ ਦੀ। ਆਪਣੇ ਨਾਲ ਇਸ ਵਕਤ ਬਾਈ ਜੀ ਅਵਤਾਰ ਸਿੰਘ ਜੁੜੇ ਨੇ। ਅਵਤਾਰ ਭਾਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸੁਰਿੰਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਗੱਲ ਕਰ ਰਹੇ ਤੇ ਵੀ ਆਪਣੇ ਕੋਈ ਚੈਰਿਟੀਆਂ ਬਣਾ ਕੇ ਪਿੰਡਾਂ ਦੇ ਗਰੀਬਾਂ ਦੇ ਮਕਾਨ ਬਣਾਏ ਜਾਣ। ਮੈਂ ਪੰਗਾ ਲੈ ਲਿਆ ਸੀ, ਮੈਂ ਚਲੋ ਜਿੰਨੇ ਕੁ ਜੋਗਾ ਹੈਗਾ ਮੇਰੀ ਉਹ ਸੀਗੀ, ਮੈਂ ਕਰਨ ਲੱਗ ਗਿਆ। ਬਾਈ ਜੀ 15-20 ਹਰ ਜਦ ਵੀ ਇੰਡੀਆ ਆਈ ਦਾ 15-20 ਬੰਦੇ ਸਵੇਰੇ ਆ ਜਾਂਦੇ ਆ, ਮੇਰਾ ਆਹ ਕਰਾ ਦੇ, ਮੇਰਾ ਆਹ ਕਰਾ ਦੇ। ਮੈਂ ਕਿੰਨਾ ਕੁ ਕਰ ਦੂੰਗਾ ਕਿਸੇ ਦਾ? ਮੇਰੇ ਕੋਲ ਕਿਹੜਾ ਕਿਸੇ ਤੋਂ ਮੈਂ ਮੰਗਦਾ, ਮੈਂ ਆਪਣੇ ਕੋਲ ਤੇ ਹੀ ਕਰਦਾ। ਮੈਂ ਕਿਸ ਕਰ ਦੂੰ? ਚਾਹੇ ਫਲਾਣੇ ਦਾ ਕੀਤਾ, ਮੇਰਾ ਨਹੀਂ ਕਰਦਾ। ਇਹ ਵੀ ਕਾਰਨ, ਇਹ ਦੋਸਤ ਦੂਸਰ ਲੱਗਦੇ ਨੇ ਜੀ। ਹਾਂਜੀ, ਉਹ ਚਲੋ ਇੱਕ ਵਿਚਾਰਾ ਆਦਮਾਨ ਸੀਗਾ ਮੇਰੇ ਪਿੰਡ ਦਾ, ਉਹਦੀ ਦੋਏ ਬਾਹਾਂ ਕੱਟੀਆਂ ਹੋਈਆਂ। ਮੈਂ ਚਲ ਉਹਦੀ ਅੱਖਾਂ ਤੇ ਨਹੀਂ ਦਿਖਦਾ ਤਾਂ ਮੈਂ ਅੱਖਾਂ ਉਹਦੀਆਂ ਕੌਰਨੀਆਂ ਖਰਾਬ ਹੋ ਜਾ, ਮੈਂ ਪਹਿਲਾਂ ਜਲੰਧਰ ਲੈ ਕੇ ਗਿਆ, ਮੈਂ ਚੰਡੀਗੜ੍ਹ ਉਹਦੀ ਕੱਖ ਸਮਰਾਈ। 70,000 ਰੁਪਇਆ ਲੱਗਾ। ਮੇਰੇ ਕੋਲ 15-20 ਰੋਜ਼ ਆ ਕੇ ਮੇਰੀਆਂ ਕਰਾ ਕੇ, ਹਾਂ ਜਿਨ੍ਹਾਂ ਨੇ ਰੋਟੀ ਪੱਕਦੀ ਹੈ ਸਭ ਕੁਛ, ਉਹ ਆ ਕੇ ਬੈਠਦੇ ਜੀ। ਸ਼ੁਕਰ ਹੈ ਕੋਈ ਪੱਤਰਕਾਰ ਨਹੀਂ ਆ ਗਿਆ ਕਿ ਮੇਰੀਆਂ ਵੀ ਕਰਾ ਦੇ। ਚਲੋ ਪੱਤਰਕਾਰ ਦਾ ਵੀਰ ਵਿਚਾਰਾ ਕਿਆ ਕਰੂਗਾ? ਨਹੀਂ ਉਹ ਵੀ ਆ ਜਾਂਦੇ ਆ, ਮੈਂ ਤਾਂ ਸੈਰ ਕਰਦਾ, ਕਿਉਂਕਿ ਜਦੋਂ ਖਬਰ ਪਤਾ ਲੱਗਦੀ ਹੈ ਨਾ, ਉਹ ਵੀ ਕਹਿੰਦੇ ਆ ਵੀ ਤੁਹਾਡੀ ਖਬਰ ਮੈਂ ਤੁਹਾਡੇ ਚੈਨਲ ਦੇ ਥਰੂ ਕਹਿੰਦਾ, ਜੇ ਤੁਸੀਂ ਕੋਈ ਇਹੋ ਜਿਹਾ ਪ੍ਰੋਪੋਗੰਡਾ ਕਰੋ, ਤੁਹਾਨੂੰ ਬੰਦੇ ਦੀ ਪਛਾਣ, ਹਾਂ ਮੈਂ ਤੁਹਾਡੇ ਨਾਲ। ਨਹੀਂ ਮੈਂ ਤਾਂ ਦੇਖੋ ਬਾਈ ਜੀ, ਮੇਰਾ ਤਾਂ ਬੜਾ ਚੌੜਾ ਤਜਰਬਾ ਤੁਹਾਡੇ ਨਾਲੋਂ ਵੀ। ਉਹ ਇੱਕ ਲੜਕਾ ਸੀ, ਉਹ ਇੱਕ ਦਿਨ ਮੈਂ ਤਾਂ ਮਨਾ ਹੀ ਕਰਦਾ ਸੀ, ਇਗਨੋਰ ਕਰਦਾ ਸੀ, ਪਰ ਚੰਨ ਪ੍ਰਦੇਸੀ ਤੇ ਉਹਨੇ ਖੁਦ ਫੋਨ ਕਰਕੇ ਹੀ ਕਹਿ ਦਿੱਤਾ 6.5 ਲੱਖ ਰੁਪਏ ਉਹਦੇ ਲਈ ਇਕੱਠਾ ਕੀਤਾ ਤੇ ਉਹ ਪੈਸੇ ਨੂੰ ਗੋਲਮੋਲ ਕਰਨ ਲੱਗੇ, ਨਹੀਂ ਹਟੇ ਉਹ ਕਤੇਤਾਂ ਕਰਨ ਤੋਂ। ਤੇ ਫਿਰ ਮੈਂ ਆਖਰ ਉਹ ਪੈਸਾ ਵਾਪਸ ਕੀਤਾ 3.5 ਲੱਖ ਰੁਪਈਆ। ਕੁਛ ਜਿੰਨੀ ਕੁ ਦੇਰ ਮੇਰੇ ਬੈਂਕ 'ਚ ਪਿਆ ਰਿਹਾ, ਮੈਂ ਬਿਆਸ ਸਮੇਤ ਚੰਨ ਪ੍ਰਦੇਸੀ ਰੇਡੀਓ ਜਦੋਂ ਛੱਡਿਆ ਉਹਨਾਂ ਨੂੰ ਵਾਪਸ ਕੀਤਾ। ਬਹੁਤ ਬਈ ਕੌੜਾ ਤਜਰਬਾ। ਗੱਲ ਤੁਹਾਡੀ ਦਰੁਸਤ ਹੈ ਕਿ ਜੇ ਤੁਸੀਂ ਇੱਕ ਦਾ ਕਰਾਓਗੇ ਤੇ ਚੰਗੇ ਮੰਗ ਤੇ ਤੁਹਾਡਾ ਖਹਿੜਾ ਨਹੀਂ ਛੱਡਦੇ, ਤੁਸੀਂ ਦੁਖੀ ਹੋ ਜਾਓਗੇ। ਗੱਲ ਤੁਹਾਡੀ ਦਰੁਸਤ ਹੈ, ਪਰ ਇਹਦੇ 'ਚ ਬਿਹਤਰ ਤਰੀਕਾ, ਮੇਰੀ ਸਲਾਹ ਇਹੀ ਹੈ ਕਿ ਦੇਖੋ ਅਗਲੇ ਨੂੰ ਕਹਿ ਦਿਓ ਕਿ ਭਾਈ ਸਾਡਾ ਐਡਾ ਹੀ ਵਿੱਤ ਹੈ। ਲੋਕ ਤੁਹਾਨੂੰ ਇਹ ਵੀ ਇਤਰਾਜ਼ ਕਰਨਗੇ, ਜਿਵੇਂ ਮੈਂ ਦੱਸਿਆ ਕਿ ਜੇ ਕੋਈ ਚੰਗਾ ਬੰਦਾ ਕਿਸੇ ਗਰੀਬ ਦੇ ਘਰ ਮਾੜਾ ਮੋਟਾ ਮਦਦ ਕਰ ਦੂ, ਲੋਕ ਸ਼ੱਕ ਕਰਨਗੇ ਕਿ ਯਾਰ ਇਹਦੇ ਚੁੱਲ੍ਹੇ ਤੇ ਜਾਂਦਾ ਇਹ। ਇਲੀਗਲ ਰਿਲੇਸ਼ਨਾਂ ਦਾ ਵੀ ਦੋਸ਼ ਲਾਉਣਗੇ। ਟੂ ਬੀ ਵੈਰੀ ਫਰੈਂਕ, ਮੈਨੂੰ ਪਤਾ ਕਿ ਇਹਦੇ ਨਾਲ ਬੜੀ ਸਾਂਝ ਹੈ, ਇਹਦੇ ਨਾਲ ਕਿਉਂ ਸਾਂਝ ਹੈ।
ਉੱਥੇ ਤੁਹਾਡੇ ਤੇ ਸ਼ੱਕ ਬਦਨਾਮੀ ਵੀ ਤੁਹਾਡੇ ਪੱਲੇ ਪੈ ਗਈ ਬਾਈ ਜੀ। ਇਸ ਗੱਲ 'ਚ ਮੈਨੂੰ ਪਤਾ ਇਹ ਚੀਜ਼ਾਂ ਕਿ ਇਹਦੀ ਉਹ ਮਦਦ ਕਿਉਂ ਕਰਦਾ। ਪਰ ਬਾਈ ਜੀ ਆਹੀ ਗੱਲ ਮੇਰੀ ਵਾਈਫ ਨੂੰ ਵੀ ਕਹੀ ਬੰਦੇ ਨੇ ਆ ਕੇ। ਬਿਲਕੁਲ ਮੇਰੀ ਵਾਈਫ ਨੂੰ ਵੀ ਕਹੀ ਆ ਕੇ। ਸਹੀ ਗੱਲ ਮੈਨੂੰ ਪਤਾ। ਮੇਰੀ ਵਾਈਫ ਨੂੰ ਤਾਂ ਚਲੋ ਪਤਾ ਮੇਰਾ ਮੈਂ ਕਿੱਦਾਂ ਦਾ ਇਨਸਾਨ ਹੈ। ਅਸੀਂ ਤਾਂ ਪੰਜੀ ਤੋੜ ਕੇ ਕੰਮ ਕਰਨ ਵਾਲੇ ਜੇ ਕਿੰਨੇ ਕੁ ਸਾਡੇ ਕੋਲ ਮਾਇਆ ਕੀ ਕਿੰਨਾ ਕੁ ਅਸੀਂ ਕਿਆ ਕਰਦੇ ਉਹੀ 10 ਮਤ ਚਾਹੁੰਦੇ ਹੁੰਦਾ। ਮੈਂ ਗੁਰਦੁਆਰੇ ਨਹੀਂ ਪੈਸੇ ਦਿੰਦਾ। ਮੈਂ ਕਦੇ $1 ਤੋਂ ਵੱਧ ਗੁਰਦੁਆਰੇ ਦੀ ਗੋਲਕ ਨਹੀਂ ਪਾਇਆ। ਮੈਂ ਪਾਠੀ ਨੂੰ $5 ਜ਼ਰੂਰ ਦੇਣੇ ਹੁੰਦੇ ਆ ਮੈਂ, ਕਿਉਂਕਿ ਪਾਠੀ ਪੈਦਾ ਕਰਨੇ ਬਹੁਤ ਮੁਸ਼ਕਲ ਨੇ। ਮੈਂ ਇਹ ਚੀਜ਼ ਨੂੰ ਮੰਨਦਾ। ਗਰੀਬ ਕਹੂਦਾ ਪਿੰਡ 'ਚ ਜੇ ਮਾੜਾ ਮੋਟਾ ਮੈਂ ਕਰਦਾ ਰਹਿਣਾ ਹਰ ਜਦ ਵੀ ਆਉਣਾ, ਪਰ ਲੋਕ ਮੈਨੂੰ ਕਰਨ ਨਹੀਂ ਦਿੰਦੇ ਹੈ। ਉਹੀ ਹੈ ਨਾ ਬਾਈ ਜੀ, ਜੇ ਤੁਸੀਂ ਇੱਕ ਦਾ ਕਰਤਾ ਦੂਏ ਨੇ ਬਦਨਾਮ ਕਰਨਾ ਤੁਹਾਨੂੰ। ਪਰ ਬਿਹਤਰ ਤਰੀਕਾ ਹੈ ਕਿ ਆਪਣੇ ਤੌਰ ਤੇ ਜਿੰਨਾ ਕੁ ਵੀ ਹੋ ਸਕਦਾ ਕਿਸੇ ਦਾ ਕੋਈ ਗੁਪਤਦਾਨ ਮਦਦ ਜਿਹੜਾ ਤੁਹਾਨੂੰ ਲੱਗਦਾ, ਮੈਂ ਨਹੀਂ ਕਹਿੰਦਾ ਕਿ ਸਾਡੇ ਰਾਹੀਂ ਜਾਂ ਕਿਸੇ ਵੀ ਰਾਹੀਂ ਨਾ ਕਰੋ, ਤੁਹਾਨੂੰ ਜੋ ਲੱਗਦਾ ਹੈ ਕੋਈ ਆਪਣਾ ਤੁਹਾਡੇ ਜਾਣ ਪਛਾਣ ਦਾ ਉਹਦੇ ਰਾਹੀਂ ਡਾਇਰੈਕਟ ਮਦਦ ਕਰੋ, ਸਭ ਤੋਂ ਬਿਹਤਰ ਤਰੀਕਾ ਹੈ। ਹੁਣ ਮੇਰੇ ਮਨ ਚ ਆ ਰਿਹਾ ਵੀ ਜਿਹਦਾ ਮਕਾਨ ਗਿਰਿਆ ਜੇ ਤੁਸੀਂ ਦੇਖ ਪਤਾ ਕਰ ਲਓ, ਚਲੋ ਬੱਚਾ ਬਚਿਆਗਾ ਜਿਹਨਾਂ ਦੀ ਛੱਤ ਗਿਰੀ ਹੈ, ਜੇ ਆਪਾਂ ਥੋੜੇ ਜਿਹੇ ਪੈਸੇ ਲਾ ਕੇ ਛੱਤ ਪਾ ਲਈ ਕਿੰਨੇ ਕੁ ਪੈਸੇ ਲੱਗਣੇ ਛੱਤ? $50,000 ਲੱਗਦਾ ਨਹੀਂ ਹੈਗਾ। ਪਰ ਬਾਈ ਜੀ ਉਹ ਤਾਂ ਚਲੋ ਹਾਈਲਾਈਟ ਹੋ ਗਿਆ, ਉਹ ਤਾਂ ਵੱਡੇ ਬਾਈ ਜੀ ਹਾਈਲਾਈਟ ਹੋ ਗਿਆ। ਉਹਨਾਂ ਨੂੰ ਤਾਂ ਹੁਣ ਉਹਨਾਂ ਨੂੰ ਤੇ ਉਹਨਾਂ ਦੇ ਨਾਂ ਤੇ ਬੜਿਆਂ ਨੇ ਇਕੱਠੇ ਕਰ ਲੈਣਾ। ਟੂ ਬੀ ਵੈਰੀ ਫਰੈਂਕ, ਉਸ ਬੱਚੇ ਦੇ ਨਾਂ ਤੇ ਬੜੀਆਂ ਦੁਕਾਨਾਂ ਚੱਲ ਪੈਣੀਆਂ ਨੇ। ਪਰ ਹੋਰ ਜਿਹੜੇ ਹੋਰ ਵਿਸ਼ਾਲ ਏਦਾਂ ਦੇ ਰੁਲਦੇ ਨੇ ਉਹਦੇ ਬਾਰੇ ਨਹੀਂ ਕਿਸੇ ਨੇ ਸੋਚਣਾ। ਸੋ ਮੇਰੀ ਬੇਨਤੀ ਹੈ ਕਿ ਉਹ ਸਭ ਤੋਂ ਵਧੀਆ ਪੱਤਰਕਾਰ ਬੰਦਾ ਖੁਦ ਹੈ, ਸਭ ਤੋਂ ਵਧੀਆ ਰੱਬ ਬੰਦਾ ਖੁਦ ਹੈ। ਉਹਨੂੰ ਸਭ ਪਤਾ ਕਿ ਯਾਰ ਆਹ ਲੋੜਵੰਦ ਹੈ, ਮੈਂ ਇਹਦੀ ਮਦਦ ਕਰਾਂ। ਉਹ ਸਭ ਤੋਂ ਬਿਹਤਰ ਤਰੀਕਾ ਹੈ। ਖਾਸ ਕਰਕੇ ਮਦਦ ਵੀ ਤੁਸੀਂ ਉਹ ਕਰੋ ਘਰ ਬਣਾਉਣ ਦੇ ਨਾਲ, ਉਹਦੇ ਨਾਲੋਂ ਕਿ ਕਿਸੇ ਵੀ ਇਸ ਤਰ੍ਹਾਂ ਦੇ ਲੋੜਵੰਦ ਨੂੰ ਕੋਈ ਸਿੱਖਿਆ, ਕੋਈ ਹੁਨਰ ਦਿਵਾਓ ਕਿ ਯਾਰ ਉਹ ਘਰ ਆਪੇ ਬਣਾ ਲੇਗਾ। ਘਰ ਬਣਾਉਣ ਦੀ ਲੋੜ ਨਹੀਂ, ਉਹਨੂੰ ਰੋਟੀਆਂ ਦੇਣ ਦੀ ਲੋੜ ਨਹੀਂ, ਉਹਨੂੰ ਰੋਟੀ ਪੈਦਾ ਕਰਨ ਦੀ ਤਕਨੀਕ ਸਿਖਾਓ। ਜੇ ਉਹਨੂੰ ਬੈਠੇ ਬਿਠਾਏ ਨੂੰ ਤੁਸੀਂ ਆਟਾ ਦਾਲ ਦੇਣ ਲੱਗ ਜਾਓਗੇ, ਬੈਠੇ ਬਿਠਾਏ ਨੂੰ ਘਰ ਪਾਤਾ ਨਾ, ਤੇ ਉਹ ਤੁਹਾਡੇ ਤੋਂ ਹੋਰ ਮੰਗਣ ਲੱਗ ਪਏਗਾ। ਅਸੀਂ ਆ 2-3 ਨਸ਼ੇੜੀਆਂ ਦਾ ਇਲਾਜ ਕਰਾਉਣ ਲੱਗ ਪਏ। ਉਹ ਆਂਟੀ ਹੁੰਦੇ ਸੀਗੇ ਮੋਦਗਲ ਹਾਲੈਂਡ ਤੋਂ, ਉਹ ਮੋਬਾਈਲ ਫੋਨ ਲੱਭਣ ਲੱਗ ਪਏ। ਉਹਦੀ ਵੀ ਸੁਣਾ ਦਿੰਦਾ ਤੁਹਾਨੂੰ ਹੁਨਰ ਪੈਦਾ ਕਰਨ ਦੀ। ਮੈਂ ਆਪਣੇ ਪਿੰਡ 'ਚ ਇੱਕ ਮੀਆਂ ਬੀਬੀਆਂ ਦੋ ਹੈ ਤਾਂ ਗੁਰਦਾਸਪੁਰ ਜ਼ਿਲ੍ਹੇ ਨੇ, ਉਹ ਵਿਚਾਰਾ ਉਹ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਬੇਟਾ ਇਹੋ ਜਿਹਾ ਸ਼ਰਾਬੀ ਕਬਾਬੀ ਹੈ। ਮੈਂ ਉਹਨੂੰ 2-3 ਚੀਜ਼ਾਂ ਲੈ ਕੇ ਦਿਆ, ਇੱਕ ਤਾਂ ਸਿਲਾਈ ਮਸ਼ੀਨ ਲੈ ਕੇ ਦਿਆ, ਹੋਰ ਮੈਨੂੰ ਉਹਨੇ 2-3 ਚੀਜ਼ਾਂ ਦੱਸੀਆਂ। ਮੈਂ ਮੇਰੀ ਵਾਈਫ ਜਾ ਕੇ ਦੁਆ ਕਰ ਲਈ। $15,000 ਲੱਗਿਆ ਦਾ। ਉਹਦੇ ਮੁੰਡੇ ਨਹੀਂ ਵੇਚਦੇ ਸਮਾਨ ਚੱਕ ਕੇ। ਹਾਂ ਏਦਾਂ ਦੇ ਕਪੁੱਤ ਬਹੁਤ ਨੇ। ਹਾਂਜੀ ਤੁਸੀਂ ਕਿਆ ਕਰੋਗੇ? ਮਾੜੇ ਤਜਰਬੇ ਤੁਹਾਨੂੰ ਕਰ ਨਹੀਂ ਦਿੰਦੇ ਹੈ ਨਹੀਂ ਬਾਈ ਜੀ। ਮੈਨੂੰ ਆਪ ਨੂੰ ਨਹੀਂ ਸਮਝ ਲੱਗਦੀ ਵੀ ਅਸੀਂ ਕਰੀਏ ਤਾਂ ਕਿਆ ਕਰੀਏ। ਤੁਸੀਂ ਗੱਲਾਂ ਕਰਦੇ ਹੋ, ਦਿਲ ਸਾਡਾ ਰੋਂਦਾ। ਮੇਰਾ ਦਿਲ ਰੋ ਰਿਹਾ ਸੀ ਜਦ ਤੁਸੀਂ ਖਬਰ ਕਰ ਰਹੇ ਸੀ। ਹਾਂ ਬਿਲਕੁਲ ਅਸੀਂ ਕਰ ਨਹੀਂ ਕੁਝ। ਹਾਂ ਚਲੋ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਥੈਂਕ ਯੂ ਭਾਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਨਹੀਂ ਫਿਰ ਵੀ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਰਾਜੂ ਜਾਂ ਸੁਨੀਤਾ ਦੇ ਪਰਿਵਾਰ ਨਾਲ ਵਾਪਰੀ ਹੈ, ਇਹ ਨੌਬਤ ਕੱਲ ਨੂੰ ਕਿਸੇ ਦੀ ਨਾ ਆਵੇ। ਹੁਣ ਤੁਸੀਂ ਪਿੰਡਾਂ 'ਚ ਰਹਿੰਦੇ ਆ, ਨੇੜੇ ਰਹਿੰਦੇ ਆ, ਉਹਨਾਂ ਨੂੰ ਸਮਝਾਓ ਕਿ ਭਾਈ ਛੱਤ ਡਿੱਗਣ ਵਾਲੀ ਹੈ, ਇਹਦਾ ਭਰੋਸਾ ਕਿਉਂ ਨਹੀਂ, ਇਹਨੂੰ ਬਦਲ ਕੇ ਤੁਸੀਂ ਟੀਨਾਂ ਪਾ ਲਓ ਤੇ ਚਾਦਰਾਂ ਪਾ ਲਓ ਤਾਂ ਜੋ ਇਦਾਂ ਦੀ ਤਰਾਸਦੀ ਨਾ ਵਾਪਰੇ। ਹੁਣ ਇਹ ਵਿਸ਼ਾਲ ਆ, ਉਹਦੇ ਨਾਂ ਤੇ ਬਥੇਰੇ NGO ਪੈਸਾ ਇਕੱਠਾ ਕਰਨ ਲੱਗ ਪੈਣਗੇ ਤੇ ਕਈ ਉਹਦੇ 'ਚੋਂ ਵੀ ਹੇਰ-ਫੇਰ ਕਰਦੇ ਨੇ। ਤੇ ਸੁਰਿੰਦਰ ਬਾਈ ਜੀ ਆਪਣੀ ਗੱਲਬਾਤ ਹੋ ਰਹੀ ਸੀਗੀ ਕਿ ਇਹ ਜਿਹੜਾ DGP ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ ਹੈ ਮਾਨ ਸਾਹਿਬ ਦੇ ਨਾਲ, ਤੇ ਇਸ ਦੇ ਨਾਲ ਹੀ ਕਿ ਜਿੰਨਾ ਕੁ ਸਰਕਾਰ ਕੰਟਰੋਲ ਕਰਦੀ ਹੈ ਆਪਣਾ ਡੈਮੇਜ, ਉਹਨਾਂ ਕੀ ਭਗਵੰਤ ਸਰਕਾਰ ਦੇ ਬੈਰੀ ਨਾਲ ਦੀ ਨਾਲ ਅੱਜ ਹੀ ਮਤਲਬ ਕੱਲ ਐਨਕਾਊਂਟਰ ਹੋਇਆ, ਲੋਕਾਂ 'ਚ ਬੱਲੇ-ਬੱਲੇ ਹੋਈ ਹੈ। ਤੇ ਅੱਜ ਹੀ ਪਾਕਿਸਤਾਨ ਤੋਂ ਇੰਸਟਾ ਦੇ ਰਾਹੀਂ ਪਰਿਵਾਰ ਨੂੰ, ਮੂਸੇਵਾਲੇ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਆ ਗਈਆਂ ਨੇ। ਕਿਉਂਕਿ ਭਗਵੰਤ ਮਾਨ ਨੂੰ ਪਤਾ ਹੈ, ਹੋਣਾ ਚਾਹੀਦਾ ਕਿ ਸਰਕਾਰ ਇੰਨੀ ਸਖਾਲੀ ਨਹੀਂ, ਤੁਹਾਡੇ ਦੁਸ਼ਮਣ ਉਹੀ ਨੇ ਜਿਨ੍ਹਾਂ ਨੇ ਤੁਹਾਨੂੰ B ਟੀਮ ਬਣਾ ਕੇ ਪੈਦਾ ਕੀਤਾ। ਬਹੁਤ ਸਤਰਕ ਰਹਿਣ ਦੀ ਜ਼ਰੂਰਤ ਹੈ। ਜੀ ਸੁਰਿੰਦਰ। ਦੇਖੋ ਇਹ ਕੁਝ ਚੱਲਣਾ ਐਂਡ ਤੱਕ ਚੱਲੀ ਜਾਣਾ। ਗੱਲ ਤੇ ਇਹ ਆ, ਜਿਹੜੇ ਸਿਰ ਚੱਕਣ ਵਾਲੇ ਆ ਉਹਨਾਂ ਨੂੰ ਤੁਸੀਂ ਕੁਚਲਦੇ ਕਿੱਦਾਂ ਹੋ। ਸਭ ਤੋਂ ਵੱਡੀ ਗੱਲ ਇਹ ਆ, ਨੁਕਸਾਨ ਕਰਨ ਦੀ ਹਰ ਜਗ੍ਹਾ ਤੇ ਕੋਸ਼ਿਸ਼ ਹੋਣੀ ਹੈ, ਪਰ ਹੁਣ ਮੁੱਢ ਕਿਹਨੇ ਬਣਿਆ ਸੀ? ਮੁੱਢ ਇਸ ਸਰਕਾਰ ਦੀ ਨਲਾਇਕੀ ਨੇ ਤੇ ਉਹਦੇ ਦਰਬਾਰੀ ਪੱਤਰਕਾਰਾਂ ਨੇ ਬੰਨਿਆ ਸੀ। ਘੱਟੋ ਘੱਟ ਸਿਕਿਉਰਿਟੀ ਜੇ ਵਿਡਰਾ ਕੀਤੀ ਸੀ ਤੇ ਪੋਸਟਾਂ ਨਾ ਠੋਕਦੇ। ਪੋਸਟਾਂ ਠੋਕੀਆਂ ਜਿਹਦਾ ਕਰਕੇ ਸੁਰਾਂਗ ਮਿਲਿਆ ਤੇ ਜਿੱਥੋਂ ਇਹ ਸਾਰਾ ਕੁਝ ਹੋ ਗਿਆ। ਹੁਣ ਜੇ ਅੱਜ ਕਟਹਿਰੇ 'ਚ ਖੜੇ ਨੇ
ਤੇ ਕਟਹਿਰੇ 'ਚ ਖੜਾਉਣ ਵਾਲੇ ਵੀ ਇਹਨਾਂ ਦੇ ਖੁਦ ਦੇ ਆਪਣੇ ਨੇ ਇਹਨਾਂ ਨੂੰ। ਇਸ ਕਰਕੇ ਸਮਝਣਾ ਪਏਗਾ। ਹੁਣ ਥੁੱਕ ਕੇ ਚਿੱਠਣਾ ਹੀ ਪਿਆ ਨਾ, ਸਾਰੀਆਂ ਸਿਕਿਉਰਟੀਆਂ ਵਾਪਸ ਕਰਨੀਆਂ ਪਈਆਂ ਤੇ ਨਾਲ ਕੇਰਕਰੀ ਹੋ ਗਈ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਜੇ ਪਹਿਲੇ ਬੰਦੇ ਬਣੇ ਰਹਿੰਦੇ ਤੇ ਨਾ ਇਹ ਕੁਛ ਕਰਦੇ, ਪਹਿਲਾਂ ਤੇ ਅਸੀਂ ਇੰਨੀ ਸਿਕਿਉਰਿਟੀ ਵਾਪਸ ਇੰਨੇ ਥਾਣੇ 'ਚ ਲਾਤੇ, ਇੱਥੇ ਲਾਤੇ, ਉੱਥੇ ਲਾਤੇ, ਕੀ ਫਾਇਦਾ ਸੀ ਉਹਨਾਂ ਗੱਲਾਂ ਦਾ? ਜਦੋਂ ਪਤਾ ਸੀ ਜਿਹਨੂੰ ਸਿਕਿਉਰਿਟੀ ਦੇਣੀ ਪੈਣੀ ਦਿੱਤੇ ਬਗੈਰ ਨਹੀਂ ਸਰਨਾ, ਤੇ ਕਾਹਦੇ ਲਈ ਵਿਦਡਰਾ ਕਰਦੇ ਫਿਰਦੇ? ਹੁਣ ਨਹੀਂ ਦੁਬਾਰਾ ਦਮਗਜਾ ਮਾਰਿਆ, ਨਾ ਮੁੱਖ ਮੰਤਰੀ ਸਾਹਮਣੇ ਆਇਆ, ਨਾ ਉਹਦੇ ਦਰਬਾਰੀ ਪੱਤਰਕਾਰ ਸਾਹਮਣੇ ਆਏ ਜਿਨ੍ਹਾਂ ਨੇ ਕਹਿਤਾ ਕਿ ਅਸੀਂ ਇੰਨੀ ਸਿਕਿਉਰਿਟੀ ਵਾਪਸ ਕਰਕੇ ਥਾਣੇ 'ਚ ਵਾਪਸ ਭੇਜ ਦਿੱਤੀ। ਹੁਣ ਨਹੀਂ ਦੁਬਾਰਾ ਸਟੇਟਮੈਂਟ ਆਈ। ਕਿਤੇ ਨਾ ਕਿਤੇ ਕੜੀ ਘੋਲੀ ਸੀ, ਬਹੁਤੀ ਪਬਲਿਸਿਟੀ ਨੂੰ ਮਿਲੇ ਸੀ। ਇਹਨਾਂ ਕਿਹਾ ਅਸੀਂ ਤਾਂ ਸਾਰੀ ਪੁਲਿਸ ਜਿਹੜੀ ਆ ਉਹ ਜਾਂ ਅਰਵਿੰਦ ਕੇਜਰੀਵਾਲ ਜਾਂ ਰਾਘਵ ਚੱਡਾ ਜਾਂ ਮੁੱਖ ਮੰਤਰੀ ਦੀ ਸੁਰੱਖਿਆ ਤੇ ਲਾ ਦਿਆਂਗੇ, ਲੇਕਿਨ ਵਿਰੋਧੀ ਧਿਰ ਸਾਰੀ ਖਾਲੀ ਕਰ ਦਿਆਂਗੇ। ਹੁਣ ਤੱਕ ਕਟਹਿਰੇ 'ਚ ਖੜੇ ਆ। ਸੋ ਇਸ ਕਰਕੇ ਕਿਤੇ ਨਾ ਕਿਤੇ ਸੰਭਲਣਾ ਬਣਦਾ। ਮੁੱਖ ਮੰਤਰੀ ਦੀ ਜਿਹੜਾ ਇਹ ਤਾਜ ਹੁੰਦਾ ਨਾ, ਇਹ ਕੰਡਿਆਂ ਦੀ ਸੇਜ ਹੁੰਦਾ, ਏਡਾ ਸੌਖਾ ਨਹੀਂ ਹੁੰਦਾ। ਪਰ ਇਹਨਾਂ ਨੇ ਤੇ ਇਹ ਤਾਂ ਬਸ ਉਹ ਜਿੱਦਾਂ ਨਾ ਪਿੰਡ ਦੀ ਸੱਥ 'ਚ ਨਾ ਬੈਠ ਕੇ ਥੜੇ ਤੇ ਕਿਸੇ ਦਰਖਤ ਦੇ ਤੇ ਉੱਥੇ ਲਾਲਾ ਕਰ ਦਈਏ, ਸੋਚਦੇ ਆ ਵੀ ਸ਼ਾਇਦ ਲਾਲਾ ਕਰਕੇ ਸਾਰਾ ਕੁਝ ਸਰ ਜੂਗਾ। ਲਾਲਾ ਕਰਨ ਨਾਲ ਨਹੀਂ ਸਰਨਾ। ਬੇਸਿਕ ਇਹ ਹੁਣ ਧਮਕੀ ਭਰਿਆ ਸਿਲਸਿਲਾ ਆਇਆ ਉਸਦੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਜੋ ਧਮਕੀ ਮਿਲੀ ਹੈ, ਜਾਣੀ ਜਿੰਨਾ ਕੁ ਸਰਕਾਰ ਨੇ ਕੱਲ ਆਪਣਾ ਡੈਮੇਜ ਕੰਟਰੋਲ ਕੀਤਾ, ਇੱਕ ਚਲੋ ਠੀਕ ਹੈ ਅੰਜਾਮ ਤੇ ਪੁੱਜੀ ਇੱਕ ਚੀਜ਼, ਪਰ ਇੰਸਟਾਗ੍ਰਾਮ ਤੇ ਪਾਕਿਸਤਾਨ ਤੋਂ ਪੋਸਟ ਪਈ ਹੈ ਕਿ ਅਗਲਾ ਨੰਬਰ ਬਾਪੂ ਦਾ। ਮਾਨਸਾ ਪੁਲਿਸ ਨੂੰ ਇਸ ਮੁਤਲਕ ਇਤਲਾਹ ਦਿੱਤੀ ਗਈ ਹੈ, ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਕੀ ਕਿਸ ਤਰ੍ਹਾਂ ਦੀ ਹੈ ਜਾਂ ਇਹਦੇ ਕਾਰਨ ਕੀ ਨੇ, ਕਿਉਂਕਿ ਅਨਮੋਲ ਰਤਨ ਸਿੱਧੂ ਐਡਵੋਕੇਟ ਜਨਰਲ ਤੇ ਵੀ ਅਟੈਕ ਹੋਇਆ। ਉਹ ਭਾਵੇਂ ਕੁਦਰਤੀ ਸੀ ਜਾਂ ਸ਼ਰਾਰਤ ਸੀ, ਪਰ ਉਹ ਕਿਉਂਕਿ ਪੇਸ਼ੀ ਤੋਂ ਆ ਰਿਹਾ ਸੀ, ਕਿਉਂਕਿ ਇਹ ਗਰੁੱਪ ਇੰਨਾ ਸ਼ਾਂਤ ਰਹਿਣ ਵਾਲਾ ਨਹੀਂ ਹੈ। ਇਹਨਾਂ ਨੇ ਹਰ ਹੀਲੇ ਆਪਣੇ ਜਿਹੜੇ ਫੜੇ ਹੋਏ ਬੰਦੇ ਨੇ, ਖਾਸ ਕਰਕੇ ਲਾਰੈਂਸ ਜਾਂ ਵੱਡਾ ਗਰੁੱਪ, ਉਹਨਾਂ ਨੂੰ ਬਚਾਉਣਾ। ਤੇ ਜਿਹੜੇ ਹਰਿਆਣੇ ਦੇ ਰਾਹੀਂ ਪੇਸ਼ ਹੋ ਗਏ ਉਹਨਾਂ ਦਾ ਬਚਣਾ ਵੀ ਤੈਅ ਆ, ਦਿੱਲੀ ਪੁਲਿਸ ਰਾਹੀਂ ਪੇਸ਼ ਹੋ ਗਏ ਉਹਨਾਂ ਦਾ ਬਚਣਾ ਵੀ ਤੈਅ ਆ, ਪੰਜਾਬ ਪੁਲਿਸ ਦੇ ਰਾਹੀਂ ਉਹ ਜਿਹੜਾ ਵੀ ਆਉਂਦਾ ਤੇ ਉਹਦਾ ਖਾਤਮਾ ਹੋਣਾ, ਇਹ ਗੱਲ ਇਹਨਾਂ ਨੂੰ ਵੀ ਪਤਾ ਹੈ ਤੇ ਇਹਨਾਂ ਨੂੰ ਪਹਿਲਾਂ ਵੀ ਪਤਾ ਸੀ, ਹਨਾ, ਕਿਉਂਕਿ ਪਹਿਲਾਂ ਵੀ ਇਨਕਾਊਂਟਰ ਵਿੱਕੀ ਗੌਂਡਰ ਦਾ ਜਾਂ ਹੋਰਾਂ ਦੇ ਹੁੰਦੇ ਨੇ ਇਸ ਦੇ ਵਿੱਚ। ਪਰ ਕੀ ਇਹ ਲੱਗਦਾ ਹੈ ਕਿ ਇਹ ਲੋਕ ਵਾਕਈ ਗੈਂਗਸਟਰ ਗਰੁੱਪ ਵੱਲੋਂ ਮੂਸੇਵਾਲੇ ਦੇ ਫਾਦਰ ਦਾ ਨੁਕਸਾਨ ਕੀਤਾ ਜਾ ਸਕਦਾ, ਜਿਵੇਂ ਉਹ ਮੌਕਾ ਵਾਰਦਾਤ ਦਾ ਗਵਾਹ ਆ, ਕਿਉਂਕਿ ਉਹਦੀਆਂ ਗਵਾਹੀਆਂ ਤੇ ਹੀ ਕੇਸ ਅੱਗੇ ਤੁਰਨਾ। ਜੇ ਪਹਿਲਾਂ ਵੀ ਇਸ ਤਰ੍ਹਾਂ ਦੇ ਗਵਾਹ ਬਹੁਤ ਖਤਮ ਹੋਏ ਨੇ, ਡੇਰਾ ਸਿਰਸਾ ਵਾਲੇ ਕੇਸ ਦੇ ਵਿੱਚ ਵੀ ਗਵਾਹਾਂ ਦਾ ਕਤਲ ਹੋਇਆ। ਤੇ ਕੀ ਇਹ ਜਿਹੜੀ ਸਿਰਫ ਧਮਕੀ ਤੱਕ ਹੀ ਹੈ ਜਾਂ ਫਿਰ ਇਹ ਸਰਕਾਰ ਨੂੰ ਡਿਫੇਮ ਕਰਨ ਦੀ, ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ, ਜਾਂ ਵਾਕਈ ਲੱਗਦਾ ਹੈ ਕਿ ਇਹ ਗੈਂਗਸਟਰਾਂ ਦੀ ਕਰਤੂਤ ਹੈ? ਜੀ ਦੇਖੋ, ਮੈਂ ਇਹਦੇ ਤੇ ਆਉਣ ਤੋਂ ਪਹਿਲਾਂ ਇੱਕ ਗੱਲ ਕਹਾਂਗਾ। ਕਈ ਵਾਰੀ ਨਾ ਸਰਕਾਰਾਂ ਬੇਵਕੂਫੀ ਵਾਲੇ ਫੈਸਲੇ ਕਰਦੀਆਂ ਨੇ। ਹੁਣ ਤੁਸੀਂ ਕੱਲ ਦਾ ਕਹਿ ਦਿੱਤਾ ਕਿ ਦੋਨੋਂ ਗੈਂਗਸਟਰ ਨੇ। ਸੁਰਿੰਦਰ ਭਾਈ, ਮੈਂ ਚਲੋ ਤੁਹਾਡੇ ਕੋਲ ਆਵਾਜ਼ ਪਹੁੰਚ ਗਈ ਹੈ। ਸ਼ੇਰਗਿੱਲ ਸਾਹਿਬ ਕੰਪਲੀਟ ਕਰੋ ਪਲੀਜ਼। ਸਵਾਗਤ। ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਸਰ ਇਹ ਕਹਿਣਾ ਚਾਹੁੰਦਾ ਵੀ ਇਸ ਧਮਕੀ ਨੂੰ ਹਲਕੇ 'ਚ ਵੀ ਲੈਣਾ ਚਾਹੀਦਾ, ਕਿਉਂਕਿ ਅੱਜ ਕੱਲ ਨੰਬਰ ਨਾ ਇੱਥੇ ਬਹੁਤ ਬੰਦੇ ਜਰਮਨ ਦੇ, ਪਾਕਿਸਤਾਨ ਦੇ ਨੰਬਰ ਆਮ ਹੀ ਲਈ ਫਿਰਦੇ ਨੇ ਜੀ। ਮੈਂ ਇੱਕ ਬੰਦੇ ਕੋਲ ਦੇਖਿਆ ਜਰਮਨ ਦਾ ਨੰਬਰ, ਤੇ ਮੈਂ ਹੈਰਾਨ ਬਣ ਗਿਆ ਵੀ ਤੇਰੇ ਕੋਲ ਕਿ ਮੈਂ ਬੜੀ ਕਾਲ ਹੋ ਜਾਂਦੀ ਹੈ, ਜੇ ਜਿਹਨੂੰ ਕੀਤਾ ਫੋਨ ਜੇ ਉਹ ਵਾਪਸ ਕਰੇ ਤਾਂ ਉਧਰੋਂ ਫੋਨ ਨਹੀਂ ਮਿਲਦਾ ਜੀ ਉਹ। ਤੇ ਇਹਨੂੰ ਹਲਕੇ 'ਚ ਵੀ ਲੈਣਾ ਚਾਹੀਦਾ, ਤੇ ਇਹਦੇ ਵਿੱਚ ਜ਼ਿਆਦਾ ਸਰਕਾਰ ਨੂੰ ਪਰੇਸ਼ਾਨ ਕਰਨ ਵਾਲੀ ਹੈਗੀ ਹੈ ਜੀ। ਤੇ ਸਿਕਿਉਰਿਟੀ ਉਹਦੀ ਥੋੜੀ ਬਹੁਤੀ ਵਧਾ ਵਧੂ ਕੇ ਰੱਖਣੀ ਚਾਹੀਦੀ ਹੈ ਤੇ ਐਕਟਿਵ ਬੰਦੇ ਨਾਲ ਲਾਉਣ। ਜੀ ਥੈਂਕ ਯੂ ਸ਼ੇਰਗਿੱਲ ਸਾਹਿਬ, ਮਿਹਰਬਾਨੀ ਜੀ, ਮਿਹਰਬਾਨੀ। ਦੇਖੋ ਲੋਕਾਂ ਨੂੰ ਵੀ ਬਾਈ ਜੀ, ਦੇਖੋ ਅਗਲੀਆਂ ਸਰਕਾਰਾਂ ਕਿਹੜੀਆਂ ਆਉਣੀਆਂ ਨੇ, ਪੋਲੀਟੀਕਲ ਲੋਕਾਂ ਨੇ ਹੇਠ ਉੱਤਾ ਕਰਨਾ ਹੈ, ਪਰ ਪੰਜਾਬ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਨਾ, ਜਿੱਥੇ ਸਰਕਾਰ ਗਲਤ ਹੈ ਐਨ ਪੂਰੀ ਝੰਡ ਲਾਹੋ, ਪਰ ਜਿੱਥੇ ਲੱਗਦਾ ਕਿ ਇਹਨਾਂ ਦੀ ਸਰਕਾਰ ਤੋੜ ਕੇ ਅਗਲੇ ਰਾਸ਼ਟਰਪਤੀ ਰਾਜ ਲਾਉਣ ਨੂੰ ਫਿਰਦੇ ਨੇ, ਉੱਥੇ ਭਗਵੰਤ ਮਾਨ ਸਰਕਾਰ ਦੀ ਸਪੋਰਟ ਵੀ ਕਰੋ, ਕਿਉਂਕਿ ਫਿਰ ਵੀ
सूबे की अपनी सरकार है, लोगों की चुनी सरकार है, जिहड़ी इस तो बाद अगली आएगी वो कोई भले मानसां दी नहीं होएगी। ये गल क्लीयर है। उन्होंने हर हीले तुहाडा ये जिहड़ा तोड़ के अपना जिहड़ा बीजेपी का जो पैटर्न है उन्होंने करना ही करना। सो इस करके जिथे भगवंत मान सरकार गलत है, निठ के आलोचना करो, कपड़े उतार दिओ, पर जिथे लगदा कि इन्हां दी सरकार नूं टेढ़े तरीके नाल खत्म किया जा रहा, उत्थे समूह पंजाबियों का यह फतवा चाहे घट है, चाहे वध है, चाहे ईवीएम राही आया, वो प्रवान करना चाहिए। जी सुरेंद्र, कंटिन्यू प्लीज वीर। हुण गल तां इह आ कि देखो अज इन्हां ने गलतियां की कीतियां। तुसीं कल दा रौला पाया कि 2 गैंगस्टर मारे गए ने इनकाउंटर च। अज उन्हां दी शनाख्त कर ली मूसेवाले दे फादर बलकौर सिंह नूं सद लए। हुण मूसेवाले दे फादर नूं पता भी ये उही गैंगस्टर ने, उहने कित्थे देखे ने। ते दूसरी गल, तुसीं जेड़ा व्यक्ति लैके गए वो लुधियाने जेड़ा सिद्धू मूसेवाले दे नाल पट्टड़ होया सी, ओनू लैके गए तू पछाण, वो कित्थों पछाण लैणगे? उस वेले जदों अंधा धुंध चलदी उह च किसे दी पछाण नहीं होया करदी हुंदी। दूसरी गल, उन्हां दे चेहरे मोहरे जेड़े इस वेले विगड़े होए ने, जे उन्हां दी पछाण कराउणी आ, तुसीं लारस बशनोई ते ओहदी टीम जेड़ी दिल्ली तो लिआए, ओ जेड़े 3 शार्प शूटर जेड़े आ ਉਹ ਦਿੱਲੀ ਵਾਲਿਆਂ पकड़ के ਤੁਹਾਨੂੰ हैंड ओवर कीते, ਉਹਨਾਂ ਨੂੰ ਲੈ ਕੇ ਜਾਓ, ਉਹਨਾਂ ਤੋਂ ਸ਼ਨਾਖਤ कराओ। मतलब मैं अज हैरान इस गल तो भी ये किन्ने को भोले बनते कि पब्लिसिटी जिहड़ी आ वो गेन कर रहे, किहड़े बन्ने नूं तुरे। तुसीं तुहाडे कोल किन्ने सोर्स आ, तुसीं उन्हां दे मदर फादर नूं लै जाओ, दोनां नूं, जिन्हां दा पुੱਤ मरिया उन्हां लै जाओ, उन्हां नूं दिखाओ, उन्हां नूं कह पछाणो जी तुहाडा कि नहीं है। जे वो नहीं गे दोनों, तो फिर जी कल दी तुसीं डौड़ी पिट्टी हुई आ कि दोनों जेड़े शार्प शूटर सी मारे गए, तो फिर वो की सी? किते ना किते मूर्खताई वाला डिसीजन जिहड़ा वो लै रहे। हुण अगली गल देखो, वापर किसी भी टाइम कुछ भी सकदा, कुछ नहीं कह सकते, क्योंकि उन्हां नूं भी पता कि जेड़े गैंगस्टर सिद्धू मूसेवाले दे केस च फस गए उन्हां नूं सजा होनी होनी आ, उन्हां नूं रिलीफ उपर तक कोई नहीं मिलनी, ये सारे जानते हैं। इस करके उन्हां ने कोशिश करनी है कि किहड़े बंदे नूं इहदे चों कढा सकन, पर कढाउणा उन्हां लई एडा सौखा नहीं है। जे हुण कह दे कोई गैंगस्टर आके किसी जेल ते अटैक कर जाए जां तरीके नाल कढा के लै जाए, हुण हालात बदले होए ने। जदों नाभा जेल ब्रेक हो गई सी, हुण नहीं हुंदी, एडा सौखा नहीं गा। हाँ, एक काम कर देन, अज भी जो पंजाब पुलिस ने सुधार करना, कोई एक जिहड़ी डिस्ट्रिक्ट जेल आ उहनूं खाली करा लैण, सिक्योरिटी उहदे च बाकियां नाल वध कर लैण, उहनूं मैक्सीमम सिक्योरिटी जेल जिद्दां नाभे नूं रखिया सी इदां रख के सारे पंजाब च उहदे च इकट्ठे कर देण एक जगह ते। आपस च जुत्ती होई जाणगे, सरकार दा काम सौखा हो जू, सामभणे सौखे हो जाण। जिन्नी जगह ते इन्हां रखे आ सगों सामभणे इन्हां नूं औखे आ। इन्हां ने पंजाब दी सारियां जेलां च खलार लए हो, ਤੁਹਾਨੂੰ तो सामने औके एक जगह इकट्ठे करो, तो जे चीपे करते तो डांग फेरनी भी सौखी हो जू। फिर यानी कि जेड़ा वार वार ये अटैक होने का खासा प्रगटाया जा रहा वो नहीं होगा। कड्डो ना, कल्ले कल्ले नूं बंद रखो, लोड़ ही नहीं पैंदी, इत्थों तक दी नौबत नहीं आउंदी। पर किते ना किते आ सरकार भी कुछ फैसले जिहड़े आ वो अधूरे लैंदी आ, जिहदा करके ये कुछ सारा कुछ जिहड़ा वो वापर जांदा। जी जी बिल्कुल बिल्कुल। ते देखो पंजाबियों नूं इस मामले च, क्योंकि तुहाडे नेड़े जिथे कोई गलत है गऊ गरीब दे हक दे विच हा दा नारा मारना पैना, ते तुहानूं अपने विचारधारा जां खास करके तुसीं किसी भी पार्टी नूं भावें अजकल बहुत है अपने रिक्की डडवाल जां होर किन्ने लोग आउंदे ने, वो कहणगे असीं अकाली हैं, कोई दो रामा नहीं, पर अकाली इत्थे गलत ने, इत्थे आम आदमी पार्टी सही है। ये सानूं कहना चाहिए खास करके वोटर नूं। पर वोटर ने की कहना, साडे तां पत्रकार नहीं कहंदे, साडे तां पत्रकारां दी अपनी विचारधारा है, ते उस तो बाद उन्होंने एक पार्टी विशेष नूं सपोर्ट करना, फिर जदों मौका मिलदा ते वहिंदी गंगा च हत्थ होणे, जानी सरकार दे पिट्ठू बनना है। तुसीं पब्लिक नूं की कहंदे हो, साडे पत्रकार नहीं सुधरे। जे कोई पत्रकार आलोचना करदा तां ये पोलीटिकल पार्टियां दे पालतू ने, जिहड़े अकालियां दे, कैप्टन दे, चन्नी दे, भगवंत दे, ये पालतू पुंछा लाउण आ जांदे ने, जस्टिफाई करन आ जांदे ने। सो इस तरीके नाल ये जिहड़ा जिस तरह बहुते पंजाबी उन्हां दीयां तारां, उन्हां दा
ਲਗਾ ਉਹਨਾਂ ਦੇ ਸਬੰਧ ਕਹਿ ਲਈਏ ਉਹ ਵਿਦੇਸ਼ਾਂ ਦੇ ਨਾਲ ਨੇ। ਅਫਸੋਸ ਕਿ ਅਸੀਂ ਵਿਦੇਸ਼ਾਂ 'ਚ ਰਹਿ ਕੇ ਵੀ ਉੱਥੋਂ ਦਾ ਸਿਸਟਮ ਕੀ ਸਿੱਖਣਾ ਸੀ, ਅਸੀਂ ਉੱਥੋਂ ਦੇ ਸਿਸਟਮ 'ਚ ਵੀ ਇਹ ਕੰਮ ਫੜ ਲਿਆ ਉਰੋਂ ਵਾਲਾ। ਕਿਸੇ ਦੀਆਂ ਪਲੇਟਾਂ ਖਾੜ ਦਿਓ, ਕਿਸੇ ਦੇ ਬੈਨਰ ਪੱਟ ਦਿਓ, ਕਿਸੇ ਦੀ ਬਾਰਬੀਕਿਊ 'ਚ ਰਿਸ਼ਵਤ ਚੱਲਦੀ ਹੈ ਵੋਟਾਂ ਪੱਟਣ ਦੀ। ਅਸੀਂ ਉੱਥੋਂ ਵਾਲਾ ਸਿਸਟਮ ਪੰਜਾਬ 'ਚ ਕੀ ਲਿਆਉਣਾ ਸੀ, ਬਲਕਿ ਉੱਥੋਂ ਦੇ ਸਿਸਟਮ 'ਚ ਵੀ ਸਾਡੇ ਇਹ ਅਖੌਤੀ ਚੌਧਰੀ ਗੰਦ ਪਾਉਣ ਲੱਗ ਪਏ। ਤੁਸੀਂ ਹਿਸਾਬ ਲਾ ਲਿਓ ਕਿ ਜਿਹੜਾ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਹੜੇ ਉਹਨਾਂ 'ਚ ਮੂਹਰੇ ਫੀਲੇ ਹੋਣਗੇ ਵਿਦੇਸ਼ਾਂ 'ਚ, ਉਹੀ ਫੀਲਿਆਂ ਦੀਆਂ 4 ਸਾਲ ਪਹਿਲਾਂ 6 ਸਾਲ ਪਹਿਲਾਂ ਦੀਆਂ ਤਸਵੀਰਾਂ ਵੇਖ ਲਓ, ਉਹੀ ਫੀਲੇ ਅਕਾਲੀ ਦਲ ਦੇ, ਉਹੀ ਕਾਂਗਰਸ ਦੇ, ਉਹੀ ਉਹਨਾਂ ਦੇ ਹੋਣਗੇ। ਇਹ 2-4% ਲੋਕ ਹੀ ਨਹੀਂ ਟਿਕਦੇ, ਕਦੇ ਉਸ ਪਾਰਟੀ ਦੀ ਚਾਪਲੂਸੀ, ਕਦੇ ਉਸ ਪਾਰਟੀ ਦੀ ਚਾਪਲੂਸੀ। ਇਹ ਲੋਕ ਨੇ ਜਿਹੜੇ ਸਾਰੀ ਗੰਦਗੀ ਘੋਲਦੇ ਨੇ। ਸੋ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜੇ ਘੱਟੋ ਘੱਟ ਜਿਸ ਸਿਸਟਮ ਤੋਂ ਅਸੀਂ ਦੁਖੀ ਹੋ ਕੇ ਇਹਨਾਂ ਮੁਲਕਾਂ 'ਚ ਗਏ ਆ ਨਾ, ਤੇ ਘੱਟੋ ਘੱਟ ਉਹ ਅੱਛਾ ਪੈਟਰਨ ਕਿ ਇਹਨਾਂ ਲੀਡਰਾਂ ਨੂੰ ਪ੍ਰੈਸ਼ਰ 'ਚ ਲਿਆ ਕੇ ਨੇਕ ਕੰਮ ਕਰਾਓ ਇਹਨਾਂ ਤੋਂ। ਕੈਨੇਡਾ 'ਚ, ਅਮਰੀਕਾ 'ਚ ਕੋਈ ਰੱਬ ਨਹੀਂ ਹੈ, ਉਹ ਇੱਕ ਸਿਸਟਮ ਹੈ ਜਿਹੜਾ ਉੱਥੇ ਉਹਨਾਂ ਨੇ ਅਡਾਪਟ ਕੀਤਾ ਹੋਇਆ। ਇੰਡੀਆ ਨਾਲੋਂ ਬਦਤਰ ਹਾਲਾਤ ਨੇ ਮੌਸਮ ਦੇ, ਆਰਥਿਕਤਾ ਦੇ, ਸੋਰਸ ਦੇ, ਪਰ ਫਿਰ ਵੀ ਉਹ $80 ਨੂੰ ਢੁਕਿਆ ਹੋਇਆ। ਤੇ ਸਾਡੇ ਕਦੇ ਰਾਮਲਲਾ ਚੱਕ ਲਓ, ਕਦੇ ਫਲਾਣਾ ਚੱਕ ਲਓ, ਕਦੇ ਢਮਕਾਣਾ ਚੱਕ ਲਓ, ਕਦੇ ਖਾਲਿਸਤਾਨ ਚੱਕ ਲਓ। ਆ ਖਾਲਿਸਤਾਨ ਦੇ 2.5 ਟੋਟਰੂ ਨੇ ਨਹੀਂ ਮਾਨ, ਇੱਕੋ ਹੀ ਹੱਲ ਖਾਲਿਸਤਾਨ। ਮੈਨੂੰ ਦੱਸ ਦਿਓ, ਇੱਕੋ ਹੀ ਹੱਲ ਖਾਲਿਸਤਾਨ ਵਾਲਿਓ, ਤੁਸੀਂ ਇੱਕ ਗੁਰਦੁਆਰਾ ਚਲਾ ਕੇ ਦਿਖਾ ਦਿਓ 2 ਸਾਲ ਬਿਨਾਂ ਇੱਕ ਦੂਸਰੇ ਦੀਆਂ ਮਜੀਠੀਆਂ ਪੱਟੇ। ਆ ਖਾਲਿਸਤਾਨ ਦੇ 2 ਲੀਡਰ ਨੇ, ਗੁਰਪਤਵੰਤ ਪੰਨੂ ਤੇ ਸਿਮਰਜੀਤ ਮਾਨ ਨੂੰ ਇਕੱਠੇ ਬਿਠਾ ਕੇ ਦਿਖਾ ਦਿਓ। 5 ਜਥੇਦਾਰ ਸਰਬੱਤ ਖਾਲਸਾ ਨੇ ਇਕੱਠੇ ਕੀਤੇ ਸੀਗੇ, 5 ਤਾਂ ਇਕੱਠੇ ਹੋਏ ਨਹੀਂ, 3 ਨਹੀਂ ਇਕੱਠੇ ਰਹੇ। ਕੀ ਕਰੋਗੇ ਤੁਸੀਂ ਇਹਨਾਂ ਨੂੰ? ਖਾੜਕੂ ਜਥੇਬੰਦੀਆਂ, ਰਾਜੋਆਣਾ ਜਾਂ ਹਵਾਰਾ, ਇਹਨਾਂ ਦੇ ਆਪਣੇ ਮਤਭੇਦ ਨੇ, ਸੰਤਾਂ ਤੇ ਭਿੰਡਰਾਂ ਵਾਲਿਆਂ ਦੇ ਆਪਣੇ ਮਤਭੇਦ ਸੀ। ਕਿਹੜੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ? ਦੂਸਰੇ ਨੂੰ ਬਰਦਾਸ਼ਤ ਕਰਨਾ ਸਿੱਖਣਾ ਹੋਏਗਾ। ਖੈਰ, ਤੇ ਅੱਜ ਫਿਰ ਰਾਸ਼ਟਰਪਤੀ ਸਾਹਿਬ ਦੇਖੋ, ਦ੍ਰੋਪਦੀ ਮਰਮੂ ਪਛੜੇ ਕਬੀਲਿਆਂ ਚੋਂ, ਜਿਵੇਂ ਆਪਾਂ ਕਹਿੰਦੇ ਸੀ ਕਿ ਸ਼ਡਿਊਲ ਟ੍ਰਾਈਬਸ ਦੇ ਵਿੱਚੋਂ ਇਹਨਾਂ ਨੇ ਰਾਸ਼ਟਰਪਤੀ ਚੁਣ ਲਿਆ। ਪਰ ਸ਼ਡਿਊਲ ਟ੍ਰਾਈਬਸ ਦਾ ਕੀ ਹਾਲ ਹੈ? ਤੁਸੀਂ ਉਹਨਾਂ ਨੂੰ ਛੱਡੋ, ਆ ਧਾਨਕ ਮੁਹੱਲੇ 'ਚ ਰਾਜੂ ਤੇ ਸੁਨੀਤਾ ਦਾ ਘਰ ਢਹਿ ਗਿਆ ਤੇ ਉਧਰ ਦ੍ਰੋਪਦੀ ਮਰਮੂ ਦੇਸ਼ ਦੇ ਰਾਸ਼ਟਰਪਤੀ ਬਣ ਗਏ ਆ। ਮਿਲਿਆ ਕੀ? ਪਹਿਲਾਂ ਸ਼੍ਰੀ ਰਾਮਨਾਥ ਕੋਵਿੰਦ ਸੀਗੇ, ਕਿੰਨੇ ਮੰਦਰਾਂ 'ਚ ਬੈਨ ਨੇ, ਤੇ ਕੀ ਕਰਨਗੇ ਕੋਵਿੰਦ ਰਾਸ਼ਟਰਪਤੀ ਬਣ ਕੇ? ਪਿਕ ਐਂਡ ਚੂਜ਼ ਕਰਕੇ ਅਗਲੇ ਤੁਹਾਡੇ ਨਾਂ ਤੇ ਤੁਹਾਨੂੰ ਬੁੱਧੂ ਬਣਾਉਂਦੇ ਆ। ਜੀ ਸੁਰਿੰਦਰ, ਇਦਾਂ ਹੀ ਕੁਝ ਪਤਵੰਤੇ ਸਿੱਖ ਚੱਕ ਲਏ, ਉਹ ਕਹਿੰਦੇ ਮੋਦੀ ਸਾਹਿਬ ਨੇ ਸਿੱਖਾਂ ਲਈ ਕੀਤਾ ਹੀ ਬਹੁਤ ਕੁਝ ਹੈ। ਜੀ ਸੁਰਿੰਦਰ। ਪਰਮਿੰਦਰ, 543 ਲੋਕ ਸਭਾ ਦੇ ਮੈਂਬਰ ਜਿਹੜੇ ਆ ਲੋਕਾਂ ਦੁਆਰਾ ਚੁਣੇ ਜਾਂਦੇ ਤੇ 2 ਨੋਮੀਨੇਟ ਹੁੰਦੇ ਆ ਐਂਗਲੋ ਇੰਡੀਅਨ 'ਚ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿੰਦਾ ਸੀ ਤਾਣਾ ਜੀ, ਦੇਖੋ ਚਲੋ ਠੀਕ ਆ, ਉਹਨਾਂ ਨੇ ਕਰਿਆ, ਸਜ਼ਾ ਮਿਲ ਗਈ, ਉਹ ਮਾਰੇ ਗਏ, ਪਰ ਜਿੰਨੇ ਹੁਣ ਤੋਂ ਲੈ ਕੇ ਡਿੰਪੀ ਚੰਦਭਾਨ ਤੋਂ ਇਹ ਕੰਮ ਸ਼ੁਰੂ ਹੋਇਆ ਜੀ, ਰੋਕੀ ਫਾਜ਼ਿਲਕਾ, ਹੋਰ ਕਿੰਨੇ ਨੇ ਆ। ਹੁਣ ਜਦੋਂ ਕੈਪਟਨ ਸਰਕਾਰ ਆਈ ਉਦੋਂ ਵਿੱਕੀ ਗੌਂਡਰ ਹਰੀ ਮਾਰੇ ਗਏ ਜੀ, ਤੇ ਹੁਣ ਇਹ ਮਾਰੇ ਗਏ। ਮੰਨ ਲਓ ਹੁਣ ਸਰਕਾਰ ਨੂੰ ਠੀਕ ਹੈ, ਚਲੋ ਜਿਹੜੇ ਜਿੰਨੇ ਮੂਸੇ ਵਾਲੇ ਨੂੰ ਚਲੋ ਪਿਆਰ ਕਰਦੇ ਸੀ ਜਾਂ ਉਹਦੇ ਮਾਪਿਓ ਦਾ ਦੁੱਖ ਸੋਚਦੇ ਸੀ, ਉਹ ਕਿਤੇ ਨਾ ਕਿਤੇ ਸੋਚਦੇ ਨੇ ਰਾਹਤ, ਪਰ ਲੋਕਾਂ ਨੂੰ ਮੇਰੇ ਹਿਸਾਬ ਨਾਲ ਸਵਾਲ ਚੱਕਣੇ ਚਾਹੀਦੇ ਨੇ ਕਿ ਸਰਕਾਰ ਤੇ ਵੀ ਇਹਦੇ ਵਾਸਤੇ ਕੋਈ ਪ੍ਰੋਪਰ ਨੀਤੀ ਹੋਵੇ ਸਰਕਾਰ ਦੀ। ਇਹ ਤਾਂ ਨਹੀਂ, ਜੇ ਫਿਰ ਇਹ ਤਾਂ ਇਹ ਮਾਰੇ ਗਏ ਹੋਰ ਆ ਜਾਣਗੇ ਜੀ, ਹੋਰ ਮਾਰੇ ਜਾਣਗੇ, ਹੋਰ ਆ ਜਾਣਗੇ। ਜਿਹੜੇ ਵਿਚਾਰੇ ਹੁਣ ਮੰਨ ਲਓ ਹੁਣ ਇਹਨਾਂ ਦਾ ਅੱਗੇ ਵੀ ਕਈ ਵਾਰੀ ਹੁੰਦਾ ਵੀ ਇਹਨਾਂ ਦਾ ਆਪਸ 'ਚ ਤਾਂ ਕੋਈ, ਚਾਹੇ ਦੋ ਵਿਰੋਧੀ ਗੈਂਗ ਨੇ, ਕਦੇ ਕੋਈ ਸ਼ੂਟ ਆਊਟ ਹੁੰਦਾ ਨਹੀਂ ਇਹਨਾਂ ਦਾ ਆਪਸ 'ਚ। ਜਿਹੜੇ ਆਮ ਪਬਲਿਕ 'ਚ ਵਿਚਰਦੇ ਨੇ ਲੋਕ, ਜਿਵੇਂ ਮੂਸੇ ਵਾਲਾ ਹੈ ਜਾਂ ਮਿੱਡੂ ਖੇੜਾ ਸੀ, ਉਹ ਉਹੀ ਗੱਲ ਹੈ ਟਾਰਗੇਟ ਕਰਦੇ ਨੇ ਜੀ ਇਹ। ਤੇ ਫਿਰ ਉਹਦਾ ਹੱਲ ਕੀ ਹੈ ਜੀ? ਇਹ ਤਾਂ ਕੋਈ ਹੱਲ ਤਾਂ ਨਹੀਂ ਨਾ ਹੈਗਾ ਜੀ, ਮਾਰਿਆ ਜਾਣਾ ਤਾਂ ਮੇਰੇ ਹਿਸਾਬ ਨਾਲ ਕੋਈ ਹੱਲ ਨਹੀਂ ਹੈਗਾ ਜੀ। ਇਹਦਾ ਕੋਈ ਪ੍ਰੋਪਰ ਨੀਤੀ ਹੋਵੇ ਤਾਂ। ਥੈਂਕ ਯੂ ਮਿਹਰਬਾਨੀ, ਗੱਲ ਤੁਹਾਡੀ ਦਰੁਸਤ ਹੈ, ਮਾਰਿਆ ਜਾਣਾ ਕੋਈ ਹੱਲ ਨਹੀਂ, ਪਰ ਅਸੀਂ ਖੁਸ਼ ਹੁੰਦੇ ਹਾਂ ਕਿ ਹਾਂ ਚੱਕਤਾ ਜੀ, ਬੁర్ర ਹੈ ਜੀ, ਫਲਾਣੇ ਦਾ ਬਦਲਾ। ਪਰ ਅੱਜ ਕੀ ਹੋਇਆ? ਮਿੱਠੂ ਮਾਜਰਾ ਮਸ਼ਹੂਰ ਪਿੰਡ ਹੈ, ਮਿੱਠੂ ਮਾਜਰੇ ਦਾ ਨਿਵਾਸੀ ਕਰਮਜੀਤ ਸਿੰਘ ਹੈ, ਉਸ ਤੋਂ ਫਰੌਤੀ ਵਸੂਲਣ ਦਾ ਮਾਮਲਾ ਸਾਹਮਣੇ ਆਇਆ। ਸ਼ਿਕਾਇਤਕਰਤਾ ਇਸ ਮਿੱਠੂ ਮਾਜਰੇ ਦੇ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਡਰਾਮਾ ਬੈਰਕ ਦੇ ਵਿੱਚ ਕੈਦੀਆਂ ਨੇ ਉਸ ਨੂੰ ਕੁੱਟਮਾਰ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਰੌਤੀ ਵਜੋਂ ਜੇਲ੍ਹ ਦੇ ਵਿੱਚ ਹਵਾਲਾਤੀ ਹੈ ਤੇ ਕੈਦੀਆਂ ਨੇ ਉਹਦੀ ਕੁੱਟਮਾਰ ਕਰਕੇ ਫਰੌਤੀ ਵਜੋਂ 85,000 ਰੁਪਏ ਮੰਗੇ ਤੇ ਉਸ ਨੇ ਆਪਣੇ ਭਰਾ ਰਾਹੀਂ ਗੂਗਲ ਪੇ ਦੇ ਜ਼ਰੀਏ 15,000 ਦੀ ਅਦਾਇਗੀ ਕੀਤੀ ਹੈ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਵਾਣਾ ਨੇ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਆਇਆ। ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਤਫਤੀਸ਼ ਕੀਤੀ। ਬੈਰਕ ਦੇ ਵਿੱਚੋਂ ਛਾਪਾ ਮਾਰ ਕੇ 3 ਮੋਬਾਈਲ ਫੜੇ ਗਏ। ਤਿਰਪੜੀ ਥਾਣੇ ਦੇ ਵਿੱਚ ਹਵਾਲਾਤੀ ਗੁਰਪ੍ਰੀਤ ਸਿੰਘ ਬੜਵਰ ਦਾ, ਇਕਬਾਲਪ੍ਰੀਤ ਸਿੰਘ ਦੌਣ ਕਲਾਂ ਦਾ,
ਤੇ ਬਲਕਾਰ ਸਿੰਘ ਤਲਵੰਡੀ ਦਾ ਤੇ ਜਗਦੀਪ ਸਿੰਘ ਤੇ ਸੁਖਦੀਪ ਸਿੰਘ ਵਾਸੀ ਕੋਟਕਪੂਰਾ ਦਾ ਤੇ ਰਾਜਵੀਰ ਸਿੰਘ ਲੇਲ ਕਲਾਂ ਦਾ ਤੇ ਅਮਨਦੀਪ ਸਿੰਘ ਚਾਹਲ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਤੇ ਇਸ ਦੌਰਾਨ ਮੌਕੇ ਤੇ ਪੜਤਾਲ ਕੀਤੀ ਗਈ ਕਿ ਕੁਝ ਬੰਦਿਆਂ ਨੇ ਡਿਪਟੀ ਸੁਪਰਡੈਂਟ ਹਰਪ੍ਰੀਤ ਤੇ ਹਮਲਾ ਕੀਤਾ। ਮਾਮਲੇ ਦੀ ਜਾਂਚ ਮੌਕੇ ਫਿਰ ਇਹਨਾਂ ਨੇ ਡਿਪਟੀ ਸੁਪਰਡੈਂਟ ਤੇ ਵੀ ਹਮਲਾ ਕੀਤਾ ਹਰਪ੍ਰੀਤ ਤੇ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੜਤਾਲ ਦੇ ਦੌਰਾਨ ਇੱਕ ਬੈਰਕ ਦੇ ਵਿੱਚ ਇਸ ਜਾਂਚ ਕਰਨ ਵਾਲੀ ਟੀਮ ਨੂੰ ਦੇਖ ਕੇ ਭੱਜੇ ਅਮਰਪ੍ਰੀਤ ਸਿੰਘ ਚਾਹਲ ਨੂੰ ਫੜਿਆ ਗਿਆ ਤਾਂ ਪਿੱਛੋਂ ਕਿਸੇ ਬੰਦੇ ਨੇ ਡਿਪਟੀ ਸੁਪਰਡੈਂਟ ਦੇ ਸਟੀਲ ਦਾ ਗਲਾਸ ਮਾਰਿਆ। ਇਸੇ ਦੌਰਾਨ ਅਮਰਪ੍ਰੀਤ ਨੇ ਕੋਈ ਤਿੱਖੀ ਚੀਜ਼ ਲਿਆ ਕੇ ਹਰਪ੍ਰੀਤ ਡਿਪਟੀ ਦੇ ਸਿਰ 'ਚ ਮਾਰੀ। ਇਹ ਕੁਝ ਸਰੇਆਮ ਯਾਰ ਜੇਲ੍ਹ 'ਚ ਲੋਕ ਕੁਝ ਕਰ ਰਹੇ ਨੇ। ਤੁਸੀਂ ਹਿਸਾਬ ਲਾ ਲਓ ਕਿ ਜੇਲ੍ਹ 'ਚੋਂ ਫਰੌਤੀਆਂ ਤੇ ਗੁੰਡਾਗਰਦੀ ਇੰਨੀ ਹੈ ਤੇ ਫਿਰ ਇਹ ਹੱਲ ਥੋੜੀ ਹੈ। ਜਿਵੇਂ ਤੁਸੀਂ ਆਖਿਆ ਸੀ ਕਿ ਇਹਦੇ ਲਈ ਸਟ੍ਰਿਕਟ ਜੇਲ੍ਹ ਪ੍ਰਬੰਧ ਹੋਵੇ ਕਿ ਇੱਕ ਬੈਰਕ ਹੋਵੇ, ਇਕੱਠੇ ਕਰ ਦੋ, ਦੱਸੋ ਕਿੱਥੋਂ ਭੱਜ ਜਾਣਗੇ। ਨਾਲੇ ਜਦੋਂ ਪਤਾ ਲੱਗਦਾ ਐਨਕਾਊਂਟਰ ਹੋਣ ਵਾਲਾ ਤੇ ਫਿਰ ਇਹਨਾਂ ਦੀਆਂ ਮਾਵਾਂ ਵੀ ਬੁਲਟ ਪ੍ਰੂਫ ਜੈਕਟਾਂ ਮੰਗਣ ਲੱਗ ਪੈਂਦੀਆਂ ਨੇ। ਹਾਲਾਤ ਇਹ ਨੇ ਤੇ ਫਿਰ ਰੋਕ ਕਿੱਥੇ ਲੱਗੀ ਹੈ। ਇੱਕ ਦੋ ਵਿਅਕਤੀਆਂ ਦਾ ਐਨਕਾਊਂਟਰ ਹੋਣ, ਉਹ ਮਨੂ ਕੁੱਸਾ ਸੀ। ਮਨੂ ਕੁੱਸਾ ਕਿਹੜੇ ਹਾਲਾਤਾਂ 'ਚ ਬਣਿਆ? ਪਿੰਡ 'ਚ ਕੋਈ ਝਗੜਾ ਹੋਇਆ, ਉਹਦੇ ਮਾਂ-ਪਿਓ ਨੂੰ ਕਿਸੇ ਨੇ ਕੁੱਟਿਆ, ਮਨੂ ਕੁੱਸੇ ਨੇ ਉਹ ਕੁੱਟਤੇ ਤੇ ਜੇਲ੍ਹ ਚਲਿਆ ਗਿਆ। ਜੇਲ੍ਹ ਦੇ ਵਿੱਚੋਂ ਗੈਂਗਸਟਰ ਬੰਬੀਹਾ ਗਰੁੱਪ ਦੇ ਪੈਂਟੇ ਨੇ ਉਹਨੂੰ ਕੁੱਟ ਦਿੱਤਾ। ਉਹ ਤੋਂ ਬਦਲਾ ਲੈਣ ਦੀ ਮਨੂ ਕੁੱਸਾ ਸ਼ੂਟਰ ਬਣਿਆ। ਚੰਗਾ ਭਲਾ ਮਿਸਤਰੀਪਣਾ ਕਰਦਾ ਸੀ। ਇਹ ਇਦਾਂ ਚੀਜ਼ ਨਹੀਂ ਰੁਕਣੀ, ਸਥਾਈ ਹੱਲ ਲੱਭਣਾ ਪੈਣਾ। ਰਸ਼ਪਿੰਦਰ ਸਿੰਘ ਚਾਹਲ, ਸਵਾਗਤ ਹੈ ਤੁਹਾਡਾ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਦੋ ਗੱਲਾਂ ਕਰਨੀਆਂ ਜੀ ਮੈਂ। ਇੱਕ ਤਾਂ ਉਹ ਸ਼ਗਨਪ੍ਰੀਤ ਦੀ ਇੰਟਰਵਿਊ ਆਈ, ਉਹ ਸੁਣ ਲਈ ਤੁਸੀਂ? ਨਹੀਂ, ਮੈਂ ਸੁਣੀ ਨਹੀਂ। ਆਸਟ੍ਰੇਲੀਆ ਦੇ ਮੁੰਡੇ ਦੀ ਸੁਣੀ ਨਹੀਂ ਮੈਂ, ਪਲੀਜ਼। ਹਾਂਜੀ ਹਾਂ, ਚਲੋ ਉਹਦੇ ਟਾਈਮ ਲੱਗਿਆ। ਤੁਸੀਂ ਅਪਡੇਟ ਦੇ ਦਿਓ ਉਹਦੇ 'ਚ ਕੀ ਹੈ। ਕੋਈ ਨਹੀਂ, ਤੁਸੀਂ ਵੀ ਇੱਕੋ ਹੀ ਗੱਲ ਹੋ, ਰਸ਼ਪਿੰਦਰ ਹੋਇਆ ਪਰਮਿੰਦਰ ਹੋਇਆ, ਤੁਸੀਂ ਇਨਪੁਟ ਦੇ ਦਿਆ ਕਰੋ ਜੇ ਕਿਸੇ ਨੇ ਸੁਣੀ ਹੁੰਦੀ ਹੈ ਪਲੀਜ਼। ਕੀ ਸੀ ਉਹਦੇ 'ਚ? ਨਹੀਂ, ਮੈਨੂੰ ਤਾਂ ਥੋੜਾ ਕਨਫਿਊਜ਼ ਜਿਹਾ ਲੱਗਿਆ। ਉਹ ਜਿਵੇਂ ਚੰਗੀ ਤਰ੍ਹਾਂ ਫਲਾਣਾ ਢਿਮਕਾ ਹੀ ਕਹੀ ਜਾਂਦਾ ਹਰੇਕ ਗੱਲ ਦੇ ਵਿੱਚ। ਤੇ ਹੈ ਕੁਛ ਨਾ ਕੁਛ ਲੱਗਦਾ ਮਾੜਾ ਮੋਟਾ, ਹੋ ਸਕਦਾ ਅਣਜਾਣੇ 'ਚ ਹੋਇਆ ਹੋਵੇ, ਪਰ ਕੋਈ ਨਾ ਕੋਈ ਲਿੰਕ ਤਾਂ ਮੈਨੂੰ ਲੱਗਦਾ ਵੀ ਹੋਊਗਾ। ਤੇ ਦੂਜੀ ਗੱਲ ਕਰਨੀ ਸੀ ਇੱਕ ਜੀ, ਫੇਸਬੁੱਕ ਤੇ ਬੰਦਾ ਕੱਲ ਹੀ ਪਤਾ ਲੱਗਿਆ ਮੈਨੂੰ, ਫੱਗੂ ਵਾਲੀਆ ਕਰਕੇ। ਹਾਂ, ਉਹ ਕਾਫੀ ਭਗਵੰਤ ਮਾਨ ਦੇ ਖਿਲਾਫ ਪਹਿਲਾਂ ਵੀ ਬੜਾ ਸਰਗਰਮ ਸੀ ਉਹ ਬੰਦਾ, ਫੱਗੂ ਵਾਲੇ। ਇਹਦਾ ਜੋੜੀਦਾਰ ਸੀ, ਇਕੱਠੇ ਸ਼ੋਅ ਕਰਾਉਂਦੇ ਰਹੇ। ਉਹਨੇ ਫੋਟੋਆਂ ਬਹੁਤ ਪਾਈਆਂ ਹੋਈਆਂ, ਪਰ ਜਿਹੜੇ ਉਹ ਮਤਲਬ ਪਤਾ ਨਹੀਂ ਸੱਚਾਈ ਹੈ ਕੀ ਹੈ। ਜਿਹੜਾ ਕੁਝ ਉਹ ਲਿਖ ਰਿਹਾ ਉਹ ਤਾਂ ਮਤਲਬ ਕੰਨਾਂ ਦੇ ਪਰਦੇ ਹੀ ਖੋਲਦਾ। ਕੀ ਨਾਂ ਸੀ ਉਹਦਾ? ਜਰਮਨ ਫੱਗੂ ਵਾਲੀਆ ਪਤਾ ਨਹੀਂ ਕੀ। ਮੈਂ ਉਹਦੇ ਨਾਲ ਚੰਨ ਪ੍ਰਦੇਸੀ ਦੀ ਇੱਕ ਵਾਰੀ ਇੰਟਰਵਿਊ ਕੀਤੀ ਸੀ, ਉਦੋਂ ਉਹਦੀ ਕਾਲ ਆਈ ਸੀ ਸ਼ਾਇਦ। ਉਦੋਂ ਵੀ ਉਹਨੇ ਮਤਲਬ ਜਦੋਂ ਆਮ ਆਦਮੀ ਪਾਰਟੀ ਬਣੀ ਹੈ, ਜਿਹੜੇ ਸ਼ੋਅ ਲਿਜਾਂਦੇ ਰਹੇ ਨੇ, ਉਹਨਾਂ ਦੇ ਬਾਰੇ ਵੀ ਖੁਲਾਸੇ ਉਹਨੇ ਕੀਤੇ ਸੀ। ਜਰਮਨ ਫੱਗੂ ਵਾਲੀਆ ਪਤਾ ਨਹੀਂ ਵੇਲੇ ਦਾ ਜੀ ਨਾਲ ਜੁੜਿਆ ਹੋਇਆ, ਪੀਪੀਪੀ ਵੇਲੇ ਦੀਆਂ ਫੋਟੋਆਂ ਪਾਈਆਂ ਹੋਈਆਂ। ਹਾਂ, ਇਕੱਠੇ ਸੀ ਪਹਿਲਾਂ ਭਗਵੰਤਰਬਾਜੀ ਦੇ ਦੋਸ਼, ਹੋਰ ਆਪਣਾ ਐਸ਼ੀਪਣਾ ਸਾਰਾ ਕੁਝ। ਉਹਦਾ ਕੀ ਲੜੀ ਚਲਾ ਰਖਿਆ ਉਹਨੇ, ਤਾਂ ਕੀ ਕਹਿ ਰਿਹਾ ਉਹਨੂੰ, ਝੰਡੇ ਖਾਣੀ। ਹਾਂਜੀ ਠੀਕ ਹੈ ਬਾਈ ਜੀ, ਮੇਰਾ ਤਾਂ ਹੋ ਗਿਆ। ਮਿਹਰਬਾਨੀ, ਥੈਂਕ ਯੂ ਚਾਲ ਸਾਹਿਬ। ਸੁਰਿੰਦਰ ਵੀ ਜੀ, ਉਧਰ ਦੇਖੋ ਪਟਿਆਲਾ ਜੇਲ੍ਹ 'ਚ ਕੀ ਕੁਛ ਹੋ ਰਿਹਾ, ਤੇ ਦੂਸਰੇ ਪਾਸੇ ਕਿ ਜਿਹੜੇ ਜੇਲ੍ਹ 'ਚ ਬੰਦ ਨੇ, ਕੈਦੀ ਨੇ ਜਾਂ ਗੈਂਗਸਟਰ ਨੇ, ਕੁਝ ਵੀ ਨੇ, ਉਹ ਕਾਬੂ 'ਚ ਨਹੀਂ। ਡਿਪਟੀ ਸੁਪਰਡੈਂਟ ਤੇ ਹਮਲਾ ਕਰ ਰਹੇ ਨੇ ਜੇਲ੍ਹ 'ਚੋਂ, ਜਿਹੜਾ ਗੂਗਲ ਪੇ ਦੇ ਰਾਹੀਂ ਫਰੌਤੀਆਂ ਲੈ ਰਹੇ ਨੇ। ਇਸ ਸਿਲਸਿਲੇ ਵਿੱਚ ਜੇ ਜੇਲ੍ਹ 'ਚ ਬੰਦ ਰਹਿੰਦੇ ਹੋਏ ਵੀ ਇਹ ਕਾਬੂ 'ਚ ਨਹੀਂ ਹੈਗੇ, ਤੇ ਫਿਰ ਸਟੇਟ ਇਹਦਾ ਪੱਕਾ ਹੱਲ ਕਿਉਂ ਬੰਦੋਬਸਤ ਕਰ ਨਹੀਂ ਸਕਦੀ ਕਿ ਇਹਨਾਂ ਨੂੰ ਸਪੈਸ਼ਲ ਬੈਰਕਾਂ ਦੇ ਵਿੱਚ ਸੁੱਟਿਆ ਜਾਵੇ। ਇਸ ਸਿਲਸਿਲੇ ਵਿੱਚ ਹੁਣ ਪੰਜਾਬ ਦੇ ਡੀਜੀਪੀ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੁਆਰਾ ਗੋਲਡੀ ਬਰਾੜ ਦੀ ਹਵਾਲਗੀ ਦੇ ਯਤਨ ਹੋ ਰਹੇ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ। ਤੇ ਅੰਮ੍ਰਿਤਸਰ ਮੁਕਾਬਲੇ ਤੋਂ ਬਾਅਦ ਜਿਹੜੇ ਦੋ ਗੈਂਗਸਟਰਾਂ ਕੋਲੋਂ AK-47 ਬਰਾਮਦ ਹੋਈ ਹੈ, ਇਹ ਉਹੀ ਰਾਈਫਲ ਹੈ ਜਿਹੜੀ ਉਸ ਹੱਤਿਆ ਦੇ ਦੌਰਾਨ ਵਰਤੀ ਗਈ ਹੈ। ਪੰਜਾਬ ਦੇ ਡੀਜੀਪੀ ਦਾ ਇਹ ਅਧਿਕਾਰਤ ਸਟੇਟਮੈਂਟ ਆ ਗਈ ਹੈ ਕਿ ਇਹ ਰਾਈਫਲ ਉਹੀ ਹੈ ਜਿਸ ਤੇ ਮੂਸੇਵਾਲੇ ਤੇ ਅਟੈਕ ਹੋਇਆ ਸੀ। ਜੀ ਸੁਰਿੰਦਰ, ਇਸ ਤੋਂ ਬਾਅਦ ਫਿਰ ਆਪਾਂ ਰਾਸ਼ਟਰਪਤੀ ਦੀ ਚੋਣ ਵੱਲੋਂ ਆਉਣਾ। ਪਲੀਜ਼ ਕੰਟੀਨਿਊ। ਚਲੋ ਪਹਿਲਾਂ ਇਹਦੇ ਤੇ ਚੱਲਦੇ, ਮੈਂ ਤਾਂ ਰਾਸ਼ਟਰਪਤੀ ਵੱਲ ਨੂੰ ਮੂੰਹ ਘਮਾਈ ਦਿੱਤਾ ਸੀਗਾ। ਚਲੋ ਕੋਈ ਗੱਲ ਨਹੀਂ, ਪਹਿਲਾਂ ਇੱਧਰ ਆ ਜਾਈਏ। ਹੁਣ ਗੱਲ ਕੀ ਹੈ ਕਿ ਜਿਹੜੀ AK-47 ਦੀ ਗੱਲ ਕੀਤੀ ਆ, ਮੈਨੂੰ ਇੱਕ ਸਮਝ ਨਹੀਂ ਆਉਂਦੀ, ਉਹਦਾ ਤਾਂ ਮੈਗਜ਼ੀਨ ਵੀ ਗਲਿਆ ਪਿਆ, ਤੇ ਉਹ 'ਚ ਗੋਲੀ ਕਿੱਦਾਂ ਚੱਲ ਗਈ ਹੋਊਗੀ, ਦੇਖਣ ਵਾਲੀ ਤੇ ਇਹ ਗੱਲ ਆ ਸਭ ਤੋਂ ਵੱਡੀ। ਚਲੋ ਚੰਗੀ ਗੱਲ ਆ ਜੇ ਉਹੀ ਫੜੀ ਗਈ ਆ, ਪਰ ਪੁਲਿਸ ਦੀ ਥਿਊਰੀ ਹੁੰਦੀ ਆ, ਪੁਲਿਸ ਆਪਣੀ ਥਿਊਰੀ ਨਾਲ ਚੱਲਦੀ ਹੈ। ਚਲੋ ਚੰਗੀ ਗੱਲ ਆ ਜੇ ਉਹ ਫੜੀ ਗਈ ਆ, ਕੇਸ ਸੋਲਵ ਹੋ ਗਿਆ, ਚੰਗੀ ਗੱਲ ਆ, ਸੋਲਵ ਹੋਣਾ ਚਾਹੀਦਾ ਸੀ। ਹੁਣ ਜਿੱਥੋਂ ਤੱਕ ਜੇਲ੍ਹ ਦੇ ਅੰਦਰ ਫਰੌਤੀਆਂ ਦੀ ਗੱਲ ਆ, ਮੈਂ ਬਹੁਤ ਵਾਰ ਕਿਹਾ ਪੋਲੀਟੀਸ਼ੀਅਨ ਤੁਹਾਡੀ ਗੱਲ ਵਿਚਾਲੇ ਆ ਸੁਰਿੰਦਰ, ਮੈਂ ਵਾਅਦਾ ਕਰ ਦਿਆਂ
ਜਦੋਂ ਪਹਿਲੀਆਂ ਇਨਪੁਟ ਆਈਆਂ ਸੀ ਉਦੋਂ ਇਹ ਸੀ ਕਿ ਜਿਹੜਾ ਉਹ ਇੱਕ ਹੋਰ ਮੈਨੂੰ ਨਾਂ ਨਹੀਂ ਯਾਦ, ਜਿਹੜੇ ਨੇ ਆਖਿਆ ਸੀ ਕਿ ਅਸੀਂ ਮੂਸੇਵਾਲੇ ਨੂੰ ਮਾਰਨ ਗਏ ਸੀ ਪਰ ਉਹਦੇ ਕੋਲ AK-47 ਸੀ, ਸਾਡਾ ਹੌਸਲਾ ਨਹੀਂ ਪਿਆ, ਅਸੀਂ ਵਾਪਸ ਆ ਗਏ। ਕਿਸੇ ਗੈਂਗਸਟਰ ਦਾ ਤਿਹਾੜ ਜੇਲ੍ਹ 'ਚ ਇੱਕ ਵਾਲੀਆ ਬਿਆਨ ਸੀ। ਫਿਰ ਇਹ ਵੀ ਚਰਚਾ ਹੋਈਆਂ ਕਿ 8 ਲੱਖ ਦੀ ਖਰੀਦੀ ਗਈ ਹੈ। ਜੇ ਸਪੈਸ਼ਲ ਇਹਨਾਂ ਨੇ AK-47 ਮੰਗਵਾਈ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੁਰਾਣੀ ਹੋਏਗੀ, ਵਧੀਆ ਚੰਗੀ ਹਾਲਾਤ 'ਚ ਹੋਏਗੀ, ਨਵਾਂ ਵੈਪਨ ਮੰਗਵਾਇਆ। ਹੁਣ ਜਿਵੇਂ ਤੁਸੀਂ ਦੱਸਿਆ ਜਾਂ ਕੱਲ ਲੋਕੀ ਕਮੈਂਟ ਵੀ ਕਰ ਰਹੇ ਨੇ ਕਿ ਉਹਦੀ ਜਿਹੜੀ ਹਾਲਤ ਹੈ AK-47 ਦੀ ਉਹ ਬਹੁਤ ਖਸਤਾ ਆ। ਤੇ ਜੇ ਫਿਰ ਇਹਨਾਂ ਨੇ ਨਵਾਂ ਵੈਪਨ ਮੰਗਵਾਇਆ ਜਾਂ ਇਸ ਨੂੰ ਟਾਰਗੇਟ ਵਾਸਤੇ ਕਿ ਮੂਸੇਵਾਲੇ ਦੇ ਗਨਮੈਨਾਂ ਕੋਲ AK-47 ਨੇ, ਸਾਨੂੰ ਉਹਦੇ ਬਰਾਬਰ ਦਾ ਹਥਿਆਰ ਚਾਹੀਦਾ, ਤੇ ਫਿਰ ਤੇ ਵਧੀਆ ਹਥਿਆਰ ਉਹਨਾਂ ਨੇ ਮੰਗਾਇਆ ਹੋਵੇਗਾ, ਨਾ ਕਿ ਗਲੀ ਹੋਈ ਰਾਈਫਲ 47 ਮੰਗਾਈ ਹੋਏਗੀ। ਜੀ ਹੋ ਸਕਦਾ ਜਿਹੜਾ ਵਰਤਿਆ ਗਿਆ ਹੋਵੇ, ਵਰਤਿਆ ਸੀ ਉਹ ਫੜਿਆ ਹੀ ਨਾ ਗਿਆ ਹੋਵੇ ਅਜੇ ਤੱਕ, ਕੋਈ ਜ਼ਰੂਰੀ ਥੋੜੀ ਆ। ਚਲੋ ਆਪਾਂ ਤੇ ਇਸੇ ਤੇ ਆਓ ਕਿ ਠੀਕ ਹੈ ਜੀ, ਜਿਹੜਾ ਉੱਥੇ ਚਲਾਇਆ ਸੀ ਉਹੀ ਫੜਿਆ ਗਿਆ, ਆਪਾਂ ਪੰਜਾਬ ਪੁਲਿਸ ਨਾਲ ਖੜੇ ਹੋ ਜੀ, ਕਾਹਨੂੰ ਵਿਵਾਦ 'ਚ ਪੈਣਾ। ਹੁਣ ਗੱਲ ਇਹ ਹੈ ਕਿ ਜੇਲ੍ਹਾਂ ਦੀ, ਮੈਂ ਪਹਿਲਾਂ ਤੋਂ ਕਹਿੰਦਾ ਆ ਰਿਹਾ, ਪੋਲੀਟੀਸ਼ੀਅਨ ਤੇ ਬਿਊਰੋਕਰੇਟਸ, ਖਾਸ ਕਰ ਪੁਲਿਸ ਤੇ ਜੇਲ੍ਹ ਵਿਭਾਗ, ਜਿੱਦਣ ਇਹਨਾਂ ਨੇ ਆਪਣੇ ਆਪ 'ਚ ਸੁਧਾਰ ਕਰ ਲਿਆ ਉਦੋਂ ਗੈਂਗਸਟਰਾਂ 'ਚ ਸੁਧਾਰ ਹੋ ਜਾਣਾ, ਕੋਈ ਗੈਂਗਸਟਰ ਨਹੀਂ ਬਣਨਾ। ਹੁਣ ਤੁਸੀਂ ਜੇ ਸਰਕਾਰ ਦੀਆਂ ਲੱਤਾਂ 'ਚ ਇੰਨਾ ਦਮ ਹੀ ਨਹੀਂ ਹੈ ਕਿ ਇੱਕ ਡਿਸਟ੍ਰਿਕਟ ਜੇਲ੍ਹ ਖਾਲੀ ਕਰਾ ਕੇ ਪੂਰੇ ਪੰਜਾਬ ਦੀਆਂ ਜੇਲ੍ਹਾਂ 'ਚ ਜਿੰਨੇ ਗੈਂਗਸਟਰ ਚਾਹੇ ਹਾਰਡਕੋਰ ਆ ਤੇ ਚਾਹੇ ਆਮ ਬੈਠੇ ਨੇ ਉਹ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰ ਦੋ, ਕਿਉਂ ਨਹੀਂ ਕਰਦੇ? ਕਿੱਡੀ ਕੋਈ ਤਕਲੀਫ ਆ? ਉਹ ਬਾਕੀਆਂ ਨੂੰ ਵੀ ਨਾਲ ਟ੍ਰੇਨਿੰਗ ਦਿੰਦੇ ਤੇ ਹੋਰ ਬੰਦਿਆਂ ਨੂੰ ਵੀ ਨਾਲ ਤੋੜ ਲੈਂਦੇ ਆ। ਤੁਸੀਂ ਕਰ ਦੋ ਇਕੱਠੇ ਇੱਕ ਜਗ੍ਹਾ ਤੇ, ਉਹਨਾਂ ਨੂੰ ਬਾਹਰ ਹੀ ਨਹੀਂ ਕੱਢੋ। ਕਿਸੇ ਨੂੰ ਕਿਸੇ ਕੋਰਟ 'ਚ ਲਿਜਾਣ ਦੀ ਜ਼ਰੂਰਤ ਨਹੀਂ ਹੈ, ਕੇਵਲ ਤੇ ਕੇਵਲ ਇੱਕੋ ਕੰਮ ਚਾਹੀਦਾ ਕਿ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੀ ਆ ਉਹਨਾਂ ਦੀ ਪੇਸ਼ੀ ਹੋ ਜਾਵੇ, ਬਸ ਕੰਮ ਨਿਪਟ ਜਾਵੇ। ਕਿਉਂ ਨਹੀਂ ਕਰਦੇ? ਕਿਹਨੇ ਰੋਕਿਆ? ਸੂਬਾ ਸਰਕਾਰ ਆ, ਕਿਉਂ ਨਹੀਂ ਫੈਸਲਾ ਲੈਂਦੀ? ਕਰੋ ਇੱਕ ਜੇਲ੍ਹ ਖਾਲੀ ਕਰੋ ਇਕੱਠੇ। ਕੀ ਕੇਂਦਰ ਸਭ ਨੇ ਪਾਲੇ ਹੋਏ ਬਦਮਾਸ਼ ਨੇ ਇਹ, ਤੁਸੀਂ ਉਹਨਾਂ ਦੀ ਠਾਠ ਵੇਖੀ ਹੈ। ਐਨ ਸ਼ੋਰੂਮ ਵਾਲੀਆਂ ਨਵੀਆਂ ਨਕੋਰ 50-50 ਹਜ਼ਾਰ ਦੀਆਂ ਟੀ-ਸ਼ਰਟਾਂ ਪਾਈਆਂ ਉਹਨਾਂ ਨੇ, ਚੰਗੀਆਂ ਖੁਰਾਕਾਂ ਨੇ, ਗੱਲਾਂ ਤੇ ਲਾਲੀ ਇੰਨੀ ਆ ਕਿ ਬਿਊਟੀ ਪਾਰਲਰ ਗਈ ਲੇਡੀ ਦੇ ਇੰਨੀ ਲਾਲੀ ਨਹੀਂ ਜਿੰਨੀ ਇਹਨਾਂ ਦੀਆਂ ਗੱਲਾਂ ਤੇ ਲਾਲੀ ਹੈ। ਇਹਨਾਂ ਦੀਆਂ ਸ਼ਕਲਾਂ ਵੇਖ ਕੇ ਜਿਹੜੇ ਜੇਲ੍ਹਾਂ 'ਚੋਂ ਨਿਕਲਦੇ ਨੇ, ਭਾਵੇਂ ਕੋਈ ਵੀ ਹੈ, ਕਿਤੇ ਲੱਗਦਾ ਕਿ ਇਹਨਾਂ ਨੂੰ ਕੋਈ ਉੱਥੇ ਤਕਲੀਫ ਹੋਣੀ ਹੈ। ਜੇ ਡਿਪਟੀ ਸੁਪਰਡੈਂਟ ਹਰਪ੍ਰੀਤ ਪਟਿਆਲੇ ਜੇਲ੍ਹ 'ਚ ਉਹਦੇ ਸਿਰ 'ਚ ਗਲਾਸ ਮਾਰਿਆ, ਉਹਦੇ ਤੇ ਅਟੈਕ ਕੀਤਾ, ਤੇ ਉਹਨਾਂ ਦਾ ਉੱਥੇ ਸਰਦਾਰੀ ਚੱਲਦੀ ਹੈ ਜੇਲ੍ਹ ਦੇ ਵਿੱਚ, ਇੱਕ ਪੈਰਲਲ ਸਰਕਾਰ ਚੱਲਦੀ ਹੈ, ਉੱਥੇ ਜਿਹਨੂੰ ਮਰਜ਼ੀ ਧਮਕਾ ਦੇਣ। ਪੋਲੀਟੀਕਲ ਲੋਕ ਵਰਤ ਰਹੇ ਨੇ ਇਹਨਾਂ ਲੋਕਾਂ ਨੂੰ, ਇਹਨਾਂ ਮੁੰਡਿਆਂ ਨੂੰ ਲਾਲਚ ਦੇਣ ਨੂੰ ਜਾਂ ਕੱਢਣ ਦੇ ਵਾਸਤੇ। ਸਭ ਕੁਝ ਮੁਹੱਈਆ ਹੁੰਦਾ। ਹੁਣ ਕੈਪਟਨ ਨੇ ਰੱਖਿਆ ਹੀ ਸੀਗਾ ਯੂਪੀ ਵਾਲਾ ਬਦਮਾਸ਼, ਉਹ ਜਿਹਦੀ ਜਨਾਨੀ ਤੱਕ ਵੀ ਨਾਲ ਰੱਖੀ ਹੋਈ ਸੀਗੀ, ਤੇ ਜੋਗੀ ਦੇ ਧੱਕੇ ਚੜਿਆ ਸੀ, ਜੋਗੀ ਕਾਨੂੰਨ ਦੇ ਰਾਹੀਂ ਖਿੱਚ ਕੇ ਲੈ ਗਿਆ ਉਹਨੂੰ। ਪਾਲੇ ਹੋਏ ਨੇ ਬਾਈ ਜੀ ਸਾਹਿਬ ਇਹਨਾਂ ਪੋਲੀਟੀਕਲ ਲੋਕਾਂ ਨੇ, ਭਾਵੇਂ ਯੂਪੀ ਸਰਕਾਰ ਹੈ ਤੇ ਭਾਵੇਂ ਹਰਿਆਣਾ, ਭਾਵੇਂ ਪੰਜਾਬ ਹੈ ਤੇ ਭਾਵੇਂ ਮੋਦੀ ਸਰਕਾਰ ਹੈ। ਹੁਣ ਤਿਹਾੜ ਜੇਲ੍ਹ 'ਚ ਰਹਿੰਦੇ ਆ, ਸਾਰਾ ਕੁਝ ਉੱਥੋਂ ਪਲਾਨ ਹੋਇਆ, ਤੇ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਜ਼ਿੰਮੇਵਾਰ ਨਹੀਂ ਹੈਗਾ ਇਹਦੇ ਲਈ। ਜੀ ਹੁਣ ਗੱਲ ਇਹ ਆ, ਜੇਲ੍ਹ ਬਾਹਰਲੇ ਸੁਧਰਨ ਨਾ ਸੁਧਰਨ, ਜਦੋਂ ਜੇਲ੍ਹ 'ਚ ਆਏਗਾ ਉਦੋਂ ਜੇਲ੍ਹ ਡਿਪਾਰਟਮੈਂਟ ਨੂੰ ਸੁਧਰਨਾ ਪਏਗਾ। ਜੇਲ੍ਹ ਡਿਪਾਰਟਮੈਂਟ ਸੁਧਰ ਗਿਆ ਤੇ ਬਹੁਤਾ ਸੁਧਾਰ ਹੋ ਜਾਏਗਾ। ਜੇਲ੍ਹ ਵਿਭਾਗ ਇੱਕੋ ਹੀ ਕੰਮ ਕਰੇ ਕਿ ਇੱਕ ਜੇਲ੍ਹ ਖਾਲੀ ਕਰੇ, ਉਹ 'ਚ ਇਕੱਠੇ ਕਰ ਲਵੇ। ਦੂਸਰੀ ਗੱਲ, ਜਿਹੜੀਆਂ ਅੰਦਰ ਵੈਲਫੇਅਰ ਅਫਸਰ ਲਾਇਆ, ਕੰਟੀਨਾਂ ਖੋਲੀਆਂ ਨੇ, ਜਦੋਂ ਇਹਨਾਂ ਨੂੰ ਸਵੇਰ ਦੀ ਚਾਹ ਮਿਲਣੀ ਹੈ ਉੱਠਦਿਆਂ ਨੂੰ, ਉਹਦੇ ਬਾਅਦ 10 ਵਜੇ ਇਹਨਾਂ ਨੂੰ ਖਾਣ ਲਈ ਰੋਟੀ ਮਿਲਣੀ ਹੈ, ਤੇ ਸ਼ਾਮ ਨੂੰ ਫਿਰ 5 ਵਜੇ ਤੋਂ ਪਹਿਲਾਂ ਰੋਟੀ ਮਿਲ ਜਾਣੀ ਹੈ। ਜਦੋਂ ਸਾਰਾ ਕੁਝ ਦੇਣਾ ਤੇ ਬਾਕੀ ਖਾਣ ਪੀਣ ਲਈ ਜਿੰਨਾ ਕੁ ਸਮਾਨ ਚਾਹੀਦਾ, ਉਹ ਦੁਪਹਿਰ ਨੂੰ ਚਾਹ ਆਪਣੀ ਵੀ ਬਣਾ ਲੈਂਦੇ, ਸਾਰਿਆਂ ਕੋਲ ਸੁੱਕਾ ਦੁੱਧ ਹੁੰਦਾ, ਸਾਰਾ ਕੁਝ ਮਿਲਦਾ। ਹੁਣ ਤਾਂ ਤੁਸੀਂ ਕੰਟੀਨਾਂ ਏਡੀਆਂ ਵੱਡੀਆਂ ਖੋਲਤੀਆਂ ਜਿੱਥੇ ਕੈਦੀਆਂ ਦੇ ਤੇ ਹਵਾਲਾਤੀਆਂ ਦੇ ਅੰਦਰ ਆਧਾਰ ਚੱਲਦਾ, ਯਾਨੀ ਕਿ ਬਾਹਰ ਤਾਂ ਦੇਖਿਆ ਸੀ ਕਿ ਬੰਦੇ ਆਧਾਰ ਚਲਾਉਂਦੇ ਆ, ਪਰ ਅੰਦਰ ਵੀ ਬੰਦੇ ਦਾ ਆਧਾਰ ਚੱਲਦਾ। ਨਾਭਾ ਜੇਲ੍ਹ ਬ੍ਰੇਕ ਕਿਉਂ ਹੋਈ ਸੀ? 1.5 ਪੌਣੇ 2 ਲੱਖ ਰੁਪਈਆ ਆਧਾਰ ਚੱਲ ਰਿਹਾ ਸੀ ਹਵਾਲਾਤੀਆਂ ਦਾ ਅੰਦਰ ਜੇਲ੍ਹ ਵਿਭਾਗ ਨਾਲ, ਤੇ ਫਿਰ ਬੜੇ ਫਸੇ ਸੀ ਉਹਦੇ 'ਚ। ਉਹ ਕਹਿੰਦੇ ਇੰਨੀ ਇਕੱਠੀ ਰਕਮ ਕਿੱਦਾਂ ਆਉਂਦੀ ਆ? ਕਹਿੰਦੇ ਸਾਡੀ ਮਜਬੂਰੀ ਕੀ ਕਰੀਏ, ਜੇ ਅਸੀਂ ਨਹੀਂ ਦਿੰਦੇ ਤੇ ਸਾਡੇ ਗਲ ਪੈਂਦੇ ਆ, ਉੱਤੋਂ ਸਰਕਾਰ ਦਾ ਪ੍ਰੈਸ਼ਰ ਆ ਕਿ ਇਹਨਾਂ ਨੂੰ ਕਹਿਣਾ ਕੁਛ ਨਹੀਂ। ਹੁਣ ਗੱਲ ਇਹ ਆ ਕਿ ਜਦੋਂ ਤੱਕ ਪੋਲੀਟੀਸ਼ੀਅਨ
ਜਦੋਂ ਤੱਕ ਪੁਲਿਸ ਤੇ ਜਦੋਂ ਤੱਕ ਜੇਲ੍ਹ ਵਿਭਾਗ ਸਾਰਾ ਸੁਧਾਰ ਨਹੀਂ ਕਰੇਗਾ ਉਨੀ ਦੇਰ ਤੱਕ ਅੰਦਰ ਸੁਧਾਰ ਨਹੀਂ ਹੋਣਾ। ਇਹਨਾਂ ਦਾ ਇਹ ਤਾਂ 20 ਦਿਨਾਂ ਚ ਨੱਕਦਮ ਹੋ ਜਾਣਾ। ਇਹਨਾਂ ਦਾ ਤਾਂ ਤੁਸੀਂ ਕਰਨ ਵਾਲਾ ਤਾਂ ਹੋਵੇ ਨਾ ਬੰਦਾ, 20 ਦਿਨਾਂ ਚ ਹੱਥ ਖੜੇ ਕਰ ਜਾਣਗੇ। ਇਹ ਕੋਈ ਆੜਨ ਵਾਲੇ ਥੋੜੀ ਆ। ਅਸੀਂ ਤੇ ਜੇਲ੍ਹ ਚ ਉਹ ਬੰਦੇ ਵੀ ਦੇਖਿਆ ਜਿਨ੍ਹਾਂ ਦੇ 70 ਕੇਸ ਸੀ, ਉਹਨਾਂ ਨੂੰ ਪਤਾ ਸੀ ਕਿੱਦਾਂ ਪਾਏ ਗਿਆ। ਜੱਜ ਕਹਿੰਦਾ ਬੀਬਾ ਤੁਸੀਂ ਆਪਣਾ ਵਕੀਲ ਕਰ ਲਓ। ਕਹਿੰਦਾ ਜੱਜ ਸਾਹਿਬ ਵਕੀਲ ਤੋਂ ਕੀ ਕਰਨਾ, ਮੈਂ ਰੱਬ ਦਾ ਨਾਮ ਲੈਣ ਵਾਲਾ ਬੰਦਾ, ਫੈਸਲਾ ਤੁਸੀਂ ਸੁਣਾਉਣਾ, ਮੈਂ ਸੁਣਨਾ ਤੇ ਸੁਣਾਈ ਚਲੋ, ਮੈਂ ਸੁਣੀ ਜਾਊਂਗਾ। ਕਹਿੰਦੇ ਤੇਰਾ ਬਾਹਰ ਜਾਣ ਦਾ ਇਰਾਦਾ ਨਹੀਂ। ਕਹਿੰਦਾ ਉੱਪਰ ਵਾਲਾ ਲੈ ਜਾਊਗਾ, ਠੀਕ ਆ, ਜੇ ਜਿੱਦਣ ਉੱਪਰ ਵਾਲੇ ਨੇ ਜਾਣਾ ਉਦੋਂ ਤੁਸੀਂ ਰੱਖਣ ਜੋਗੇ ਨਹੀਂ ਹੋਵੋਗੇ। ਬਿਲਕੁਲ। ਉਹ ਵੀ ਵਿਅਕਤੀ ਆਉਂਦੇ ਆ ਜੇਲ੍ਹਾਂ 'ਚ। ਇਸ ਕਰਕੇ ਪਰਮਿੰਦਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੋਲੀਟੀਸ਼ੀਅਨ, ਪੁਲਿਸ ਤੇ ਜੇਲ੍ਹ ਵਿਭਾਗ ਤਿੰਨਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਪਏਗਾ। ਅਗਲੀ ਗੱਲ, ਜੇਲ੍ਹ 'ਚ ਖਾਣਾ ਸਭ ਤੋਂ ਮਾੜਾ ਦਿੱਤਾ ਜਾਂਦਾ। ਜਿਹੜੀ ਡਾਇਟ ਜਿੰਨੀ ਡਿਸਾਈਡ ਕੀਤੀ ਹੋਈ ਜੇਲ੍ਹ ਮੈਨੂਅਲ ਦੇ ਮੁਤਾਬਕ ਉਹ ਦਿਓ। ਉਹਦੇ ਇਲਾਵਾ ਜਿਹੜਾ ਐਕਸਟਰਾ ਤੁਸੀਂ ਅੰਦਰ ਬਿਜ਼ਨਸ ਖੋਲ ਲਿਆ, ਕੰਟੀਨਾਂ ਖੋਲ ਕੇ, ਉਹਨੂੰ ਥੋੜਾ ਜਿਹਾ ਘੱਟ ਕਰੋ। ਜਦੋਂ ਤੋਂ ਇਹ ਕੰਟੀਨਾਂ ਵੱਡੇ ਲੈਵਲ ਤੇ ਖੋਲੀਆਂ ਨੇ, ਵੱਡੇ ਲੈਵਲ ਦੇ ਉੱਤੇ ਬੰਦਿਆਂ ਕੋਲ ਖੁੱਲੇ ਪੈਸੇ ਆਏ। ਉਹ ਪੈਸੇ ਜੇਲ੍ਹ ਡਿਪਾਰਟਮੈਂਟ ਦੇ ਵੀ ਹੱਥਾਂ 'ਚ ਜਾਂਦੇ ਆ, ਮੁਲਾਜ਼ਮਾਂ ਕੋਲ ਜਾਂਦੇ ਆ, ਥੱਲੇ ਤੋਂ ਲੈ ਕੇ ਉੱਪਰ ਤੱਕ ਹਰ ਅਫਸਰ ਕੋਲੇ ਜਾਂਦੇ ਆ। ਉਹਨੂੰ ਰੋਕਣਾ ਪਏਗਾ। ਜਿੱਦੋਂ ਉਹ ਰੋਕ ਲਓਗੇ ਅੰਦਰ ਮੋਬਾਈਲ ਜਾਣੇ ਵੀ ਬੰਦ ਹੋ ਜਾਣਗੇ, ਅੰਦਰ ਇਹ ਗੁੰਡਾਗਰਦੀ ਵੀ ਬੰਦ ਹੋ ਜੂਗੀ। ਜਦੋਂ ਬੰਦੇ ਨੂੰ ਪਤਾ ਹੋਊਗਾ ਕਿ ਮੈਂ ਬੰਦੇ ਦਾ ਪੁੱਤ ਬਣ ਕੇ ਰਹਿਣਾ, ਨਹੀਂ ਤੇ ਸ਼ਾਮ ਤੱਕ ਮੈਨੂੰ ਟੰਗੀ ਫਿਰਨਗੇ। ਜਿੰਨੀ ਦੇਰ ਤੱਕ ਇਹ ਖੁਦ ਆਪਣੇ ਆਪ ਨੂੰ ਨਹੀਂ ਸੁਧਾਰਦੇ ਉਨੀ ਦੇਰ ਤੱਕ ਗੈਂਗਸਟਰਾਂ ਦਾ ਜਿਹੜਾ ਹਾਲ ਚੱਲ ਰਿਹਾ ਇਹੀ ਰਹਿਣਾ। ਇਹਦੇ 'ਚ ਕੋਈ ਸੁਧਾਰ ਨਹੀਂ ਹੋਣਾ। ਦੇਖੋ ਬਾਈ ਜੀ, ਅਫਸਰ ਕਰਨਾ ਵੀ ਚਾਹੁੰਦੇ ਆ, ਬੜੇ ਚੰਗੇ ਅਫਸਰ ਵੀ ਨੇ, ਉਹਨਾਂ ਨੂੰ ਵੀ ਪਤਾ ਕਿ ਸਾਡੇ ਵੀ ਨਿਆਣੇ ਪੀੜਤ ਹੋਣੇ ਆ, ਜਾਨ ਦਾ ਖੌਅ ਉਹਨਾਂ ਨੂੰ ਵੀ ਹੈ। ਪਰ ਜਦੋਂ ਪੋਲੀਟੀਕਲ ਲੋਕ ਇਹਨਾਂ ਦੀ ਪੁਸ਼ਤ ਪਨਾਈ ਕਰਦੇ ਨੇ, ਸਿਫਾਰਸ਼ਾਂ ਕਰਦੇ ਨੇ, ਤੇ ਫਿਰ ਅਸਲ ਦੇ ਵਿੱਚ ਸਭ ਤੋਂ ਗੰਦਾ ਤਾਂ ਪੋਲੀਟੀਕਲ ਲਾਣਾ ਆ। ਜਦੋਂ ਪਤਾ ਹੈ ਕਿ ਇੱਕ ਸਿਆਸੀ ਮਰਡਰ ਹੈ, ਸਿੱਧੂ ਮੂਸੇਵਾਲੇ ਤੋਂ ਬਾਅਦ ਮੈਨੂੰ ਦਿਖਾ ਦਿਓ ਕਿ ਕੋਈ ਸਟਾਰ ਕਾਂਗਰਸ 'ਚ ਸ਼ਾਮਲ ਹੋਏਗਾ। ਹਰਗਿਜ਼ ਨਹੀਂ ਹੋਏਗਾ। ਕਾਂਗਰਸ ਮੁਕਤ ਭਾਰਤ ਕਰਨੀ ਅਗਲਿਆਂ ਨੇ ਕਰ ਹੀ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਕਾਰਪੋਰੇਟ ਲਾਣਾ ਪਿੱਛੇ ਤਿਹਾੜ ਜੇਲ੍ਹ 'ਚੋਂ ਸਾਰਾ ਕੁਝ ਹੋਇਆ ਤੇ ਸਾਰੇ ਉੱਥੇ ਬੈਠੇ ਨੇ। ਜਿਹੜੇ ਸੀ ਉਹ ਫਟਾਫਟ ਫੜ ਲਿਆ। ਪੰਜਾਬ 'ਚ ਰਹਿੰਦੇ ਹੋਏ ਐਡੀ ਵੱਡੀ ਪੰਜਾਬ ਪੁਲਿਸ ਆ, 2 ਬੰਦੇ ਨਹੀਂ ਫੜ ਸਕੀ, ਆਖਰ ਐਨਕਾਊਂਟਰ ਹੋਇਆ, ਹੈ ਨਾ। ਤੇ ਉਹ ਜਿਹੜੇ 4 ਬੰਦੇ ਸੀ, ਜਿਹੜੇ ਮਾਸਟਰ ਮਾਈਂਡ ਸੀ, ਉਹ ਕਿਵੇਂ ਦੱਸੋ ਉਹਨਾਂ ਨੇ ਬਿਨਾਂ ਕਿਸੇ ਘਸੁੰਨਮੁਖੀ ਤੋਂ ਚੱਕ ਹੀ ਪੇਸ਼ ਕਰਦੇ ਸੀ। ਆਹ ਚੱਕ ਲਿਆਂਦਾ, ਦੱਸੋ ਐਡੇ ਖਤਰਨਾਕ ਬੰਦੇ ਤੇ ਉਹ ਕਿਵੇਂ ਚੱਕ ਲਿਆਂਦੇ। ਇੱਥੇ 2 ਘੇਰੇ 'ਚ ਆਏ ਹੋਏ, ਆਲੇ ਦੁਆਲੇ ਖੁੱਲੇ ਖੇਤ ਨੇ, 500-700 ਪੁਲਿਸ ਮੁਲਾਜ਼ਮ, ਉਹ ਬਖਤਰਬੰਦ ਗੱਡੀਆਂ ਸੀ, ਤੇ ਉਹ ਜਿੰਦਾ ਪੇਸ਼ ਨਹੀਂ ਹੋ ਸਕੇ। ਉਗਲਵਾਇਆ ਜਾਂਦਾ ਕਿ ਕੌਣ ਆ ਪਿੱਛੇ, ਪਰ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਪਿੱਛੇ ਕੌਣ ਆ। ਪਿੱਛੇ ਇਹਨਾਂ ਦੇ ਪਿੱਛੇ ਹੋਰ ਆਕਾ, ਉਹਦੇ ਪਿੱਛੇ ਹੋਰ ਆਕਾ, ਤੇ ਉਹਦੇ ਪਿੱਛੇ ਵੱਡੇ ਆਕੇ ਰੰਗੇ ਬਿੱਲੇ। ਜੀ ਸੁਰਿੰਦਰ, ਤੇ ਕੀ ਕਹਿੰਦੀ ਫਿਰ ਦ੍ਰੋਪਦੀ ਮੁਰਮੂ? ਦ੍ਰੋਪਦੀ ਵੱਲ ਚੱਲਦੇ ਮੈਂ ਦੱਸਦਾ ਕਿ ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਪਤਾ ਲੱਗਿਆ 2010 ਦੇ ਵਿੱਚ ਕਿ ਜਿਹੜੇ ਜੈਮਰ ਲਾਏ ਨੇ ਇਹਨਾਂ ਨੇ ਅੰਦਰ, ਮੋਬਾਈਲ ਤੇ ਕੋਈ ਸਿਗਨਲ ਨਾ ਜਾਵੇ। ਉਹ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਕਿ ਕੈਦੀਆਂ ਨੂੰ ਤਾਂ ਹਵਾਲਾਤੀਆਂ ਨੂੰ ਪਤਾ ਸੀ ਵੀ ਜੈਮਰ ਜਿਹੜਾ ਕਹਿੰਦੇ ਧਰਤੀ ਨੂੰ ਅਰਥ ਕਹਿੰਦੇ ਆ, ਤੇ ਧਰਤੀ ਤੋਂ 1 ਫੁੱਟ ਤੱਕ ਉਹਦੇ ਤੇ ਕੋਈ ਜੈਮਰ ਜਿਹੜਾ ਉਹਦੇ ਤੇ ਅਸਰ ਨਹੀਂ ਕਰਦਾ। ਮਤਲਬ ਧਰਤੀ ਤੋਂ ਜਿਹੜੀ ਵੇਵ ਉਹਦੀਆਂ ਮਤਲਬ ਕੀ ਕਹਿੰਦੇ ਹੁੰਦੇ ਆ ਸਿਗਨਲ ਆ 1 ਫੁੱਟ ਤੱਕ ਮਿਲ ਸਕਦਾ। ਲੇਕਿਨ ਜਿਹਨਾਂ ਜੈਮਰ ਲਾਏ ਉਹਨਾਂ ਨੂੰ ਪਤਾ ਹੀ ਨਹੀਂ। ਜਦੋਂ ਕੁਦਰਤੀ ਅਸੀਂ ਕੈਦੀ ਨਾਲ ਇੱਕ ਨਾਲ ਗੱਲ ਕੀਤੀ, ਕੈਦੀ ਦਾ ਕੋਈ ਮਸਲਾ ਸੀ, ਉਹਨੂੰ ਅਸੀਂ ਪੁੱਛਿਆ ਸੀ ਕਿ ਜਿਹੜਾ ਮੋਬਾਈਲ ਆ ਇਹਨੂੰ ਤੁਸੀਂ ਯੂਜ਼ ਕਿੱਦਾਂ ਕਰਦੇ ਆ। ਕਹਿੰਦਾ ਜੀ ਬਹੁਤਾ ਨਾ ਕਿਸੇ ਨੂੰ ਦੱਸਿਓ, ਜੈਮਰ ਲਾਉਣ ਵਾਲਾ ਤੇ ਬੇਵਕੂਫ ਲਾਣਾ। ਅਸੀਂ ਕਿਹਾ ਵੀ ਕਿੱਦਾਂ? ਕਹਿੰਦਾ ਜੀ ਧਰਤੀ ਤੋਂ 1 ਫੁੱਟ ਤੱਕ ਇਹਦੇ ਤੇ ਸਿਗਨਲ ਆਊਗਾ ਹੀ ਆਊਗਾ, ਰੋਕ ਹੀ ਨਹੀਂ ਸਕਦਾ। ਕਹਿੰਦਾ ਅਸੀਂ ਲੰਬੇ ਬਹਿ ਕੇ ਸੁਣ ਲੈਂਦੇ ਹਾਂ। ਕਹਿੰਦਾ ਅਸੀਂ ਬਹਿ ਕੇ ਨਹੀਂ ਸੁਣਾਂਗੇ। ਕਹਿੰਦਾ ਜਿੱਥੇ ਮਰਜ਼ੀ ਭੱਜੇ ਫਿਰਨ, ਇਹ ਜੈਮਰ ਲਾ ਕੇ ਸਿਗਨਲ ਨਹੀਂ ਬੰਦ ਕਰ ਸਕਦੇ। ਸੋ ਇਸ ਕਰਕੇ ਕਿ ਜਿਹੜਾ ਮਤਲਬ ਵੱਡੇ ਇੰਜੀਨੀਅਰ ਜਿਹੜੇ ਆ ਉਹਨਾਂ ਨੂੰ ਨਹੀਂ ਪਤਾ, ਟੈਕਨੀਕਲੀ ਨਹੀਂ ਪਤਾ, ਉਹ ਅੰਦਰ ਹਵਾਲਾਤੀਆਂ ਤੇ ਕੈਦੀਆਂ ਨੂੰ ਪਤਾ ਹੈ। ਇਸ ਕਰਕੇ
ਮੈਂ ਤਾਂ ਉਹ ਵੀ ਕੈਦੀ ਦੇਖੇ ਆ, ਹਵਾਲਾਤੀ ਦੇਖੇ ਆ, ਜਿਹੜੇ ਜੱਜ ਦੇ ਬੰਦੇ ਨੂੰ ਕਹਿੰਦੇ ਆ ਕਿ ਜੱਜ ਨੂੰ ਕਹਿ ਜਿਹੜਾ ਰੇਟ ਚੱਲ ਰਿਹਾ ਉਹ ਲੈ ਲਾ, ਉਸ ਤੋਂ ਵੱਧ ਨਹੀਂ ਅਸੀਂ ਦੇਣਾ, ਰੇਟ ਦੱਸਦੇ ਆ। ਸੋ ਇਸ ਕਰਕੇ ਇਹ ਸਾਰੇ ਸਭ ਪਾਸੇ ਨੂੰ ਕਿਤੇ ਨਾ ਕਿਤੇ ਜੇ ਸਮੇਟਣਾ ਤੇ ਇਹਦੀ ਡੂੰਘਾਈ 'ਚ ਜਾ ਕੇ ਘੋਖ ਕਰਨੀ ਪੈਗੀ, ਤਦ ਜਾ ਕੇ ਸਮੇਟਿਆ ਜਾਊਗਾ, ਅਦਰਵਾਈਜ਼ ਜਿਹੜਾ ਉਹ ਨਹੀਂ ਸਮੇਟਿਆ ਜਾਊਗਾ। ਚਲੋ ਹੁਣ ਵਕਾਲਤ ਦੇ ਆਧਾਰ ਤੇ ਕਲੀਅਰ ਕਰਿਓ ਕਿ ਇਹ ਦੋ ਖਤਮ, ਮੁੱਦਾ ਖਤਮ। ਹੁਣ ਜਿੰਨੇ ਵੀ ਗੈਂਗਸਟਰ ਨੇ ਉਹ ਸਾਰੇ ਸੈਂਟਰ ਦੀ ਹਵਾਲਗੀ ਰਾਹੀਂ ਆਏ ਨੇ ਤੇ ਮੇਰੇ ਖਿਆਲ ਇੱਕ ਦੀਪਕ ਸ਼ਾਇਦ ਇੱਕ ਵਿਅਕਤੀ ਅਜੇ ਵੀ ਗ੍ਰਿਫਤ ਚੋਂ ਬਾਹਰ ਹੈ ਜਿਹੜਾ ਸ਼ੱਕੀ ਹੈ, ਕਿਉਂਕਿ ਗੈਂਗਸਟਰਾਂ ਦੀ ਗਿਣਤੀ ਨੂੰ ਲੈ ਕੇ ਵੀ ਮਤਭੇਦ ਨੇ। ਖੈਰ ਓਵਰਆਲ ਇਸ ਕੇਸ ਦੀ ਹੁਣ ਚਾਰਜ ਸ਼ੀਟ ਵੱਲ ਨੂੰ ਵਧੇਗਾ ਤੇ ਕੀ ਇਸ ਕੇਸ ਦੀ ਜਿਹੜੀ ਅਦਾਲਤੀ ਪ੍ਰਕਿਰਿਆ ਰਹੇਗੀ, ਥੋੜਾ ਜਿਹਾ ਇਸ ਬਾਰੇ ਅਪਡੇਟ ਦਿਓ, ਕਿਉਂਕਿ ਫਾਈਲ ਤਾਂ ਤਕਰੀਬਨ ਭਾਵੇਂ ਬੰਦ ਨਾ ਹੋਵੇ, ਫਾਈਲਾਂ ਤਾਂ 84 ਦੀਆਂ ਵੀ ਖੁੱਲੀਆਂ ਨੇ, ਪਰ ਉਹ ਫਾਈਲਾਂ ਬੰਦ ਹੀ ਸਮਝੋ ਜਦੋਂ ਅਸਲ ਦੋਸ਼ੀਆਂ ਤੱਕ ਪਹੁੰਚਿਆ ਨਹੀਂ ਜਾਣਾ। ਉਹ ਫਾਈਲਾਂ ਇੱਕ ਤਰੀਕੇ ਨਾਲ ਬੰਦ ਹੀ ਹੁੰਦੀਆਂ ਨੇ ਤੇ ਇਹਨਾਂ ਫਾਈਲਾਂ ਦਾ ਕੀ ਆਧਾਰ ਰਹੇਗਾ? ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਪਟਾ ਦਿੱਤੀ ਹੈ ਤੇ ਇਸ ਕੇਸ ਦਾ ਅਦਾਲਤੀ ਪੱਖ ਕੀ ਉਭਰੇਗਾ ਹੁਣ? ਜੀ ਪਰਮਿੰਦਰ, ਪਹਿਲੀ ਗੱਲ ਤੇ ਇਹ ਸੀ ਐਨਕਾਊਂਟਰ ਹੋਇਆ ਕਿ ਕੀਤਾ ਗਿਆ ਮੈਨੂੰ ਉਹ ਨਹੀਂ ਪਤਾ, ਪਰ ਮੈਂ ਇੱਕ ਗੱਲ ਦੇ ਸੀ ਕਿ ਤੁਸੀਂ ਉਹਨੂੰ 2 ਕਿਲੋਮੀਟਰ ਤੱਕ ਘੇਰਾ ਪਾ ਕੇ ਰੱਖ ਲਓ। ਹੁਣ ਵੀ ਤੁਸੀਂ ਪੱਤਰਕਾਰਾਂ ਨੂੰ ਕਿਹਾ ਕਿ ਅਗਲੇ 2 ਦਿਨ ਅਸੀਂ ਤੁਹਾਨੂੰ ਉਹਦੀ ਜਾਂਚ ਹੋ ਰਹੀ ਆ ਮਕਾਨ ਦੀ, 2 ਦਿਨ ਤੱਕ ਅਸੀਂ ਉੱਥੇ ਨਹੀਂ ਜਾਣ ਦੇਣਾ, ਪਰ ਜਿਹੜੀ ਉੱਥੇ ਅਚਾਰ ਪਾਉਣ ਵਾਲੀ ਉਹ ਕੰਬਾਈਨ ਸੀ, ਉਹ ਜਿਹੜੀ ਸਾਰੀ ਛਲਣੀ ਕਰ ਦਿੱਤੀ ਗਈ, ਉਹਦਾ ਮਾਲਕ ਰੋਂਦਾ ਫਿਰਦਾ, ਉਹ ਕਹਿੰਦਾ ਵੀ ਮੈਨੂੰ ਦੱਸੋ ਇਹਦਾ ਮੁਆਵਜ਼ਾ ਮੈਨੂੰ ਸਰਕਾਰ ਦਊਗੀ ਕਿ ਜਾਂ ਗੈਂਗਸਟਰ ਦੇਣਗੇ ਜਿਹੜੇ ਮਾਰੇ ਗਏ ਆ। ਕਹਿੰਦਾ ਮੇਰਾ ਕੀ ਕਸੂਰ ਸੀ, ਸਾਡੇ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਛੱਡ ਕੇ ਭੱਜੋ, ਕਹਿੰਦਾ ਬੱਚੇ ਜਾਨ ਬਚਾਉਂਦੇ ਭੱਜ ਗਏ ਤੇ ਉਹ ਭੱਜ ਗਿਆ। ਕਹਿੰਦਾ ਜਦੋਂ ਅਸੀਂ ਹੁਣ ਆ ਕੇ ਸਾਡੀ ਉਹ ਅਚਾਰ ਪਾਉਣ ਵਾਲੀ ਜਿਹੜੀ ਮਸ਼ੀਨ ਆ ਉਹ ਦੇਖੀ ਆ, ਉਹ ਛਲਣੀ ਕੀਤੀ ਪਈ ਗੋਲੀਆਂ ਦੇ ਨਾਲ, ਤੇ ਸਾਡਾ ਕੀ ਕਸੂਰ ਸਾਨੂੰ ਦੱਸੋ। ਉਹਦੇ ਤੇ ਨਾ ਸਰਕਾਰ ਬੋਲੀ, ਗੈਂਗਸਟਰ ਤੇ ਕੀ ਬੋਲਣੇ, ਉਹ ਤਾਂ ਖਤਮ ਹੋ ਗਿਆ ਤੇ ਗੱਲ ਮੁੱਦਾ ਖਤਮ ਹੋ ਗਿਆ। ਪਰ ਇਹੀ ਗੱਲ ਦੇਖੋ, ਹਮੇਸ਼ਾ ਕੀ ਹੁੰਦਾ ਜਦੋਂ ਐਨਕਾਊਂਟਰ ਹੋ ਗਿਆ ਉਹਦੇ ਬਾਅਦ ਬਹੁਤ ਸਾਰੇ ਮੁੱਦੇ ਜਿਹੜੇ ਉਹ ਖਤਮ ਹੋ ਜਾਂਦੇ ਆ। ਚਾਹੀਦਾ ਇਹ ਸੀ ਜੇ ਤੁਸੀਂ ਅਗਲੇ 2 ਦਿਨ ਤੱਕ ਅਜੇ ਪੱਤਰਕਾਰਾਂ ਨੂੰ ਰੋਕਿਆ, ਅੱਜ ਦੀ ਸਟੇਟਮੈਂਟ ਆ, ਅਗਲੇ 2 ਦਿਨ ਨਹੀਂ ਜਾਣ ਦਿਆਂਗੇ, ਤੇ ਬੰਦੇ ਭੁੱਖੇ ਤੇ ਆਏ ਉੱਥੇ ਕਿੰਨੇ ਕੁ ਦਿਨ ਕੱਟ ਜਾਂਦੇ, ਅਖੀਰ ਉਹਨਾਂ ਹੱਥ ਕਦੇ ਕਰਕੇ ਬਾਹਰ ਆ ਜਾਣਾ ਸੀ। ਤੁਸੀਂ ਘੇਰਾ ਪਾ ਲੈਂਦੇ, ਉੱਥੇ ਕੋ ਬਹਿ ਜਾਂਦੇ ਜਿੱਥੋਂ ਤੱਕ ਉਹਨਾਂ ਦੀ ਰੇਂਜ ਜਿਹੜੀ ਸੀ ਗੋਲੀ ਤੁਹਾਡੇ ਤੱਕ ਨਾ ਆਉਂਦੀ। ਦੂਜੀ ਗੱਲ, ਤੁਸੀਂ ਬਖਤਰਬੰਦ ਗੱਡੀਆਂ ਮੰਗਾਈਆਂ ਸੀ ਬਾਅਦ ਚ, ਉਹ ਲੈ ਕੇ ਅਟੈਕ ਕਰ ਦਿੰਦੇ ਜੇ ਬਹੁਤੀ ਗੱਲ ਸੀ ਤਾਂ। ਜਦੋਂ ਸਿਰ 'ਚ ਵੱਜਣ ਲੱਗ ਗਈਆਂ ਆਪੇ ਭੱਜਦੇ ਬਾਹਰ ਨੂੰ। ਘੇਰਾ ਪਾ ਕੇ ਰੱਖਣਾ ਵੀ ਆਪਣੇ ਆਪ 'ਚ ਕਲਾ ਸੀ ਜੇ ਉਸ ਕੇਸ ਦੀ ਡੂੰਘਾਈ ਤੱਕ ਪਹੁੰਚਣਾ ਸੀ। ਰਹਿ ਗਈ ਗੱਲ ਚਲਾਨ ਪੇਸ਼ ਹੋਏਗਾ, ਹਾਈਲਾਈਟ ਕੇਸ ਆ, ਜਿੰਨੇ ਇਹਦੇ 'ਚ ਮੁਲਜ਼ਮ ਨੇ ਤਕਰੀਬਨ ਸਾਰਿਆਂ ਨੂੰ ਉਹਨਾਂ ਦੇ ਜੁਰਮ ਦੇ ਮੁਤਾਬਕ ਸਜ਼ਾ ਜਿਹੜੀ ਮਿਲ ਜਾਣੀ ਹੈ, ਕਿਸੇ ਦਾ ਬਹੁਤਾ ਜ਼ਿਆਦਾ ਛੁਟਕਾਰਾ ਨਹੀਂ ਹੋਣਾ। ਪਰ ਕੇਸ 'ਚ ਬਹੁਤ ਕੁਝ ਛੁਪਿਆ ਰਹਿ ਗਿਆ ਕਿ ਮਾਸਟਰਮਾਈਂਡ ਕੌਣ ਸੀ, ਕਿੱਥੋਂ ਚੱਲਿਆ, ਕੀ ਕੁਝ ਹੋਇਆ, ਉਹ ਬਹੁਤ ਕੁਝ ਜਿਹੜਾ ਉਹ ਛੁਪਿਆ ਰਹਿ ਗਿਆ ਇਹਦੇ 'ਚ, ਜਿਹੜਾ ਕਿ ਨਹੀਂ ਸੀ ਚਾਹੀਦਾ। ਚਲੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਪਾਲਿਸੀ ਹੁੰਦੀ ਕੀ ਨਹੀਂ ਹੁੰਦੀ, ਪਰ ਗੱਲ ਸੀ ਕਿ ਪੰਜਾਬ ਦੇ 3 ਗੈਂਗਸਟਰ ਸੀ ਜਿਹੜੇ ਇਹਦੇ ਵਿੱਚ ਸ਼ਾਰਪ ਸ਼ੂਟਰ ਸੀ, 3 ਦੇ ਵਿੱਚੋਂ 2 ਮਾਰੇ ਗਏ ਤੇ ਜਿਹੜੇ 3 ਦਿੱਲੀ ਪੁਲਿਸ ਨੇ ਫੜ ਕੇ ਦਿੱਤੇ ਉਹਨਾਂ ਦਾ ਤੇ ਐਨਕਾਊਂਟਰ ਨਹੀਂ ਹੋ ਸਕਦਾ, ਤੇ ਜਿਹੜੇ ਦਿੱਲੀ ਤਿਹਾੜ ਜੇਲ੍ਹ ਤੋਂ ਲਿਆਂਦੇ ਤੁਸੀਂ ਰਾਹਦਾਰੀ ਰਿਮਾਂਡ ਤੇ ਨਾ ਉਹਨਾਂ ਦਾ ਹੋ ਸਕਦਾ। ਅਸਲ ਸਿਆਪੇ ਦੀ ਜੜ ਉਹ ਸੀਗੇ, ਪਰ ਜਿਹੜੇ ਚਲੇ ਗਏ। ਕੇਸ ਹੱਲ ਹੋਇਆ, ਸਮਝੋ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਚਮੜੀ ਬਚ ਗਈ। ਹੁਣ ਚੱਲੀਏ ਸਪਾਂਸਰ ਦਾ ਜ਼ਿਕਰ ਕਰਦੇ ਹਾਂ। ਗੋਲਡਨ ਕੀ ਐਕਸਪ੍ਰੈਸ LLC ਪੈਂਸਿਲਵੇਨੀਆ ਵਾਲੇ ਸਾਨੂੰ ਸਪੋਰਟ ਕਰਦੇ ਨੇ, ਜਿਨ੍ਹਾਂ ਨੂੰ ਆਨਰ ਪਲੇਟਾਂ ਦੀ ਜ਼ਰੂਰਤ ਹੈ, ਜਿਨ੍ਹਾਂ ਕੋਲ ਆਪਣੇ ਰੀਫਰ ਹੋਣ। ਇਹਨਾਂ ਕੋਲ ਕੰਪਨੀ ਦੇ ਡਾਇਰੈਕਟ ਲੋਡ ਨੇ ਰੀਫਰ ਦੇ ਲਰੀਡੋ ਟੈਕਸਸ ਤੋਂ, ਜੌਨਸਟਾਊਨ ਪੈਂਸਿਲਵੇਨੀਆ ਦੇ, ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ। ਤੇ ਜੇ ਤੁਸੀਂ ਇਹਨਾਂ ਨੂੰ ਸਾਈਨ ਅਪ ਕਰਦੇ ਹੋ, ਤੁਹਾਡੇ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ। ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ। ਲੋਡ ਦਾ ਤਾਪਮਾਨ 33 ਤੋਂ 54 ਡਿਗਰੀ ਦਰਮਿਆਨ ਹੁੰਦਾ ਹੈ ਤੇ ਫਰੋਜ਼ਨ ਲੋਡ ਬਹੁਤ ਘੱਟ ਨੇ ਤੇ 10% ਕਮਿਸ਼ਨ ਚਾਰਜ ਕਰਦੇ ਨੇ। ਵਧੀਆ ਕਿਰਾਏ ਭਾੜੇ ਨੇ ਤੇ ਪ੍ਰਗਟ ਸਿੰਘ ਬੈਦਵਾਨ MD ਨੇ। ਉਹਨਾਂ ਦਾ ਆਫਿਸ ਨੰਬਰ 484 320 6700, 484 320 6700, ਸੈਲ ਫੋਨ ਹੈ 302 563
0080 3025630080 सैल फोन है। goldenkeyexpress.com वेबसाइट है तो goldenkeyexpress@gmail.com ईमेल है। लरीडो टैक्सस तो जॉनस्टाउन पेंसिल्वेनिया ते लरीडो टैक्सस तो लवीनिया मिशिगन दे लोड ने वापसी ते भी तुहानूं लोड मिल सकता है। वो ब्रोकर दे लोड ने कई बारी कन्फर्म नहीं हुंदे। गोल्डन की एक्सप्रैस हमेशा याद रखो LLC पेंसिल्वेनिया। इसी तरह इसे परिवार चों ने डॉक्टर जसप्रीत सिंह मावी डैलस टैक्सस दे विच रील एस्टेट कारोबार करते हैं। जो वीर क्रॉस कंट्री ट्रक बिजनेस दे विच ने ट्रकिंग दे विच ने उन्हां लई इह एरिया वधिया रहायशगाह साबित हो सकदा क्योंकि इत्थे $3 ਤੋਂ $5 ਲੱਖ ਦਾ वधिया घर मिल सकदा डैलस टैक्सस दे विच ते स्कूल कालेज यूनिवर्सिटियां बहुत ने तुहाडे बच्चों लई वधिया रहायशगाह साबित हो सकदा। लोन दा इंतजामात करदे ने। डैलस टैक्सस दे विच कोई भी खरीदो फरोख्त घरेलू जां वपारक जायदाद दी करनी है तुसीं कॉल करनी है। डॉक्टर जसप्रीत सिंह मावी होरां दा सैल फोन है 972 363 3700 972 363 3700। इसी तरह सानू सपोर्ट किया बलवीर सिंह सुमानपुर परिवार ने जिन्हां दे अमेरिका दे विच कई सारे कारोबार ने ते वाशिंगटन दे विच है उन्हां दा आर्लिंगटन फ्यूल स्टॉप 1801 पायरनियर ईस्ट हाईवे एग्जिट 208 ते इस लोकेशन ते चाह शावर लॉन्ड्री ते ओवरनाइट ट्रक पार्किंग फ्री है। इस लोकेशन ते फ्री कॉफी ईमेल फैक्स करने की सुविधा ते ट्रक पार्किंग फ्री है। नाल ट्रकां दा समान समरी खरीद सकते हो। दूजी लोकेशन इन्हां दी कैलीफोर्निया च है लॉस्टेल ट्रैवल सेंटर 1414 अलोमा स्ट्रीट लॉस्टेल एग्जिट 278 ते इस लोकेशन ते चाह शावर लॉन्ड्री ते ओवरनाइट ट्रक पार्किंग फ्री है। नाल लिकर शॉप है फ्री नहीं है। सद उपयोग करो। बलवीर सिंह सुमानपुर होरां दा फ्यूल कंपनियां दा कारोबार है। इन्हां दी डेल्टा फ्यूल कंपनी ते मोबाइल एक्शन मैराथन फ्यूल कंपनियां ने जिन्हां तो गैस स्टेशनां वाले सज्जन फ्यूल फ्रैंचाइज ब्रांडेड ते अनब्रांडेड डीजल खरीद सकते हैं। कोई डील बनानी है बलवीर सिंह सुमानपुर होरां दे भरा हरजाप सिंह दा नंबर नोट कर लो 425 232 84 13 425 232 8413 नंबर है हरजाप सिंह होरां दा ते बलवीर सिंह सुमानपुर होरां दा धन्नवाद। ते नाल वाशिंगटन फीड सर्विस है सियाटल इलाके दे लोकल लोड दिंदे ने। लंबे रूटां तो उकताए हो दिने दिने ट्रक चलाओ शामां नूं घर आओ ते सांझ बनाओ वाशिंगटन फीड सर्विस होरां दे नाल जो तुहाडी सहूलत वास्ते डिस्पैच पंजाबी अंग्रेजी च दिंदे ने। ड्राइविंग दी जॉब चाहिदी है तां प्रति घंटा दे हिसाब दे नाल अच्छे वेजेस अदा करदे ने ते ड्राइविंग दी जॉब दे वास्ते ते सियाटल दे लोड वास्ते तुसीं संपर्क करना जगदेव सिंह संधू दा सैल नंबर 253 266 69 24 253266 6924। गैरी धालीवाल दा नंबर है 206 354 40 60 206 354 4060 नंबर है गैरी धालीवाल दा। बेकरसफील्ड इलाके च विचर रहे तो मारो ट्रक ट्राले नूं ब्रेक यूनियन विलेज ट्रक शॉप ते नाल इंडियन रेस्टोरेंट देसी घ्यो दे परांठे दही नाल छको छकाओ ट्रक तो आओ डीजल पाओ जिथे ट्रक यूनियन स्कूल हुंदा सी उसे जगह ते है यूनियन विलेज ट्रक शॉप ते इंडियन रेस्टोरेंट। एड्रैस 2201 साउथ यूनियन एवेन्यू बेकरसफील्ड कैलिफोर्निया जिप कोड 93307। रोडवेज ट्रांसपोर्ट वाले सुखी घुम्मण होरां दा कारोबार है जिन्हां दा नंबर 661 304 7500 ते जय घुम्मण होरां दा नंबर 661 885 8858। जी सुरेंद्रवीर कंटिन्यू प्लीज। परमिंदर बड़ी हास्यहीन स्थिति ची हुई राष्ट्रपति की चोण च जिहदी के विरोधी धिर नूं उम्मीद नहीं सी वो कुछ वापर गया विरोधी धिर नाल। यानी कि एक मैनू एक गल दा होर यानी कि समझ तो बाहर हो गया कि देखो 543 मैंबर लोक सभा दे चुने जाते ने 2 नॉमीनेट हुंदे ने ते 245 आ राज सभा दे मैंबर जिहदे च 233 MLA द्वारा चुन के आउंदे 12 नॉमीनेट कीते जांदे। जिहड़े 12 नॉमीनेट कीते जांदे ਉਹ उप राष्ट्रपति दी चोण च तां वोट पाउंदे लेकिन राष्ट्रपति दी चोण च उन्हां दी वोट नहीं पई। यानी कि कुल जिहड़े सीगे 778 मैंबर पार्लीमेंट सी जिन्हां ने अपनी वोट पाउणी सी जिह चों 15 ने वोट पाई नहीं लेकिन 15 ਉਹ सी जिन्हां दी वोट रिजेक्ट हो गई। हुण तुसीं अंदाजा लाओ कि 15 मैंबर पार्लीमेंटां दी वोट रद्द कीती गई है। हुण ਉਹ किन्ने को पढ़े लिखे है ते किन्नी को देश की गवाही करनगे कि जिन्हां दी खुद दी वोट जिहड़ी ਉਹ रद्द हो गई है ते बचे जिहड़े आ ਉਹ फिर हुण 748 बचे 748 चों 540
ਲੈ गई द्रौपदी मुर्मू ते 208 मिले जसवंत सिन्हा नूं, यानी कि 700 वोट की एक की कीमत सी ते कुल पहले राउंड च द्रौपदी मुर्मू लै गई 3,78,000 ते जसवंत सिन्हा नूं मिले 1,45,000। ਉਹਦੇ बाद 3 राउंड ਜਿਹੜੇ ਸੀਗੇ ਉਹ ਹੋਣੇ ਸੀਗੇ ਵਿਧਾਨ ਸਭਾਵਾਂ ਦੇ। ਉਹਦੇ ਚ ਪਹਿਲੇ ਚ 10 ਸਟੇਟਾਂ ਦੇ ਆਈ ਅਲਫਾਬੈਟਿਕਲੀ। ਉਹਦੇ ਤੱਕ ਪਹੁੰਚਦੇ ਜਿਹੜੀ द्रौपदी मुर्मू ਸੀ ਉਹ 4,83,299 वोट लै गई ਤੇ ਜਿਹੜਾ जसवंत सिन्हा ਸੀ ਉਹ 1,45,600 ਤੋਂ ਵੱਧ ਕੇ 1,99,876 ਤੇ पहुंच गया। ਜਦੋਂ ਅਗਲੀਆਂ 10 ਸਟੇਟਾਂ ਦੀ ਆਈ ਉੱਥੋਂ ਤੱਕ द्रौपदी मुर्मू 5,77,777 ਤੇ पहुंच गई ਤੇ जसवंत सिन्हा 2,61,062 ਤੇ रह गया। यानी कि लास्ट राउंड ਜਿਹੜਾ ਰਹਿ ਗਿਆ ਉਹਦੇ ਚ ਤਕਰੀਬਨ ਜਿਹੜੀਆਂ ਬਾਕੀ ਦੀਆਂ 9 ਸਟੇਟਾਂ ਨੇ 8 ਉਹ ਆਉਣੀਆਂ ਨੇ। ਉਹਨਾਂ ਦੇ ਵਿੱਚ 2,47,592 ਵੋਟਾਂ ਜਿਹੜੀਆਂ ਉਹ ਗਿਣਨੀਆਂ ਰਹਿੰਦੀਆਂ ਨੇ। यानी कि 8,38,839 ਵੋਟ ਗਿਣੀ ਗਈ। ਕੁੱਲ ਵੋਟ ਹੈਗੀ 10,86,431 ਤੇ ਜਿੱਤਣ ਲਈ ਚਾਹੀਦੀ 5,43,261। यानी कि तीसरे राउंड ते आके दूसरे राउंड ते जित दे नेड़े पहुंच गई द्रौपदी मुर्मू ते तीसरे ते वो जित नूं पार कर गई। हुण सवाल सब तो वड्डा यह आ कि विरोधी धिर दे पल्ले बचिया की विधान सभावां च भी ते लोक सभा च भी सारी जगह बुरी तरह नाल पछड़े और 17 मैंबर पार्लीमेंट जेड़े विरोधी धिर दे सी वो सत्ताधारी धिर नूं वोट पा गए। यानी कि क्रॉस वोटिंग होगी। 17 वोटां पईयां ने। हुण 17 विरोधी धिर दे उधर पा गए, 15 दीयां वोटां रद्द हो गईयां ते 15 ने वोटां ही नहीं पाईयां। अगली गल ये कैंडीडेट सी जसवंत सिन्हा तृणमूल कांग्रेस का, यानी कि TMC ममता बनर्जी का। बाकी सारे ने सपोर्ट की। हुण उप राष्ट्रपति खड़ा किया गया कांग्रेस वालों मार्गरेट हलवा नूं, तां तृणमूल कांग्रेस ने कहता साडे नाल सलाह नहीं की, असीं उप राष्ट्रपति की चोण च हिस्सा नहीं लवांगे। ते नाल दी नाल की हो गया कि जिहड़ा सत्ताधारी धिर ने राष्ट्रपति उप राष्ट्रपति का उम्मीदवार खड़ा किया ओही वेस्ट बंगाल का गवर्नर सी जिहदे नाल ममता बनर्जी का पूरा हित खड़ीका सी। हुण उप राष्ट्रपति तो क्लीयर आ बीजेपी का चुनिया जाना। उस वेले वोटां कितनियां पैणीਆਂ ने हुण नालों 12 वोटां वधणीਆਂ ने। यानी कि 778 सी ते 12 इहदे च होर वध जाणीਆਂ, 790 हो जाणीਆਂ। 790 ने डिसाइड करना ते ओहदे चों ममता बनर्जी फेर खिस गई। 208 पईयां ने इस वक्त इन्हां नूं ते जिहड़े नॉमीनेट कीते गए वो आई सत्ताधारी धिर दे ने, वो 12 भी उधर ने। ਜਿਹੜੀਆਂ रद्द होईयां उन्हां दा पता नहीं किहड़ियां। 17 पहलां क्रॉस हो गईयां, 15 ने पाई नहीं होई। ते फिर की उप राष्ट्रपति दी जदों चोण होएगी की ओह 200 दे नेड़े पहुंच सकेगा कि जां 1.5 पौने 200 ते ही रुक जाएगा। यानी कि सत्ताधारी धिर राष्ट्रपति तो जित्ती उप राष्ट्रपति भी बड़े आराम नाल जिहड़ी वो विरोधी धिर दे आपस च पाटे होण करके जित दी जिहड़ी वो दिखाई दे रही है। पर गल ये है कि जिहड़ी बीबी जित के आ रही है विचारी दे पिंड च अजे तक बिजली नहीं पहुंची। इस 15 अगस्त नूं थोड़े दिन बाकी बचे आ, उस दिन 75 साल हो जाने आ देश नूं आजाद होया ते जिहड़ी राष्ट्रपति बन जा रही है 75 सालां च उहदे पिंड च बिजली नहीं है। क्या बात है। हाँ, सब तो वड्डी गल वो MLA भी रही, मिनिस्टर भी बनी, गवर्नर भी बनी, लेकिन ओहदे पिंड च बिजली नहीं है। वो वक्री गल है। ओहदे पिंड वाले अज लड्डू बना के तैयारी करी बैठे आ। मैं तो सोचा सी बनाउण दी लोड़ ही नहीं, ये तो संगरूर वालियां नूं कहना सीगा घराचों तो ले जाने सी, बथेरे बने पए सी उत्ते। घराचों वाले वंड देने सी जाके। सो मतलब ठीक आ
ਵੋਟ ਬੈਂਕ ਨੂੰ ਮੁੱਖ ਰੱਖ ਕੇ ਉਹਨੂੰ ਰਾਸ਼ਟਰਪਤੀ ਬਣਾਇਆ ਗਿਆ। ਪਰ ਸਵਾਲ ਤਾਂ ਵਰਲਡ ਲੈਵਲ ਤੇ ਇਹ ਵੀ ਜਾਣਗੇ ਕਿ 75 ਸਾਲ ਦੀ ਆਜ਼ਾਦੀ ਦੇ ਬਾਅਦ ਜਿਹਨੂੰ ਰਾਸ਼ਟਰਪਤੀ ਚੁਣਿਆ ਗਿਆ ਉਹਦੇ ਪਿੰਡ 'ਚ ਲਾਈਟ ਹੈ ਨਹੀਂ ਜੀ। ਲਾਈਟ ਦਾ ਇੰਤਜ਼ਾਮ ਕਰਨਾ ਸ਼ਾਇਦ ਇਸੇ ਕਰਕੇ ਚੁਣੀ ਗਈ ਹੋ। ਨਹੀਂ ਚਲੋ ਬਾਕੀ 65 ਸਾਲਾਂ ਨੇ ਤਾਂ ਕੁਝ ਨਹੀਂ ਕੀਤਾ, 70 ਸਾਲ ਵਾਲਿਆਂ ਨੇ, ਹੁਣ ਤਾਂ 8 ਸਾਲ ਇਹਨੂੰ ਵੀ ਹੋ ਗਏ ਹੈ। ਬਹਿਨੋਂ ਔਰ ਭਾਈਓ ਤੇ द्रौपदी मुर्मू बहन ਲਈ ਇਸ ਭਰਾ ਨੇ ਕੁਝ ਨਹੀਂ ਕੀਤਾ, ਫਿਰ 8 ਸਾਲ ਹੋਣਗੇ ਕਿਹੜੇ ਖਾਤੇ ਪੈਣਗੇ? ਉਹ ਜਿੱਥੇ ਪਹਿਲੇ ਵਾਜਪਾਈ ਵਾਲੇ ਵੀ ਨੇ ਵਿੱਚ, ਵੈਸੇ ਇਕੱਲੇ ਕਾਂਗਰਸ ਤੇ ਹੀ ਨਹੀਂ 6 ਉਹ ਵੀ ਨੇ ਤੇ ਜਿਹੜੇ ਜਦੋਂ ਜਨਤਾ ਪਾਰਟੀ ਦੇ ਰੂਪ 'ਚ ਆਏ ਸੀ ਤੇ ਉਹ ਕਿਹੜੇ ਭੁੱਲ ਜਾਓਗੇ? ਜਿਹੜੇ 3 ਸਾਲ ਪੌਣੇ 3 ਬਣਦੇ ਸੀ ਉਹ ਥੋੜੀ ਭੁੱਲੋਗੇ। ਉਹਦੇ 'ਚ ਵੀ ਤੇ ਭਾਈਵਾਲ ਸੀਗੇ। ਨਾਲੇ ਜਿਹੜੀ ਲੇਡੀ ਰਾਸ਼ਟਰਪਤੀ ਬਣ ਗਈ, MLA ਬਣ ਕੇ ਆਪਣੇ ਪਿੰਡ 'ਚ ਲਾਈਟ ਨਹੀਂ ਲਵਾ ਸਕੀ ਤੇ ਦੇਸ਼ ਨੂੰ ਕਿਵੇਂ ਰੋਸ਼ਨ ਕਰ ਦੂ? ਸਵਾਲ ਇਹ ਵੀ ਹੈ ਨਾ। ਬੰਦਾ ਸਰਪੰਚ ਬਣ ਕੇ ਆਪਣੇ ਪਿੰਡ, ਹੁਣ ਤੁਸੀਂ ਗ੍ਰਿਡ ਲਏ ਆਏ ਸੀ ਪਿੰਡ, ਤੁਸੀਂ ਕਿਹੜਾ ਸਰਪੰਚ ਬਣੇ ਸੀ? ਗੱਲ ਇਹ ਸੀਗੀ ਚਾਹੇ ਤੁਸੀਂ ਗ੍ਰੇਡਲ ਜਾਓ ਚਾਹੇ ਕਾਲਜ ਜਾਓ। ਕਾਲਜ ਦੀ ਗੱਲ, ਸੌਰੀ, ਗ੍ਰਿਡ ਤਾਂ ਬਜ਼ੁਰਗ ਲਿਆ ਸੀ ਮੇਰਾ ਖਿਆਲ ਹੈ ਨਾ। ਹਾਂ ਮਤਲਬ ਨਹੀਂ, ਉਦੋਂ ਗ੍ਰਿਡ ਨਹੀਂ ਸੀ ਆਇਆ। ਉਦੋਂ ਬਹਾਦਰਗੜ੍ਹ ਯੂਨੀਵਰਸਿਟੀ ਕੋਲੋਂ ਇੱਥੋਂ ਸਿੱਧੀ ਲਾਈਨ 1 ਦਿਨ 'ਚ ਖਿੱਚ ਕੇ ਗਈ ਸੀ। 1 ਦਿਨ 'ਚ ਇੱਥੋਂ ਲਾਈਨ ਖਿੱਚ ਕੇ ਚਲੀ ਗਈ ਸੀ ਸਿੱਧੀ। ਨਹੀਂ ਮਤਲਬ MLA ਬਣ ਕੇ ਵੀ ਮਤਲਬ ਇਹ ਤਾਂ ਮੁੱਢਲੀਆਂ ਜ਼ਰੂਰਤਾਂ ਨੇ ਜੇ ਅਜੇ ਵੀ ਮਤਲਬ ਇੰਨਾ ਕੁਝ ਕਰਕੇ ਵੀ ਸਿਰਫ ਇਹ ਹੈ ਕਿ ਉਹਨਾਂ ਨੂੰ ਕੈਸ਼ ਕੀਤਾ ਜਾਣਾ। ਹੁਣ ਉਹਨਾਂ ਨੇ ਲੱਡੂ ਬਣਾਈ ਜਾਣੇ ਨੇ, ਐ ਨਹੀਂ ਪੁੱਛਣਾ ਕਿ ਇੰਨੇ ਸਾਲ ਤੁਹਾਨੂੰ ਬਿਜਲੀ ਨਹੀਂ ਮਿਲੀ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਤੁਸੀਂ ਦੇਖੋ ਕੱਲਾ ਉਹਨੂੰ ਛੱਡੋ, ਮੈਂ ਨਾ ਜਿੰਨਾ ਬੁੰਦੇਲਖੰਡ ਦਾ ਏਰੀਆ ਚਾਹੇ ਉਹ ਮੱਧ ਪ੍ਰਦੇਸ਼ 'ਚ ਪੈਂਦਾ ਚਾਹੇ ਉੱਤਰ ਪ੍ਰਦੇਸ਼ 'ਚ, ਕਿਉਂਕਿ ਦੋਨੋਂ ਸਟੇਟਾਂ ਉਹ ਬੁੰਦੇਲਖੰਡ ਅਲੱਗ ਮੰਗਦੀਆਂ। ਜਦੋਂ ਉਹਨਾਂ ਦੇ ਪਿੰਡਾਂ 'ਚ ਪਰਮਿੰਦਰ ਚਾਹੀਦਾ ਮੋਬਾਈਲ ਚਾਰਜਿੰਗ ਦਾ ਸਿਸਟਮ ਪਤਾ ਕੀ ਆ, ਉਹਨਾਂ ਨੇ ਮੋਟਰਸਾਈਕਲ ਤੇ ਬਣਾਇਆ ਹੋਇਆ, ਉਹ ਤੇ ਚਾਰਜ ਕਰਦੇ ਨੇ। ਤੇ ਜਿਹੜਾ ਉਹ ਵੀ ਤਾਂ ਕਰਦੇ ਨੇ ਜਦੋਂ ਉਹਨਾਂ ਪਿੰਡ ਤੋਂ ਬਾਹਰ ਨਿਕਲਣਾ ਸ਼ਹਿਰ ਵੱਲ ਨੂੰ, ਉੱਥੇ ਮੋਬਾਈਲ ਚੱਲਣਾ, ਪਿੰਡ 'ਚ ਨਹੀਂ ਚੱਲਣਾ, ਉੱਥੇ ਰੇਂਜ ਨਹੀਂ ਹੈ। ਕਿਉਂਕਿ ਜਿੱਥੇ 20 ਕਿਲੋਮੀਟਰ ਦੀ ਟਾਵਰ ਦੀ ਰੇਂਜ ਮੁੱਕ ਗਈ ਉਹ ਤੋਂ ਅੱਗੇ ਮੋਬਾਈਲ ਨਹੀਂ ਚੱਲੂਗਾ। ਤੇ ਪਿੰਡਾਂ 'ਚ ਲਾਈਟ ਹੈ ਹੀ ਨਹੀਂ। ਹਾਂ ਕੁਝ ਪਿੰਡਾਂ 'ਚ पोल लगे है। मैं क्या इतने की कहता ऐसा था जहाँ पे लाइट आई थी तो कोई आया वो ट्रांसफार्मर उतार के ले गया, पता नहीं बिजली वाला था कोई और था ना। फिर उसके बाद कोई आया ही नहीं। तो मैं क्या कनेक्शन कहता हमने लगवाए थे, फिर बिजली नहीं थी लेकिन बिल आ रहा था, फिर हमने वो भी कटवा दिया। यानी कि ट्रांसफार्मर कोई ला के ले गया तो लोगों को बिल आई है ना, फिर लोगों ने कनेक्शन भी कटाता, कहते कटाओ यार जी। खैर सियासी तौर पे पार्लीमेंट का की बन रहा? पार्लीमेंट का नवी भी बनने की तैयारी च है ते 72% वोट तुसी दस ही दिता, सारी कैलकुलेशन के द्रौपदी मुर्मू 15वें राष्ट्रपति होणगे ते 72% वोट इन्हां नूं मिलने तय सी। चलो ठीक है, जो कुछ है पता ही सी, क्लीयर मैंडेट सीगा तां। पर इहदे च जिहड़ा देश दी पार्लीमेंट दे की हालात रहे ने? देखो पार्लीमेंट नूं भी ना सत्ताधारी धिर कैश कर रही है। जे वो चाहण ते विरोधी धिर दी उत्ते किन्नी को हुकता कढ के बाहर मान तो पार्लीमेंट चला लैण, चलाउण दी नीत उन्हां दी भी नहीं। जदों चलाउणा आखिरी 1 ਜਾਂ 1.5 दिन च उन्हां जिन्ने बिल पास कराउणे वो करा लेने, बाकी च उन्हां कोई काम नहीं कराउणा, चुप करके बैठे इन्हां लावा करनी। उन्हां कहना कि पार्लीमेंट दा अज दा जिहड़ा सत्र सीगा उहनूं कल तक मुलतवी कीता जांदा। बस अज दा सैशन कल तक मुलतवी करके घरां नूं आ जाणगे। वो भी ड्रामा कर रहे ने, काम करन दी उन्हां दी नीयत नहीं है। इस करके वो भी मजे लै रहे ने, इहदे च वो भी राजनीति देख रहे ने। जे ओही सियाणे होण ते कुछ नहीं हुंदा। जदों विरोधी धिर नहीं चलन दिंदी कढ के बाहर मारो, फिर वो आखिरी ध्यार हैगा। ना विरोधी धिर लड़न जोगी है सिवाए नारेबाजी तो। विरोधी धिर सोचदी शायद असीं नारेबाजी करके बाज जाइए, लेकिन सत्ताधारी धिर जिहड़ी ओहदे चों भी मजे लै रही है ते मज़िਆਂ च लोकां दा कचूंबर कढ रहे ने। जिहड़ा TADA उत्थे दे ਗਿਆ दे फ्री दीआं रोटियां पालणीਆਂ सारियां लोकां दे टैक्स दा पैसा ते आराम नाल निकली जा रहे ने ते कामकार कोई हो नहीं रहा।
ਜਦੋਂ ਕੰਮਕਾਰ ਕਰਨਾ ਬਗੈਰ ਬਹਿਸ ਤੋਂ, ਬਗੈਰ ਕਿਸੇ ਗੱਲ ਤੋਂ ਉਹ ਬਿੱਲ ਜਿਹੜੇ ਪਾਸ ਕਰਕੇ ਪਰਾਂ ਮਾਰਨੇ, ਤੇ ਕਿਸੇ ਨੇ ਪੁੱਛਣਾ ਨਹੀਂ, ਕਿਸੇ ਨੇ ਦੱਸਣਾ ਨਹੀਂ। ਹੋਰ ਕੀ ਖਬਰਸਾਰ ਹੈ ਸੁਰਿੰਦਰ ਵੀਰ? ਵੈਸੇ ਨੂਪਰ ਸ਼ਰਮਾ ਦੇ ਮਾਮਲੇ ਦੇ ਵਿੱਚ ਜਿਹੜਾ ਵਿਅਕਤੀ ਚਰਚਾ ਦੇ ਵਿੱਚ ਆਇਆ ਕਿ ਨੂਪਰ ਸ਼ਰਮਾ ਮੁਹੰਮਦ ਸਾਹਿਬ ਦੇ ਮੁਤਲਕ ਮੰਦਭਾਗੇ ਬਿਆਨ ਦੇਣ ਵਾਲੀ ਨੂਪਰ ਸ਼ਰਮਾ ਨੂੰ ਮਾਰਨ ਆਇਆ ਪਾਕਿਸਤਾਨੀ ਘੁਸਪੈਠੀਆ 24 ਵਰ੍ਹਿਆਂ ਦਾ ਰਿਜ਼ਵਾਨ ਤਹਿਰੀਕੇ ਲਬੈਕ ਦੇ ਨਾਲ ਜੁੜਿਆ ਹੋਇਆ ਤੇ ਇਸ ਨੇ ਪੂਰਾ ਸੰਗਠਨ ਬਣਾ ਕੇ ਇਸ ਨੂੰ ਭਾਰਤ ਭੇਜਿਆ ਗਿਆ। ਰਾਜਸਥਾਨ ਦੇ ਗੰਗਾਨਗਰ ਦੇ ਵਿੱਚ IB ਇੰਟੈਲੀਜੈਂਸ ਬਿਊਰੋ, ਮਿਲਟਰੀ ਇੰਟੈਲੀਜੈਂਸ ਸਰਵਿਸ BSF ਨੇ ਉਸ ਦੀ ਲੋਕੇਸ਼ਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। 16 ਜੁਲਾਈ ਨੂੰ ਇਹ ਫੜਿਆ ਗਿਆ ਤੇ ਹਿੰਦੂਮਲ ਕੋਟ ਦੇ ਵਿੱਚ ਬਾਰਡਰ ਤੇ ਜਿਹੜੀ ਫੈਂਸਿੰਗ ਦੇ ਨੇੜੇ ਰਿਜ਼ਵਾਨ ਫੜਿਆ ਗਿਆ। ਇਸ ਦੇ ਕੋਲੋਂ ਕੋਈ ਸਿਮ ਜਾਂ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ। 8ਵੀਂ ਪਾਸ ਹੈ, ਧਾਰਮਿਕ ਤੌਰ ਤੇ ਕੱਟੜ ਹੈ, ਕਿਤਾਬਾਂ ਕੁਛ ਇਹਦੇ ਕੋਲ ਬਰਾਮਦ ਹੋਈਆਂ ਨੇ ਤੇ ਇਸ ਦਾ ਹੁਣ ਸੰਪਰਕ ਢੂੰਡਿਆ ਜਾ ਰਿਹਾ, ਲੱਭਿਆ ਜਾ ਰਿਹਾ ਕਿ ਕਿਸ ਦੇ ਜ਼ਰੀਏ ਆਇਆ। ਹਾਲਾਂਕਿ ਇਹਦਾ ਕਹਿਣਾ ਸੀ ਕਿ ਉਸ ਕੋਲ ਨੂਪਰ ਸ਼ਰਮਾ ਦੇ ਬਾਰੇ ਕੁਝ ਨਹੀਂ ਪਤਾ ਕਿ ਕਿੱਥੇ ਰਹਿੰਦੀ ਹੈ, ਕੀ ਹੈ, ਬਸ ਉਹ ਸਿਰਫ ਇਸ ਨੂੰ ਇਸ ਕਰਕੇ ਕਤਲ ਕਰਨਾ ਚਾਹੁੰਦਾ ਹੈ ਕਿ ਉਸਨੇ ਮੁਹੰਮਦ ਸਾਹਿਬ ਦੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਨੇ। ਇਸ ਸੰਬੰਧੀ ਹੁਣ ਇਹ ਇਨਪੁਟ ਆ ਰਹੀ ਹੈ ਕਿ ਇਹਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਪਾਕਿਸਤਾਨ ਦੇ ਵਿੱਚ ਤੋੜਿਆ ਸੀ। ਜਾਣੀ ਅਗਸਤ 2021 ਦੇ ਵਿੱਚ ਇਸ ਰਿਜ਼ਵਾਨ ਨਾਂ ਦੇ ਵਿਅਕਤੀ ਨੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜੀ ਸੀ। ਇਹ ਦੋਸ਼ ਵੀ ਉਸੇ ਉੱਤੇ ਲੱਗ ਰਹੇ ਨੇ ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ। ਤੇ ਇਹ ਜਿਹੜਾ ਕਿਤੇ ਨਾ ਕਿਤੇ ਹੁਣ ਸਿੱਖਾਂ ਦੇ ਵਾਸਤੇ ਵੀ ਮੰਦਭਾਗਾ ਹੋਏਗਾ ਕਿ ਉਹਨਾਂ ਦੇ ਲਸਾਨੀ ਕੁਰਬਾਨੀ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸ਼ਾਨਾਮਤੇ ਬਾਦਸ਼ਾਹ ਦੀ ਮੂਰਤੀ ਤੋੜਨ ਵਾਲਾ, ਉਹਦਾ ਬੁੱਤ ਤੋੜਨ ਵਾਲਾ ਰਿਜ਼ਵਾਨ ਜੀ ਸੀ ਜਿਹੜਾ ਉਹ ਨੂਪਰ ਸ਼ਰਮਾ ਨੂੰ ਮਾਰਨ ਆਇਆ ਸੀ। ਸੋ ਇਹ ਕਨੈਕਸ਼ਨ ਵੀ ਕਿਤੇ ਨਾ ਕਿਤੇ ਜੁੜ ਰਹੇ ਨੇ। ਸੋ ਇਸ ਮਾਮਲੇ ਦੇ ਵਿੱਚ ਤੇ ਬਾਕੀ ਹਿੰਦੂ ਸਿੱਖ ਜਾਂ ਹਿੰਦੂ ਮੁਸਲਿਮ ਖੇਡਾਂ ਤਾਂ ਚੱਲਣੀਆਂ ਨੇ ਇਸ ਮੁਲਕ ਦੇ ਵਿੱਚ। ਇਸ ਤੋਂ ਬਿਨਾਂ ਤਾਂ ਫਿਰ ਸਰਕਾਰਾਂ ਨਹੀਂ ਬਣਨੀਆਂ ਜੀ। ਇੱਕ ਦੋ ਸਵਾਲ ਆਪਣੇ ਤੇ ਨੇ। ਕੋਈ ਰਿੰਦਾ ਬਰਾੜ ਆਇਆ ਵੀਰ, ਉਹਦਾ ਕਮੈਂਟ ਹੈ, ਕਹਿੰਦਾ ਤੁਸੀਂ ਗੈਂਗਸਟਰਾਂ ਨਾਲ ਇੰਨੀ ਹਮਦਰਦੀ ਕਿਉਂ ਰੱਖਦੇ ਹੋ? ਹੈਰਾਨੀ ਇਸ ਗੱਲ ਦੀ ਹੈ ਕਿ 2-4 ਭੇਡਾਂ ਤਾਂ ਬਲੌਕ ਹੀ ਕਰਨੀਆਂ ਪੈਂਦੀਆਂ ਨੇ। ਉਹ ਸਮਝਦੇ ਨਹੀਂ ਕਿ ਦੇਖੋ ਮੂਸੇਵਾਲੇ ਦਾ ਕਤਲ ਸਿਰਫ ਇੱਥੋਂ ਤੱਕ ਸੀਮਤ ਨਹੀਂ ਕਿ ਉਹ ਗੋਲਡੀ ਬਰਾੜ ਨੇ ਆਪਣੇ ਭਰਾ ਦੇ ਉਹਦੇ 'ਚ ਮਾਰ ਦਿੱਤਾ। ਇਹਦੇ ਪਿੱਛੇ ਕਨੈਕਸ਼ਨ ਹੋਰ ਨੇ, ਜਿਨ੍ਹਾਂ ਕਨੈਕਸ਼ਨਾਂ ਦੀ ਬਿਨਾਹ ਤੇ ਸਿਰਫ ਦਹਿਸ਼ਤ ਪਈ ਹੈ ਪੰਜਾਬ ਦੇ ਵਿੱਚ ਅੰਦੋਲਨ ਖਤਮ ਕਰਨੇ, ਪੰਜਾਬੀਅਤ ਨੂੰ, ਸਿੱਖੀ ਨੂੰ ਖਾਤਮੇ ਵੱਲ ਨੂੰ ਲਿਜਾਣਾ, ਪੰਜਾਬੀਆਂ ਨੂੰ ਪੰਜਾਬ ਨਾਲੋਂ ਤੋੜਨਾ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਇਹ ਸਿਰਫ ਮੂਸੇਵਾਲੇ ਦੇ ਕਤਲ ਤੱਕ ਸੀਮਤ ਨਹੀਂ, ਇਸ ਦੇ ਬਹੁਤ ਬੈਨੀਫਿਟ ਨੇ ਐਂਟੀ ਪੰਜਾਬ ਲੌਬੀ ਨੂੰ ਮਿਲ ਰਹੇ ਨੇ। ਮੈਨੂੰ ਸਮਝ ਨਹੀਂ ਆਉਂਦੀ ਹੈ, ਕਈ ਤਾਂ ਪੁਰਾਣੇ ਸਰੋਤੇ ਵੀ ਨੇ, ਕਿ ਇਹਨਾਂ ਦਾ ਦਿਮਾਗ ਥੰਦਾ ਹੈ ਜਾਂ ਇਹਨਾਂ ਦੇ ਦਿਮਾਗ 'ਚ ਨਹੀਂ ਵੜਦਾ ਕਿ ਕਾਰਨ ਕੀ ਨੇ ਸਿਆਸੀ ਕਤਲ ਹੈ। ਉਹ ਸਮਝਣ ਨੂੰ ਤਿਆਰ ਨਹੀਂ, ਇੰਨੀ ਸੂਝ-ਬੂਝ ਨਹੀਂ। ਹੁਣ ਕਿਵੇਂ ਦੱਸਿਆ ਜਾਵੇ ਇਹਨਾਂ ਨੂੰ ਕਿ ਇਹ ਕਾਰਨ ਕੀ ਨੇ? ਸਮਝੋ ਬਾਹਰ ਇਹਨਾਂ ਲੋਕਾਂ ਦਾ। ਕਹਿੰਦੇ ਉਲਟਾ ਕਹਿੰਦੇ ਕਿ ਤੁਹਾਨੂੰ ਹਮਦਰਦੀ, ਕਿਉਂਕਿ ਆਪਾਂ ਤਾਂ ਕਹਿੰਦੇ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਹੋਣ, ਇਹਨਾਂ ਦੇ ਕਨੈਕਸ਼ਨ ਟੁੱਟਣ। ਕੀ ਇੱਕ ਨੂੰ ਮਾਰ ਕੇ ਇਹ ਰੁਕ ਜਾਣਗੇ ਐਨਕਾਊਂਟਰ? ਪਰ ਗੱਲ ਇਹ ਹੈ ਕਿ ਜੇ ਉੱਥੇ ਕੋਈ ਕਹਾਣੀ ਜਾਂ ਉਹ ਗਨ ਦੀ ਕਹਾਣੀ ਜਿਹੜੀ ਦਿਖਾਈ ਗਈ ਹੈ ਉਹ ਡਾਊਟਫੁਲ ਹੈ ਤੇ ਉਸ ਤੇ ਕੀ ਕਮੈਂਟ ਕਰਨਾ ਇੱਕ ਪੱਤਰਕਾਰ ਨੂੰ ਆਗਿਆ ਨਹੀਂ। ਆ ਕਈ ਵਕੀਲ ਤੁਰੇ ਫਿਰਦੇ ਨੇ, ਕਈ ਹੋਰ ਜਵਕਦੇ ਫਿਰਦੇ ਨੇ। ਕੀ ਇੱਕ ਪੱਤਰਕਾਰ ਨੂੰ ਜਾਂ ਸਾਨੂੰ ਉਸ ਦੇ ਨੈਗੇਟਿਵ ਪੋਜ਼ਿਟਿਵ ਪੱਖ ਤੇ ਵੀ ਗੱਲ ਕਰਨ ਦੀ ਆਗਿਆ ਨਹੀਂ? ਟੂ ਬੀ ਵੈਰੀ ਫਰੈਂਕ, ਮੈਨੂੰ ਮਾਰੇ ਗਏ ਲੋਕਾਂ ਨਾਲ ਕੋਈ ਹਮਦਰਦੀ ਨਹੀਂ। ਮੈਂ ਮੂਸੇਵਾਲੇ ਦਾ ਫੈਨ ਵੀ ਨਹੀਂ ਸੀ। ਫਿਰ ਦੁੱਖ ਹੈ ਕਿ ਇੱਕ ਮਾਪਿਆਂ ਦਾ ਪੁੱਤਰ ਸੀ ਤੇ ਜਿਸ ਦੇ ਨਾਲ ਹੋਰ ਬਹੁਤ ਸਾਰੋਕਾਰ ਪੰਜਾਬ ਦੇ ਜੁੜੇ ਨੇ, ਕਿਉਂਕਿ ਪੰਜਾਬ ਦੇ ਲੋਕ ਉਹਨੂੰ ਫਾਲੋ ਕਰਦੇ ਨੇ। ਹਾਲਾਂਕਿ ਮੈਂ ਖੁਦ ਮੂਸੇਵਾਲੇ ਦੀ ਗਾਇਕੀ ਨੂੰ ਕੋਈ ਪਸੰਦ ਨਹੀਂ ਕਰਦਾ। ਜੇ ਉਹਦੇ ਗੀਤ ਦੇ ਵਿੱਚ ਬਾਹਨ ਲਫ਼ਜ਼ ਆਇਆ, ਮੈਂ ਸਭ ਤੋਂ ਵੱਧ ਆਲੋਚਨਾ ਉਹਦੀ ਕੀਤੀ ਹੈ। ਅਫਸੋਸ ਮੈਨੂੰ ਉਸ ਦੀ ਮੌਤ ਦਾ ਹੈਗਾ, ਮੈਂ ਮੰਨਦਾ। ਪਰ ਜਿਹੜੇ ਉਹਦੇ ਗਾਇਕੀ 'ਚ ਗਲਤ ਲਫ਼ਜ਼ ਸੀ, ਮੈਂ ਉਹਦੀ ਵੀ ਆਲੋਚਨਾ ਕਰਦਾ, ਕਿਉਂਕਿ ਇਹ ਇੱਕ ਅੱਛੇ ਲਫ਼ਜ਼ ਨਹੀਂ ਹੈ ਸੁਸਾਇਟੀ ਦੇ ਵਿੱਚ ਪ੍ਰਸਾਰਨ ਵਾਲੇ। ਪਰ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਕਦੋਂ ਗੈਂਗਸਟਰਾਂ ਦੇ ਹਮਦਰਦ ਹੋ ਗਏ ਸੁਰਿੰਦਰ ਵੀਰ। ਪਰ ਜਿਹੜਾ ਇਨਕਾਊਂਟਰ ਹੋਇਆ, ਜੇ ਉਹਦੇ 'ਚ ਕੋਈ ਕਮੀ ਪੇਸ਼ੀ ਹੈ, ਕਿ ਉਹਦੇ ਤੇ ਕਿੰਤੂ ਪਰੰਤੂ ਕਰਨਾ ਵੀ ਪੱਤਰਕਾਰੀ ਨੂੰ ਅਧਿਕਾਰ ਨਹੀਂ ਹੈ? ਸਵਾਲ ਇਸ ਗੱਲ ਦਾ। ਜੀ ਸੁਰਿੰਦਰ। ਰੰਗਾ ਬਰਾੜ ਦਾ ਮੈਂ ਤਾਂ ਸੋਚਿਆ ਕਿ ਰੰਗਾ ਬਿੱਲਾ ਆ ਗਿਆ, ਮੈਂ ਤਾਂ ਉਹ ਸਮਝੀ ਜਾਂਦਾ ਸੀ। ਅੱਛਾ, ਰੰਗਾ ਬਰਾੜ ਮੈਂ ਦੇਖਿਆ ਨਹੀਂ, ਦੁਬਾਰਾ ਮੈਂ ਚੈੱਕ ਕਰ ਲੈਣਾ। ਚਲੋ, ਰੰਗਾ ਨਹੀਂ,
ਉਹ ਆਪਾਂ ਨਿੱਕੇ ਨਿੱਕੇ ਹੁੰਦੇ ਸੀ, ਉਹ ਰੰਗੇ ਬਿੱਲੇ ਨੂੰ ਫਾਂਸੀ ਦਿੱਤੀ ਸੀ, ਮੈਨੂੰ ਉਹੀ ਯਾਦ ਆਈ ਜਾਂਦਾ। ਮੈਂ ਕਿਤੇ ਉਹਨਾਂ ਮੈਂ ਕਿਹਾ ਕੋਈ ਰੂਹ ਹੋਰ ਵੀ ਹੈਗੇ ਹੋਣਾ। ਹਾਂ ਮੈਨੂੰ ਇਹ ਕਹਿੰਦੇ ਬਾਈ ਜੀ ਵਾਈ ਆਰ ਯੂ ਸੋ ਮਚ ਸੈਂਪਥੀ ਟੁਵਾਰਡ ਥੀਸ ਕ੍ਰਿਮੀਨਲ। ਬਾਈ ਜੀ ਰਿੰਦਾ ਜੀ ਕੋਈ ਇਹਨਾਂ ਦੇ ਨਾਲ ਸਹਿਚਾਰ ਨਹੀਂ। ਇਸ ਮੰਚ ਤੋਂ ਸਭ ਤੋਂ ਵੱਧ ਆਲੋਚਨਾ ਹੋਈ। ਅਸੀਂ ਤੇ ਇੱਥੋਂ ਤੱਕ ਵੀ ਕਿਹਾ ਜੇ ਸਿਮਰਜੀਤ ਮਾਨ ਦਾ ਖਾਸ ਉਹ ਸਮਝਦਾ ਮੂਸੇਵਾਲੇ ਨੂੰ, ਤਾਂ ਸਿਮਰਜੀਤ ਮਾਨ ਦਾ ਤਾਂ ਬਹੁਤ ਜੰਗਜੂ ਕੇਡਰ ਹੈ, ਉਹਦੇ ਲਈ ਜਾਨ ਵਾਰਨ ਵਾਲਾ ਬੜਾ ਕੇਡਰ ਹੈ, ਜਿਹੜਾ ਅੱਜ ਇੱਕ ਵਿਅਕਤੀ ਵੱਲੋਂ ਉਹਦੀ ਪੱਗ ਲਾਉਣ ਤੇ ਐਡੀਆਂ ਐਡੀਆਂ ਗਾਲਾਂ ਕੱਢਦਾ ਹੈ। ਉਹਨੇ ਤਾਂ ਕੁਝ ਵੀ ਗੱਲ ਨਹੀਂ, ਉਹਨੇ ਤਾਂ ਪੱਗ ਲਾਉਣ ਦੀ ਗੱਲ ਕੀਤੀ, ਇਹਦੇ ਨਾਲ ਪੱਗ ਲੈਣੀ ਨਹੀਂ। ਚਲੋ ਉਹਨੇ ਆਪਣੀ ਕੀਤੀ ਦਾ ਭੁਗਤ ਲੈਣਾ। ਪਰ ਜਿਹੜਾ ਤੁਹਾਡੇ ਸਪਾਹ ਸਲਾਰ ਨੂੰ ਇੱਕ ਨੌਜਵਾਨ ਪੁੱਤ ਨੂੰ ਮਾਰ ਗਿਆ, ਉਹਦੇ ਵੱਲ ਤੁਸੀਂ ਮੂੰਹ ਨਹੀਂ ਕਰਦੇ। ਗੋਲਡੀ ਬਰਾੜ ਵੱਲ ਅਸੀਂ ਤਾਂ ਇੱਥੋਂ ਤਾਂ ਵੀ ਕਹਿੰਦੇ ਵੀ ਜਾ ਕੇ ਪੁੱਛਣ ਮਾਨ ਸਾਹਿਬ ਉਹਦੇ ਮਾਪਿਆਂ ਨੂੰ। ਗੋਲਡੀ ਬਰਾੜ ਦੇ ਮਾਪੇ ਇੱਥੇ ਹੀ ਨੇ, ਲਾਰੈਂਸ ਦੇ ਮਾਪੇ ਇੱਥੇ ਹੀ ਨੇ, ਤੇ ਤੁਹਾਡਾ ਮਾਨ ਸਾਹਿਬ ਦਾ ਜਾਂ ਜਿਹੜੇ ਕਹਿੰਦੇ ਨੇ ਕਿ ਮੂਸੇਵਾਲੇ ਲਈ ਅਸੀਂ ਜਾਨ ਵਾਰਦੇ ਹਾਂ, ਤੁਸੀਂ ਜਾ ਕੇ ਪੁੱਛੋ ਗੋਲਡੀ ਬਰਾੜ ਨੂੰ, ਕੈਨੇਡਾ ਰਹਿੰਦਾ ਤੁਹਾਡਾ ਉੱਥੇ। ਅਸੀਂ ਤਾਂ ਇੱਥੇ ਤੱਕ ਵੀ ਕਹਿੰਦੇ ਹਾਂ ਕਿ ਇਹ ਲੋਕ ਵਰਤੇ ਗਏ ਨੇ, ਪਿੱਛੇ ਇਹਨਾਂ ਦੇ ਇੱਕ ਬਹੁਤ ਵੱਡੀ ਪੋਲੀਟੀਕਲ ਪਾਰਟੀ ਹੈ। ਗੇਮ ਨੂੰ ਸਮਝੋ। ਭਗਵੰਤ ਮਾਨ ਸਰਕਾਰ ਨਾਲ ਇੱਥੇ ਸਾਨੂੰ ਪੂਰੀ ਹਮਦਰਦੀ ਹੈ। ਜਦੋਂ ਲੋਕ ਕਹਿੰਦੇ ਸੀ ਕਿ ਇਹ ਸਰਕਾਰ ਭੰਗ ਹੋ ਕੇ ਰਾਸ਼ਟਰਪਤੀ ਰਾਜ ਲੱਗੇ, ਤਾਂ ਅਸੀਂ ਉਹਦੇ ਸਖਤ ਵਿਰੋਧੀ ਹਾਂ। ਭਾਵੇਂ ਸਾਡੇ ਕਹਿਣ ਨਾਲ ਸਰਕਾਰ ਰੁਕਣੀ ਨਹੀਂ ਤੇ ਸਰਕਾਰ ਟੁੱਟਣੀ ਨਹੀਂ, ਪਰ ਸਾਡੀ ਜਿਹੜੀ ਜੌਬ ਹੈ ਕਿ ਇਹ ਗਲਤ ਹੈ। ਭਗਵੰਤ ਮਾਨ ਸਰਕਾਰ ਨੇ ਕਮਲ ਕੁੱਟਿਆ ਤੇ ਪੱਤਰਕਾਰਾਂ ਨੇ ਜਾਂ ਇਹਨਾਂ ਦੇ IT ਸੈੱਲ ਨੇ ਕਿਸੇ ਸਿਕਿਉਰਿਟੀ ਘਟਾਤੀ, ਇਹਨਾਂ ਦੀ ਬੇਵਕੂਫੀ ਹੈ। ਮੌਕੇ ਤੇ ਬੰਦੇ ਉਹ ਨਿਕਲ ਗਏ, ਇਹ ਪੁਲਿਸ ਦੀ ਕੋਤਾਹੀ ਹੈ। ਪਰ ਇਹਦੀ ਬਿਨਾਂ ਤੇ ਸਰਕਾਰ ਤੋੜਨਾ ਸਭ ਤੋਂ ਵੱਡੀ ਮੂਰਖਮਤੀ ਹੈ ਜਿਹੜੀ ਤੁਸੀਂ BJP ਦੇ ਹੱਥ ਚਾਬੀਆਂ ਫੜਾ ਰਹੇ ਹੋ। ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਗੈਂਗਸਟਰ UP 'ਚ ਵੀ ਮਾਰੇ ਨੇ, ਉੱਥੇ ਲਾਅ ਐਂਡ ਆਰਡਰ ਕੰਟਰੋਲ ਹੋਇਆ, ਯੋਗੀ ਨੇ ਕੀਤਾ। ਈਵਨ ਮੁਸਲਮਾਨ ਨਹੀਂ, ਹਿੰਦੂ ਗੈਂਗਸਟਰ ਵੀ ਮਾਰੇ ਨੇ, ਉਹਨੇ ਬ੍ਰਾਹਮਣ ਵੀ ਮਾਰੇ ਨੇ। ਲਾਅ ਐਂਡ ਆਰਡਰ ਕਾਬੂ 'ਚ ਹੋਇਆ, ਚੰਗੀ ਗੱਲ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਉਹਨਾਂ ਨੇ ਉੱਥੇ ਗੈਂਗਸਟਰ ਮਾਰ ਦਿੱਤੇ, ਪੰਜਾਬ 'ਚ ਵੀ ਯੋਗੀ ਦਾ ਰਾਜ ਲਿਆਓ ਤੁਸੀਂ, ਜਾਂ BJP ਦਾ ਰਾਜ ਇਸ ਬਣਾ ਤੇ ਲਿਆਓ। ਕਿਉਂਕਿ BJP ਦੇ ਆਪਣੇ ਏਜੰਡੇ ਨੇ, ਖਤਰਨਾਕ ਏਜੰਡੇ ਨੇ, ਜਿਹੜੇ ਉਹ ਧਰਮ ਦਾ ਲਵਾਦਾ ਪਾ ਕੇ ਸਿਆਸਤ ਕਰਦੇ ਨੇ। BJP ਪੋਲੀਟੀਕਲ ਪਾਰਟੀ ਹੈ, ਕਰੇ, ਕਰਪਸ਼ਨ ਕਰਦੀ ਹੈ, ਕਰੇ, ਉਹਦੀ ਆਲੋਚਨਾ ਹੋਏਗੀ। ਪਰ ਜੇ ਕੋਈ ਪਾਰਟੀ, ਭਾਵੇਂ ਸਦੂਦੀਨ ਅਵੈਸੀ ਹੈ, ਭਾਵੇਂ ਸਿਮਰਜੀਤ ਮਾਨ ਹੈ, ਤੇ ਭਾਵੇਂ ਬਾਦਲ ਕੇ ਨੇ, ਭਾਵੇਂ ਕੋਈ ਕਾਮਰੇਡ ਨੇ, ਜੇ ਆਪਣਾ ਕੋਈ ਧਰਮ ਦਾ ਏਜੰਡਾ ਲੋਕਾਂ ਨੂੰ ਲੜਾ ਮਰਾ ਕੇ ਕਰਦੇ ਨੇ, ਉਹ ਗਲਤ ਹੈ। ਜੀ ਸੁਰਿੰਦਰ ਕਰੋ ਕੰਪਲੀਟ ਪਲੀਜ਼। ਹੁਣ ਕੀ ਕਰਿਆ ਜਾਵੇ, ਰੋਜ਼ ਹੀ 2-4 ਆ ਜਾਂਦੇ ਆ। ਮੇਰਾ ਤਾਂ ਕੰਮ ਇੱਕੋ ਰੱਖਿਆ, ਮੈਂ ਬਹੁਤੀ ਸਿਰਦਰਦੀ ਨਹੀਂ ਲੈਂਦਾ ਹੁੰਦਾ। ਉਹਦੇ ਬਾਅਦ ਚੁੱਪ ਕਰਕੇ ਦਰਵਾਜ਼ਾ ਖੋਲਦਾ ਹੁੰਦਾ, ਹਨੇਰੇ ਕਮਰੇ ਦਾ, ਉਹਦੇ 'ਚ ਬੰਦ ਕਰ ਦਿੰਦਾ ਹੁੰਦਾ ਬਸ। ਹਾਂ, ਪਰ ਸਿੱਧਾ ਹਿਸਾਬ ਰੱਖਿਆ ਹੋਇਆ। ਇੱਕ ਦਿਨ ਨਾ ਮੈਂ ਕੁਦਰਤੀ ਉਹ ਫਿਰ ਦਰਵਾਜ਼ਾ ਖੋਲ ਲਿਆ, ਉਹ ਮੈਂ ਦੇਖੋ 1800 ਤੋਂ ਗਿਣਤੀ ਟੱਪੀ ਹੋਈ। ਮੈਂ ਕਿਹਾ ਕੋਈ ਨਹੀਂ, ਅਜੇ ਟਪਾ ਲਓ, ਹੋਰ ਕਰੋ, ਜਿੰਨੇ ਕੋ ਇਕੱਠੇ ਕਰੀ ਚੱਲੋ ਉੱਥੇ ਇੱਕ ਜਗ੍ਹਾ ਤੇ। ਆਪਾਂ ਚੁੱਪ ਕਰ। ਹਾਂ ਸੁਰਿੰਦਰ ਵੀਰ, ਇੰਨੇ 1800 ਤੇ ਪਹੁੰਚ ਗਏ। ਮੈਨੂੰ ਲੱਗਦਾ ਮੇਰੇ ਕੋਲ ਤਾਂ 180 ਵੀ ਨਹੀਂ ਹੋਣੇ, ਮੈਨੂੰ ਲੱਗਦਾ 40-50 ਬੰਦੇ ਹੋਣੇ ਜਿਹੜੇ ਮੈਂ ਬਲੌਕ ਕੀਤੇ ਹੋਏ ਆ। ਨਹੀਂ, ਉਹ ਲਿਸਟ ਸ਼ੋ ਹੋ ਜਾਂਦੀ ਆ। ਇੱਕ ਦਿਨ ਮੈਂ ਚਾਂਸਾ ਕੱਢ ਲਈ, ਉਹ 1800 ਪਈ ਸੀ। ਮੈਂ ਕਿਹਾ ਕੋਈ ਨਹੀਂ, ਮੈਂ ਕਿਹਾ 4000 ਇੱਧਰ ਪਿਆ, 1800 ਉੱਧਰ ਕੱਢਿਆ, ਕੋਈ ਗੱਲ ਨਹੀਂ। ਮੈਂ ਕਿਹਾ ਹਨੇਰਾ ਕਮਰਾ ਰੱਖਣਾ ਪੈਂਦਾ, ਇਹ ਉਦਾਂ ਕੰਮ ਨਹੀਂ ਸੈੱਟ ਆਉਂਦਾ। ਨਹੀਂ, ਮੈਂ ਤਾਂ ਬਹੁਤ ਸਾਰੇ, ਕਿਉਂਕਿ ਬਹੁਤ ਸਾਰੇ ਬੰਦੇ ਰਿਗਰੈਟ ਕਰ ਗਏ ਜਿਨ੍ਹਾਂ ਨੂੰ ਉਦੋਂ 2017 'ਚ ਆਮ ਆਦਮੀ ਪਾਰਟੀ ਦਾ ਜਨੂਨ ਚੜਿਆ ਹੋਇਆ ਸੀ, ਤੇ ਉਹਨਾਂ ਦੇ ਕਮੈਂਟ ਕਿਧਰੋਂ ਖੱਬੇ ਸੱਜੇ ਆਉਣ ਲੱਗ ਪਏ। ਉਹ ਮੈਂ ਸਾਰੇ ਉਹ ਜਿਹੜੇ ਅਨਬਲੌਕ ਕਰ ਦਿੱਤੇ ਨੇ, ਕਿਉਂਕਿ ਅਹਿਸਾਸ ਹੋ ਗਿਆ ਉਹਨਾਂ ਨੂੰ। ਪਰ ਕਈ ਨਵੇਂ ਆਉਂਦੇ ਨੇ। ਇੱਕ ਆਇਆ ਕਹਿੰਦਾ ਜਦੋਂ ਮੂਸੇਵਾਲੇ ਦਾ ਕਤਲ ਹੋਇਆ ਸੀ ਉਦੋਂ ਤੁਸੀਂ ਕੀ ਕਰਦੇ ਸੀ, ਵੀ ਹੁਣ ਕੀ ਕਰਦੇ ਸੀ ਤੈਨੂੰ, ਹੈਨਾ। ਮੂਸੇਵਾਲੇ ਦੇ ਘਰੇ ਜਾ ਕੇ ਉੱਥੇ ਲੋਕਾਂ ਤੋਂ ਕਹਾਇਆ ਕਿ ਪੋਲੀਟੀਕਲ ਮਰਡਰ ਹੈ। ਤੁਹਾਡੇ ਇੱਕ ਵੀ ਪੱਤਰਕਾਰ ਨੇ ਕਰਾਇਆ, ਉੱਥੇ ਕੁੱਤੇ ਦਿਖਾ ਕੇ ਆ ਗਏ, ਉਹ ਕੁੱਤਾ ਰੋਟੀ ਨਹੀਂ ਜੀ ਖਾਂਦਾ, ਫਲਾਂ ਨਹੀਂ ਕਰਦਾ। ਉਹ ਯਾਰ ਜਾਨਵਰ ਨੇ। ਮੈਂ ਇੱਕ ਵਾਰੀ ਟੱਕ ਕੀਤਾ ਤੇ ਉੱਠ ਕੇ ਬਹਿ ਗਏ ਉਹ, ਤੇ ਉਹ ਹੰਝੂਆਂ ਦਾ ਡਰਾਮਾ ਸੀ, TRP ਤੇ ਨਹੀਂ ਕਰਦੇ। ਜਿਹੜਾ ਸਹੀ ਹੈ ਉਹ ਗੱਲ ਕਹਾਓ। ਸਿਆਸੀ ਮਰਡਰ ਹੈ, ਇਹਦਾ ਫਾਇਦਾ ਤੇ ਨੁਕਸਾਨ ਕਿਹਨੂੰ ਹੋਇਆ? ਪੰਜਾਬ ਨੂੰ, ਸਿੱਖੀ ਨੂੰ ਇਹਦਾ ਨੁਕਸਾਨ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ, ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਨੁਕਸਾਨ ਹੈ ਮੂਸੇਵਾਲੇ ਦੇ ਮਰਡਰ ਦਾ। ਫਿਰ ਕਿਵੇਂ ਕਹਿ ਦੋ ਕਿ ਮੂਸੇਵਾਲੇ ਦਾ ਮਰਡਰ ਤੇ ਇਹ ਜ਼ਿੰਮੇਵਾਰ ਨੇ? ਜੇ ਮਾਨ ਸਾਹਿਬ ਦਾ ਗ੍ਰਾਫ ਡਿੱਗਿਆ, ਸੰਗਰੂਰ ਸੀਟ ਇਹਨਾਂ ਤੋਂ ਖੁੱਸੀ, ਕਾਰਨ ਕੀ ਹੈ? ਮੂਸੇਵਾਲੇ ਦਾ ਮਰਡਰ। ਕਾਂਗਰਸ ਨੂੰ ਕੋਈ ਬੈਨੀਫਿਟ ਨਹੀਂ ਹੋਇਆ। ਇੱਕ ਵੀ ਛੋਟਾ ਜਿਹਾ ਨੇਤਾ, ਗਾਇਕ ਆਮ ਕਾਂਗਰਸ ਪਾਰਟੀ 'ਚ ਸ਼ਾਮਲ ਨਹੀਂ ਹੋਏਗਾ। ਮੇਰੇ ਤੋਂ ਲਿਖ ਕੇ ਲੈ ਲਓ। ਅਕਾਲੀ ਦਲ ਨੂੰ ਕੋਈ ਇਹਦਾ ਬਹੁਤਾ ਖਾਸ ਫਾਇਦਾ ਨਹੀਂ ਹੋਣਾ। ਹੋਰ ਕੀ ਕਹੋਗੇ ਸਾਡੇ ਕੋਲੋਂ? ਪਰ ਪਤਾ ਨਹੀਂ ਕੀ ਦਿਮਾਗ ਤੇ
ਗੰਦ ਚੜਿਆ ਹੋਇਆ ਜਿਹੜਾ ਖੋਪਰ 'ਚ ਨਹੀਂ ਪੈਂਦਾ ਇਹਨਾਂ ਲੋਕਾਂ ਦੇ। ਜੀ ਸੁਰਿੰਦਰ। ਉਹ ਕੁਛ ਨਹੀਂ ਹੁੰਦਾ, ਇੰਨਾ ਨਹੀਂ ਘਬਰਾਈਦਾ ਹੁੰਦਾ। ਆਪਾਂ ਪਹਿਲਾਂ ਨਾ ਘਬਰਾਉਂਦੇ ਨਹੀਂ, ਕਿ ਸਮਝਾਉਣ ਦਾ ਨਜ਼ਰੀਆ ਆ, ਘਬਰਾਉਂਦੇ ਨਹੀਂ ਵੀ ਮਤਲਬ ਨਹੀਂ ਇਹਨਾਂ ਨੂੰ ਦਿਮਾਗ ਐਡੇ ਠੰਡੇ ਹੋ ਗਏ ਨੇ ਨਾ, ਕੁਝ ਸਮਝ ਨਹੀਂ ਪੈਂਦਾ, ਖੋਪੜ 'ਚ ਪਤਾ ਨਹੀਂ ਕੀ ਭਰਿਆ। ਇਹਨਾਂ ਨੂੰ ਬਹੁਤ ਨਹੀਂ ਸਮਝਾਈਦਾ, ਇਹਨਾਂ ਨੂੰ ਹਨੇਰੇ ਕਮਰੇ 'ਚ ਬੰਦ ਕਰੋ, ਜਦੋਂ ਸਮਝ ਆ ਗਈ ਆਪੇ ਉਦੋਂ ਕੱਢ ਲੈ ਬਾਹਰ, ਉਸ ਤੋਂ ਪਹਿਲਾਂ ਕੱਢਣ ਦੀ ਲੋੜ ਹੀ ਨਹੀਂ। ਮੈਂ ਤਾਂ ਸਿਰਫ ਚੁੱਪ ਕਰ। ਸਾਰੇ ਸਿਆਸੀ ਪੱਖ ਰੱਖਣੇ ਆਪਣੀ ਜੌਬ ਹੈ ਹਨਾ। ਇਹ ਆਪਾਂ ਕਹਿੰਦੇ ਸੀ ਕਿ ਇਹਨਾਂ ਤੇ ਸਖਤੀ ਹੋਵੇ, ਪਰ ਇੱਕ ਮੰਨੂ ਨੂੰ ਮਾਰ ਕੇ ਜਾਂ ਉਹਨੂੰ ਮਾਰ ਕੇ ਕੀ ਮਸਲਾ ਹੱਲ ਹੋ ਗਿਆ? ਅੱਜ ਹੀ ਦੇਖੋ ਪਟਿਆਲਾ ਜੇਲ੍ਹ 'ਚ ਕੀ ਕੁਝ ਹੋਇਆ, ਤੇ ਅੱਜ ਹੀ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਐਲਾਨੀਆਂ ਧਮਕੀ ਆ ਗਈ ਹੈ। ਕੀ ਉਹਨਾਂ ਮਾਪਿਆਂ ਦੀ ਜ਼ਿੰਦਗੀ ਕੋਈ ਰਹਿ ਗਈ ਹੈ? ਜੀ ਕਰੋ ਸਮਾਪਤੀਆਂ ਸੁਰਿੰਦਰ ਵੀਰ। ਚਲੋ ਚੱਲੀਏ ਬਸ, ਹੋਰ ਨਹੀਂ ਇਹਨਾਂ ਵਿਰੁੱਧ ਬੋਲਣਾ। ਬਸ ਹਨੇਰੇ ਕਮਰੇ ਦਾ ਦਰਵਾਜ਼ਾ ਖੋਲੋ, ਧੌਣੋਂ ਫੜੋ, ਉਹਦੇ ਅੰਦਰ ਵਾੜ ਕੇ ਕੁੰਡਾ ਲਾ ਦੋ ਬਾਹਰੋਂ। ਬਸ ਢੂਗਣੇ ਤੇ ਲੱਤ ਮਾਰੋ ਬਲੌਕ, ਢੂਗਣੇ ਤੇ ਲੱਤ ਮਾਰੋ ਬਲੌਕ। ਨਹੀਂ, ਢੂਗਣੇ ਤੇ ਲੱਤ ਮਾਰਨ ਦੀ ਲੋੜ ਨਹੀਂ, ਆਪਾਂ ਹਨੇਰਾ ਕਮਰਾ ਰੱਖਿਆ ਇਸੇ ਕਰਕੇ। ਹਨੇਰੇ ਕਮਰੇ 'ਚ ਵਾੜੀ ਚਲੋ ਨਾ। ਦੇਖੋ ਕਿਹੜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਹਿਣਗੇ ਤੁਹਾਡੇ ਤੋਂ ਇਹ ਉਮੀਦ ਨਹੀਂ, ਦੱਸੋ ਮੈਨੂੰ ਪਤਾ ਕਿ ਇਹਨੂੰ ਕਿਹਦੀ ਕਿਸ ਪੁਆਇੰਟ ਦੀ ਕਿਹੜਾ ਹੈ, ਫਿਰ ਸਾਨੂੰ ਸਮਝਾਉਣਗੇ ਤੁਹਾਡੇ ਤੋਂ ਉਮੀਦ ਨਹੀਂ ਨਵੀਂ ਉਮੀਦ ਨਾ ਸੁਣੋ ਯਾਰ, 3600 ਰੇਡੀਓ ਨੂੰ ਸੁਣ ਲਓ, ਸਾਡੀ ਕਿਹੜਾ ਰੋਜ਼ੀ ਰੋਟੀ ਤੁਹਾਡੇ ਰੇਡੀਓ ਤੇ ਤੁਹਾਡੇ ਸੁਣਨ ਨਾਲ ਹੀ ਚੱਲਦੀ। ਕਰ ਦਿਓ ਜਿਹਨੇ ਆਪਾਂ ਬੰਦ ਕਰਨੀ ਕਰ ਦਿਓ, ਅੱਜ ਹੀ ਕਰ ਦਿਓ, ਕੱਲ ਕਰ ਦੇ, ਕੋਈ ਤਰੀਕਾ ਯਾਰ ਇਹ ਹੈ ਨਾ। ਥੈਂਕ ਯੂ ਸੁਰਿੰਦਰ ਵੀਰ, ਹੁੰਦੀ ਸਵੇਰੇ ਮੁਲਾਕਾਤ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਦੋਸਤੋ। ਲਓ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਵਾਣਾ ਆਪ ਸਭ ਸੱਜਣਾਂ ਤੋਂ ਇੱਥੇ ਹੀ ਆਗਿਆ ਚਾਹਾਂਗਾ, ਤੇ ਸਵੇਰੇ 6 ਵਜੇ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।